ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਈਰਾਨ, ਸੀਰੀਆ, ਰਸ਼ੀਆ ਤਿੰਨਾਂ ਦੀ ਦੋਸਤੀ ਜ਼ਬਰਦਸਤ ਬਣੀ ਜਾ ਰਹੀ ਹੈ। ਨੇੜੇ ਆ ਰਹੇ ਨੇ, ਸੰਬੰਧ ਬਣ ਰਹੇ ਨੇ, ਵਪਾਰਕ ਸੰਬੰਧ ਵੀ ਬਣ ਰਹੇ ਨੇ ਤੇ ਸੈਨਿਕ ਗਤੀਵਿਧੀਆਂ ਵੀ ਹੋ ਰਹੀਆਂ ਨੇ। ਕਈ ਐਕਸਰਸਾਈਜ਼ਸ ਇਕੱਠੀਆਂ ਕਰਦੇ ਨੇ। ਇਸ ਕਰਕੇ ਚਿੰਤਾ ਵਧੀ ਹੋਈ ਹੈ ਅਮਰੀਕਾ ਦੀ। ਸੋ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਅਮਰੀਕਾ ਨੂੰ ਲੱਗਿਆ ਕਿ ਕਿਤੇ ਨਾ ਕਿਤੇ ਇਹ ਫਿਊਚਰ ਦੇ ਵਿੱਚ ਸਾਡੇ ਵਾਸਤੇ ਇੱਕ ਚੁਣੌਤੀ ਹੋ ਸਕਦੀ ਹੈ, ਚੈਲੰਜ ਹੋ ਸਕਦੀ ਹੈ। ਇਸ ਕਰਕੇ ਆਪਣੇ F-16 F-16 ਵਿਮਾਨ ਥਾਂ ਥਾਂ ਤੇ ਅਮਰੀਕਾ ਭੇਜ ਰਿਹਾ, ਜਿੱਥੇ ਵੀ ਉਹਨੂੰ ਲੱਗਦਾ ਹੈ ਕਿ ਸੈਂਸਿਟਿਵ ਏਰੀਆਜ਼ ਨੇ ਜਿੱਥੇ ਸਪੋਰਟ ਦੀ ਮਦਦ ਦੀ ਲੋੜ ਪੈ ਸਕਦੀ ਹੈ, ਕਿਉਂਕਿ ਇਹ ਸਾਰੇ ਜੋ ਸੀ ਵਾਟਰ ਦੇ ਸਾਰੇ ਬਾਰਡਰਸ ਨੇ, ਇਸ ਨੂੰ ਸਿਕਿਉਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਜ਼ਿਆਦਾਤਰ ਵਪਾਰ ਸਮੁੰਦਰ ਦੀ ਰਸਤੇ ਤੋਂ ਹੀ ਹੁੰਦਾ। ਇਸ ਕਰਕੇ ਸਾਰੇ ਬਾਰਡਰਸ ਨੂੰ ਸਿਕਿਉਰ ਕਰਨਾ ਔਰ ਕਿੱਥੇ ਕਿਤੇ ਸੀਲ ਕਰਨਾ ਜ਼ਰੂਰੀ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਅਮਰੀਕਾ ਦੇ ਵਾਸਤੇ। ਸੋ ਅੱਗੇ ਜਾ ਕੇ ਸੰਭਾਵਨਾਵਾਂ ਇਹ ਵੀ ਹੋ ਸਕਦੀਆਂ ਨੇ ਕਿ ਕਿਤੇ ਕੋਈ ਜ਼ਿਆਦਾ ਟੈਂਸ਼ਨ ਕ੍ਰੀਏਟ ਨਾ ਹੋ ਜਾਏ, ਇਸ ਕਰਕੇ ਕੋਈ ਯੁੱਧ ਦਾ ਮਾਹੌਲ ਨਾ ਬਣ ਜਾਏ। ਪਹਿਲਾਂ ਹੀ ਯੁੱਧ ਤੋਂ ਕਾਫੀ ਕਤਰਾ ਰਹੇ ਹਾਂ ਅਸੀਂ, ਕਿਉਂਕਿ ਯੁੱਧ ਹਮੇਸ਼ਾ ਖਤਰਨਾਕ ਹੈ। ਯੂਕਰੇਨ ਤੇ ਰਸ਼ੀਆ ਦਾ ਅਸੀਂ ਹਾਲ ਦੇਖ ਹੀ ਰਹੇ ਹਾਂ। ਪੂਰੀ ਵਰਲਡ ਦੀ ਇਕਨੋਮੀ ਇਸ ਵਕਤ ਹਿੱਲੀ ਪਈ ਹੈ। ਕਿੰਨੀਆਂ ਪਾਬੰਦੀਆਂ ਕਿਸੇ ਉੱਤੇ ਲਗਾਈਆਂ ਜਾ ਸਕਦੀਆਂ ਨੇ, ਕਿੰਨਾ ਕਿਸੇ ਨੂੰ ਰੋਕਿਆ ਜਾ ਸਕਦਾ, ਇਹ ਤਾਂ ਬੇਸਿਕ ਸੂਝ-ਬੂਝ ਚਾਹੀਦੀ ਹੈ ਕਿ ਯੁੱਧ ਦੇ ਨਾਲ ਲੋਕਾਂ ਦਾ ਵੀ ਨੁਕਸਾਨ ਹੁੰਦਾ ਹੈ, ਪ੍ਰਕਿਰਤੀ ਦਾ ਵੀ ਨੁਕਸਾਨ ਹੁੰਦਾ ਹੈ, ਬਿਜ਼ਨਸ ਦਾ ਵੀ ਨੁਕਸਾਨ ਹੁੰਦਾ ਹੈ, ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦਾ ਵੀ ਨੁਕਸਾਨ ਹੁੰਦਾ ਹੈ। ਇਸ ਕਰਕੇ F-16 ਵਿਮਾਨ ਦੀ ਇਹ ਡਿਊਟੀ ਲਗਾਈ ਹੋਈ ਹੈ ਅਮਰੀਕਾ ਨੇ ਕਿ ਜਿੱਥੇ ਜਿੱਥੇ ਸੈਂਸਿਟਿਵ ਏਰੀਆਜ਼ ਨੇ ਉੱਥੇ ਨਿਗਰਾਨੀ ਵੀ ਕਰਨੀ ਹੈ ਤੇ ਜਿੱਥੇ ਕੋਈ ਜ਼ਿਆਦਾ ਟੈਂਸ਼ਨ ਵਾਲੀ ਗੱਲ ਲੱਗਦੀ ਹੈ ਉੱਥੇ ਕੋਈ ਕਾਰਵਾਈ ਵੀ ਕਰਨੀ ਹੈ। ਸੋ ਕੁੱਲ ਮਿਲਾ ਕੇ ਸਥਿਤੀ ਇਹ ਬਣੀ ਹੋਈ ਹੈ ਕਿ ਈਰਾਨ, ਸੀਰੀਆ ਔਰ ਰਸ਼ੀਆ ਦੀਆਂ ਜੋ ਨਜ਼ਦੀਕੀਆਂ ਨੇ, ਜੋ ਦੋਸਤੀ ਹੈ, ਉਹ ਅਮਰੀਕਾ ਵਾਸਤੇ ਇੱਕ ਸਿਰਦਰਦੀ ਦਾ ਵਿਸ਼ਾ ਬਣਿਆ ਹੋਇਆ ਹੈ। ਚੱਲਦੇ ਹਾਂ ਹੁਣ ਆਪਣੇ ਪੰਜਾਬ ਦੇ ਵਿਸ਼ਿਆਂ ਵੱਲ, ਆਪਣੇ ਭਾਰਤ ਦੇ ਵਿਸ਼ਿਆਂ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਖੰਨਾ ਜੀ, ਆਓ ਆਪਣੀ ਧਰਤੀ ਤੇ ਰੱਖੋ ਪੈਰ ਤੇ ਕਰੋ ਮਸਲਿਆਂ ਦਾ ਸ਼ੁਰੂਆਤ। ਜਿਹੜੇ ਮਸਲੇ ਇਸ ਵੇਲੇ ਬਿਲਕੁਲ ਭਖ ਰਹੇ ਨੇ ਪੰਜਾਬ, ਬਿਲਕੁਲ ਪੰਜਾਬ ਵਿੱਚ ਵੀ ਭਖ ਰਹੇ ਨੇ, ਭਾਰਤ ਵਿੱਚ ਵੀ ਭਖ ਰਹੇ ਨੇ ਤੇ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਵੀ ਜਿਹੜੇ ਮਸਲੇ ਇਹਦੇ ਵਿੱਚ ਸਾਨੂੰ ਗੌਰ ਕਰਨਾ ਚਾਹੀਦਾ ਹੈ। ਕਿਉਂਕਿ ਅਮਰੀਕਾ ਦੇ ਵਿੱਚ ਬਹੁਤ ਪਹਿਲਾਂ ਇੱਕ ਮੁਹਿੰਮ ਚੱਲੀ ਸੀ ਜਦੋਂ ਆਪਾਂ ਐਬੋਰਸ਼ਨ ਦੀ ਗੱਲ ਕਰਦੇ ਹਾਂ, ਮਾਈ ਬਾਡੀ ਮਾਈ ਚੋਇਸ, ਔਰ ਲੋਕੀ ਸੜਕਾਂ ਤੇ ਉਤਰੇ ਸੀ ਕਿਉਂਕਿ ਹਾਈ ਕੋਰਟ ਨੇ ਇੱਕ ਬਿੱਲ ਦਿੱਤਾ ਸੀ, ਇੱਕ ਆਰਡਰ ਪਾਸ ਕੀਤਾ ਸੀ ਕਿ ਐਬੋਰਸ਼ਨ ਕਰਵਾਉਣਾ ਗੈਰ ਕਾਨੂੰਨੀ ਹੋਏਗਾ। ਕਈ ਲੋਕ ਕੈਨੇਡਾ ਜਾ ਕੇ ਐਬੋਰਸ਼ਨ ਕਰਵਾਉਣ ਲੱਗ ਪਏ ਤੇ ਲੋਕਾਂ ਦੇ ਵਿੱਚ ਕਾਫੀ ਮੁਹਿੰਮ ਚੱਲੀ, ਕਾਫੀ ਦੇਰ ਰੋਕ ਵੀ ਰਹੀ ਤੇ ਹੁਣ ਜਿਹੜੀਆਂ ਗਰਭ ਨਿਰੋਧਕ ਗੋਲੀਆਂ ਨੇ ਉਹਦੇ ਉੱਤੇ ਪਾਬੰਦੀ ਹਟਾ ਲਈ ਗਈ ਹੈ। ਬਿਨਾਂ ਪ੍ਰੈਸਕ੍ਰਿਪਸ਼ਨ ਤੋਂ ਡਾਕਟਰ ਦੀ ਇਹ ਸਰਕਾਰ ਵੱਲੋਂ ਮਨਜ਼ੂਰੀ ਹੈ ਕਿ ਉਹ ਗੋਲੀਆਂ ਖਰੀਦੀਆਂ ਜਾ ਸਕਦੀਆਂ ਨੇ ਅਮਰੀਕਾ ਦੇ ਵਿੱਚ। ਇਹ ਇਸ਼ੂ ਹੁਣੇ ਜਿਹੜਾ ਪ੍ਰਚਲਿਤ ਹੋ ਗਿਆ, ਕਿਉਂਕਿ ਪਹਿਲਾਂ ਤਾਂ ਇਹਦੇ 'ਤੇ ਪਾਬੰਦੀ ਸੀ, ਸਾਰੇ ਸਟੇਟਾਂ ਦੇ ਵਿੱਚ ਇਹਨਾਂ ਨੇ ਰੋਕ ਲਾ ਦਿੱਤੀ ਸੀ ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਕੋਈ ਵੀ ਆਪਣਾ ਗਰਭ ਧਾਰਨ ਜਿਹੜੇ ਕਰਦੇ ਹੋ ਉਹਨੂੰ ਅਬੋਰਟ ਨਹੀਂ ਕਰਾਉਣਗੇ, ਉਹਦੇ ਵਿੱਚ ਇਹ ਜਿਹੜਾ ਹੈਗਾ ਗੈਰ ਕਾਨੂੰਨੀ ਹੋਊਗਾ। ਪਰ ਹੁਣ ਜਿਹੜਾ ਇਹ ਹੈ ਨਵਾਂ ਕਾਨੂੰਨ ਜਿਹੜਾ ਆ ਗਿਆ, ਉਹਦੇ ਵਿੱਚ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ ਕਿ ਜਿਹੜੀ ਪਰਚੀ ਨਾਲ ਹੀ ਉਹ ਆਪਣੀ ਦਵਾਈ ਲੈ ਸਕਦੇ ਆ, ਜਿਹਦੇ ਨਾਲ ਗਰਭ ਨਿਰੋਧਕ ਹੋ ਸਕਦਾ, ਰੁਕ ਸਕਦਾ। ਔਰ ਅਣਚਾਹੇ ਗਰਭ ਨੂੰ ਰੋਕਣ ਲਈ ਜਿਹੜਾ ਹੈਗਾ ਉਹ ਜਿਹੜੀਆਂ ਔਰਤਾਂ ਨੇ ਉਹ ਇਸ ਦਵਾਈ ਦਾ ਸੇਵਨ ਕਰਕੇ ਜੋ ਆਪਣਾ ਗਰਭਪਾਤ ਕਰਵਾ ਸਕਦੀਆਂ। ਔਰ ਉਹਦੇ ਵਿੱਚ ਇਹ ਕਹਿ ਰਹੇ ਨੇ ਕਿ ਪੂਰੇ ਵਰਲਡ ਦੇ ਵਿੱਚ ਹੀ ਜਿਹੜਾ ਹੈਗਾ ਦੁਨੀਆ ਜਿਹੜੀ ਹੈਗੀ ਆ ਉਹ ਗਰਭਪਾਤ ਕਰਵਾ ਰਹੀ ਆ। ਔਰ ਜ਼ਿਆਦਾਤਰ ਅਮਰੀਕਾ ਵਿੱਚ ਬਹੁਤ ਹੋਏ ਆ। ਅਮਰੀਕਾ ਦੇ 50 ਸਟੇਟਾਂ ਦੇ ਵਿੱਚ ਸਾਰੇ ਦੇ ਵਿੱਚ ਇਹ ਜਿਹੜੀ ਪ੍ਰਚਲਨ ਚੱਲਦਾ ਆ ਰਿਹਾ ਸੀਗਾ, ਪਰ ਉਹ ਗੈਰ ਕਾਨੂੰਨੀ ਸੀ, ਚੋਰੀ ਛੁਪੇ ਕਰਦੇ ਸੀ। ਪਰ ਹੁਣ ਉਹਨੇ ਖੁੱਲ੍ਹ ਦੇ ਦਿੱਤੀ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪ੍ਰਿਸਕ੍ਰਿਪਸ਼ਨ ਜਿਹੜੀ ਹੁੰਦੀ ਡਾਕਟਰ ਵੱਲੋਂ ਜਿਹੜਾ ਕਰਕੇ ਸਾਈਨ ਦੇ ਦਿੰਦੇ ਸੀ ਵੀ ਆਹ ਦਵਾਈ ਜਿਹੜੀ ਹੈਗੀ ਹੈ ਇਹ ਖਾ ਸਕਦੇ ਆ, ਹੁਣ ਉਹ ਵਿਦਆਊਟ ਪ੍ਰਿਸਕ੍ਰਿਪਸ਼ਨ, ਪਰਚੀ ਤੋਂ ਬਗੈਰ ਉਹਨਾਂ ਨੂੰ ਉਹ ਦਵਾਈ ਲੈ ਸਕਦੇ ਆ। ਦਵਾਈ ਦੇ ਸਟੋਰ ਖੋਲ੍ਹੇ ਆ, ਜਿਹਨਾਂ ਸਟੋਰਾਂ 'ਚੋਂ ਜਿਹੜੇ ਮੈਡੀਕਲ ਸਟੋਰ ਨੇ, ਜਿਹੜੇ ਜਿੱਥੇ ਮੈਡੀਕਲ ਦੇ ਬੈਠੇ ਨੇ, ਉਹਨਾਂ ਤੋਂ ਤੁਸੀਂ ਸ਼ਰੇਆਮ ਦਵਾਈ ਲੈ ਸਕਦੇ ਜੋ। ਇਹਦੇ ਵਿੱਚ ਕਈ ਆਲੋਚਕਾਂ ਨੇ ਇਹਦੀ ਆਲੋਚਨਾ ਕੀਤੀ ਹੈ ਕਿ ਪਹਿਲਾਂ ਆਬਾਦੀ ਅਮਰੀਕਾ ਦੀ ਇੰਨੀ ਜ਼ਿਆਦਾ ਨਹੀਂ ਸੀ, ਬਾਹਰੋਂ ਮਾਈਗਰੇਟ ਕਰਕੇ ਲੋਕ ਆ ਗਏ ਸੀਗੇ ਉੱਥੇ। ਹਰ 6ਵਾਂ ਬੰਦਾ ਜਿਹੜਾ ਹੈਗਾ ਉਹ ਜਿਹੜੇ ਉੱਥੋਂ ਅਮਰੀਕਨ ਆ, ਅਤੇ ਬਾਕੀ ਜਿਹੜੇ ਹੈਗਾ ਲੋਕਲ ਆ, ਹਬਸ਼ੀ ਬਹੁਤ ਉੱਥੇ ਬੈਠੇ ਆ, ਅਫਰੀਕਨ ਬਾਕੀ ਲੋਕ ਬਹੁਤ ਬੈਠੇ ਆ। ਉਹਨਾਂ ਨੇ ਕਿਹਾ ਕਿ ਜੇ ਇਹਨਾਂ ਦੇ ਮੂਲ ਨਿਵਾਸੀ ਜਿਹੜੇ ਹੈਗੇ ਆ ਉਹਨਾਂ ਦੀ ਤਾਦਾਦ ਨਹੀਂ ਵਧੂਗੀ ਤਾਂ ਇਹਦਾ ਖਤਰਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਬਹੁਤ ਲੋਕ ਜਿਹੜੇ ਬਾਹਰੋਂ ਮਾਈਗਰੇਟ ਕਰਕੇ ਆ ਗਏ ਆ, ਜਿਹੜੇ ਪ੍ਰਵਾਸ ਕਰਕੇ ਆ ਗਏ। ਉਹਦੇ ਵਿੱਚ ਸਾਡੇ ਇੰਡੀਅਨ ਬਹੁਤ ਹੈਗੇ ਆ, ਉਹਦੇ ਵਿੱਚ ਖਾਸ ਕਰਕੇ ਪੰਜਾਬ ਬਹੁਤ ਅੱਗੇ ਆ ਉਹਦੇ ਤੋਂ। ਔਰ ਪੰਜਾਬ ਦੇ ਲੋਕਾਂ ਦੀ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਹੈਗੀ ਆ। ਕੇਰਲਾ ਤੋਂ ਵੀ ਹੈਗੇ ਆ, ਮਦਰਾਸ ਤੋਂ ਹੈਗੇ ਆ, ਕਰਨਾਟਕਾ, ਮੱਧ ਪ੍ਰਦੇਸ਼, ਬਾਹਰਲੇ ਸਾਡੇ ਸੂਬੇ ਜਿਹੜੇ ਨੇ ਉਹ ਵੀ ਉੱਥੇ ਪ੍ਰਵਾਸ ਲੈ ਕੇ ਬੈਠੇ ਆ। ਔਰ ਇਹ ਸੁਪਰ ਕੰਟਰੀ ਆ, ਸਾਰਿਆਂ ਲੋਕਾਂ ਦੀ, ਮੁੰਡਿਆਂ ਦੀ ਉਧਰ ਧਿਆਨ ਹੁੰਦਾ ਕਿ ਅਸੀਂ ਉੱਥੇ ਪਹੁੰਚੀਏ।
ਉੱਥੇ ਲਵ ਮੈਰਿਜ ਵੀ ਕਰਵਾ ਲੈਂਦੇ ਆ, ਉੱਥੇ ਉਹਨਾਂ ਦੀਆਂ ਉੱਥੋਂ ਦੀਆਂ ਲੜਕੀਆਂ ਨਾਲ ਵੀ, ਕੁਝ ਆਪਣੀ ਲੜਕੀਆਂ ਨਾਲ ਵੀ। ਉਦੋਂ ਬਾਅਦ ਫਿਰ ਅਣਬਣ ਹੁੰਦੀ ਆ। ਅਣਬਣ ਜਦੋਂ ਹੁੰਦੀ ਆ, ਜਦੋਂ ਉਹ ਕੁੜੀਆਂ ਗਰਭ ਧਾਰਨ ਕਰ ਲੈਂਦੀਆਂ, ਫਿਰ ਉਹਨਾਂ ਨੇ ਜਦੋਂ ਤਲਾਕ ਹੋ ਜਾਂਦਾ, ਫਿਰ ਉਹ ਚਾਹੁੰਦੀਆਂ ਕਿ ਅਸੀਂ ਇਹ ਬੱਚਾ ਨਾ ਰੱਖੀਏ। ਇਹ ਜਿਹੜਾ ਰੌਲਾ ਹੈਗਾ, ਇਹਦੇ ਵਿੱਚ ਜਿਹੜਾ ਤਲਾਕ ਦੇ ਨਾਲ, ਡਿਵੋਰਸ ਦੇ ਨਾਲ ਹੁੰਦਾ ਸੀਗਾ, ਕੁਝ ਲੜਾਈ ਝਗੜੇ ਵੀ ਹੁੰਦੇ ਆ। ਕਈ ਜਿਹੜੀ ਹੈਗੀਆਂ, ਕਈ ਜੌਬ 'ਚ ਵੀ ਆ ਜਾਂਦੇ ਆ ਕਿ ਜੌਬ ਦੇ ਵਿੱਚ ਆਉਂਦੇ ਆ, ਜੇ ਬੱਚਾ ਨਾ ਪੈਦਾ ਕਰੀਏ, ਜੇ ਗਲਤੀ ਨਾਲ ਬੱਚਾ ਗਰਭ ਧਾਰਨ ਹੁੰਦਾ ਤਾਂ ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹਨੂੰ ਇਹਦੇ ਨਾਲ ਦਵਾਈ ਨਾਲ ਗਰਭ ਰੋਕ ਲੈਂਦੀਆਂ। ਔਰ ਇਹ ਖਾਸ ਤੌਰ 'ਤੇ ਅਸੀਂ ਸੋਚੀਏ ਤਾਂ ਇੰਡੀਆ 'ਚ ਵੀ ਰਿਹਾ ਹੈਗਾ। ਇੰਡੀਆ 'ਚ ਵੀ ਜਦੋਂ ਹੈਗਾ ਸੀਗਾ, ਉਹਦੇ ਵਿੱਚ ਪਹਿਲਾਂ ਤਾਂ ਚੈੱਕ ਹੀ ਕਰਾਉਂਦੇ ਸੀ। ਇਹਦੇ ਵਿੱਚ ਸਾਡੇ ਇੰਡੀਆ 'ਚ ਤਾਂ ਕੁੜੀਆਂ ਨੂੰ ਜਿਹੜਾ ਸੀ ਉਹਦਾ ਗਰਭ ਧਾਰਨ ਜਿਹੜਾ ਹੁੰਦਾ ਸੀ, ਪਤਾ ਲੱਗਦਾ ਸੀਗਾ, ਉਹ ਭਰੂਣ ਜਿਹੜਾ ਉਹ ਕਰ ਦਿੰਦੇ ਸੀ, ਗਰਭ ਦਾ ਰੋਕ ਲੈਂਦੇ ਸੀਗੇ। ਔਰ ਉਹ ਬੜਾ ਰਿਹਾ। ਉਹਦੇ 'ਤੇ ਫਿਰ ਸਖਤੀ ਵਰਤੀ ਗੌਰਮੈਂਟ ਨੇ। ਜਿਹੜੀ ਸਾਡੀ ਮੈਡੀਕਲ ਕੌਂਸਲ ਆ ਉਹਦੇ ਵੱਲੋਂ ਹਦਾਇਤਾਂ ਆਈਆਂ, ਔਰ ਉਹਦੇ ਬਾਅਦ ਜਿਹੜਾ ਵੈਲਫੇਅਰ ਕੌਂਸਲ ਆ ਉਹਦੇ ਵੱਲੋਂ ਆਈਆਂ। ਇੰਡੀਆ 'ਚ ਤੇ ਇਹ ਕਾਫੀ ਰੋਕ ਲੱਗੀ ਆ। ਔਰ ਉਹ ਪਹਿਲਾਂ ਤਾਂ ਹੁੰਦਾ ਸੀਗਾ ਕਿ ਮੁੰਡੇ ਛੜੇ ਰਹਿੰਦੇ ਰਹੇ ਆ, ਕੁੜੀਆਂ ਦੀ ਘਾਟ ਸੀਗੀ ਪੰਜਾਬ ਵਿੱਚ ਖਾਸ ਕਰਕੇ। ਬਹੁਤਾ ਦੇਰ ਤਾਂ ਹੈਗਾ ਕੁੜੀਆਂ ਮਾਰ ਵੀ ਦਿੰਦੇ ਰਹੇ ਆ, ਉਹ ਜ਼ਮਾਨਾ ਰਿਹਾ ਪੁਰਾਣਾ। ਔਰ ਉਹਦੇ ਵਿੱਚ ਹੁੰਦਾ ਵੀ ਕੋਈ ਸਾਡੀ ਜ਼ਮੀਨ ਦੂਜੇ ਪਾਸੇ ਨਾ ਚੱਲ ਜੇ, ਸਾਡਾ ਜਿਹੜਾ ਸਾਨਣ ਲਾਊਗਾ ਉਹ ਜ਼ਮੀਨ ਨਾ ਲੈ ਜੇ, ਕੁੜੀ ਨਾ ਲੈ ਜੇ, ਔਰ ਕੁੜੀਆਂ ਮਾਰ ਦਿੰਦੇ ਰਹੇ ਆ। ਔਰ ਉਹਦੇ ਵਿੱਚ ਜਿਹੜੀਆਂ ਕੁੜੀਆਂ ਦੀ ਤਾਦਾਦ ਘੱਟ ਗਈ ਸੀ, ਔਰ ਬਹੁਤ ਜ਼ਿਆਦਾ ਵਿਆਹ ਜਿਹੜੇ ਪੰਜਾਬ ਤੋਂ ਪੂਰਬ ਦੇ ਜਿਹੜੇ ਪ੍ਰਦੇਸ਼ ਨੇ ਉਹਨਾਂ ਵਿੱਚ, ਯੂਪੀ, ਬਿਹਾਰ ਤੋਂ ਮੱਧ ਪ੍ਰਦੇਸ਼, ਉੱਥੋਂ ਜਿਹੜਾ ਵਿਆਹ ਕੇ ਆਉਂਦੇ ਸੀ। ਇਹ ਜ਼ਮਾਨਾ ਬਹੁਤ ਪੁਰਾਣਾ ਸੀ। ਪਰ ਇਸ ਵੇਲੇ ਹੁਣ ਇਹ ਠੱਲ ਪੈ ਗਈ ਆ, ਕਿਉਂਕਿ ਅਸੀਂ ਕਿਹਾ ਕਿ ਮੁਕਾਬਲਤਨ ਅਮਰੀਕਾ ਦੇ ਲਿਹਾਜ਼ ਨਾਲ ਅਸੀਂ ਆਪਣੇ ਵੀ ਦੇਸ਼ ਦੀ ਗੱਲ ਕਰੀਏ ਕਿ ਆਪਣੇ ਦੇਸ਼ ਵਿੱਚ ਵੀ ਇਹ ਰਹੀ ਆ, ਪਰ ਅਮਰੀਕਾ ਦੇ ਵਿੱਚ ਜਦੋਂ ਇਹ ਪ੍ਰਚਲਨ ਹੋ ਗਿਆ, ਜਦੋਂ ਸ਼ੁਰੂਆਤ ਹੋ ਗਈ ਆ, ਪ੍ਰਚਲਿਤ ਹੋ ਗਿਆ, ਉਹਦੇ ਵਿੱਚ ਬੜੇ ਆਲੋਚਕਾਂ ਨੇ ਇਹਦੇ 'ਤੇ ਵਿਰੋਧਤਾ ਕੀਤੀ ਹੈ ਕਿ ਇਹ ਮਸਲਾ ਨਹੀਂ ਸੀ ਹੋਣਾ ਚਾਹੀਦਾ। ਕਿਉਂਕਿ ਜਦੋਂ ਆ ਰਹੇ ਆ, ਜਾਂ ਤਾਂ ਫਿਰ ਗਰਭ ਧਾਰਨ ਨਾ ਕਰੋ, ਜੇ ਹੁੰਦਾ ਤਾਂ ਉਹਨੂੰ ਡ੍ਰੌਪ ਨਾ ਕਰੋ, ਉਹਦੇ 'ਚ ਨਾ ਉਹਨੂੰ ਉੱਤੇ ਰੋਕ ਲਾਈ ਜਾਵੇ। ਔਰ ਇਹਦੇ 'ਤੇ ਵਾਈਟ ਹਾਊਸ 'ਚ ਵੀ ਹੋ ਗਈ ਆ, ਉਹ 'ਚੋਂ ਖੁੱਲ੍ਹ ਮਿਲ ਗਈ ਆ। ਔਰ ਉਹਦੇ ਵਿੱਚ ਜਿਹੜੀ ਮੰਤਰੀ ਮੰਡਲ ਦੀ ਉਹਦੇ ਵਿੱਚ ਸਲਾਹਕਾਰ ਬੋਰਡ ਆ, ਉਹਨੇ ਕਹਿ ਦਿੱਤਾ ਕਿ ਇਹ ਓਕੇ ਹੈਗਾ, ਇਹ 'ਤੇ ਖੁੱਲ੍ਹ ਮਿਲ ਗਈ ਆ। ਹੁਣ ਦੇਖੋ ਉੱਥੋਂ ਦੀ ਜਿਹੜੀ ਪਾਪੂਲੇਸ਼ਨ ਘੱਟ ਜੂਗੀ, ਉਹਦੇ ਵਿੱਚ ਅਸੀਂ ਇਸੇ ਕਰਕੇ ਪਾਪੂਲੇਸ਼ਨ 'ਚ ਅੱਗੇ ਆ ਗਏ। ਇਸੇ ਕਰਕੇ ਹੈਗਾ ਕਿ ਅੱਗੇ ਤੇ ਜਿਹੜਾ ਗਰਭਪਾਤ ਹੋ ਜਾਂਦਾ ਸੀਗਾ, ਕੁੜੀਆਂ ਨੂੰ ਮਾਰ ਦਿੰਦੇ ਸੀ ਜਾਂ ਨਹੀਂ ਚਾਹੀਦਾ, ਅਸੀਂ ਫਿਰ 2 ਜਾਂ 3 ਬੱਚੇ ਹੋ ਗਏ। ਉਹਦੇ ਬਾਵਜੂਦ ਵੀ ਅਸੀਂ ਫਿਰ ਵੀ ਚਾਈਨਾ ਤੋਂ ਅੱਗੇ ਨਿਕਲ ਗਏ। ਜਦੋਂ ਕਿ ਅਸੀਂ 2 ਜਾਂ 3 ਬੱਚੇ ਆ ਗਿਆ ਸੀ, ਵੈਲਫੇਅਰ ਜਿਹੜੀਆਂ ਹੈਗੀ ਸੀ ਉਹਨਾਂ ਨੇ, ਕਮੇਟੀਆਂ ਨੇ ਕਰ ਦਿੱਤਾ ਸੀਗਾ। ਔਰ ਉਹ ਕਾਂਗਰਸ ਦੇ ਵੇਲੇ ਤੇ ਬੜੇ ਇਸ ਤਰ੍ਹਾਂ ਦਾ ਕੀਤਾ ਗਿਆ ਕਿ ਗਰਭ ਰੋਕੂ ਮਤੇ ਵੀ ਹੋਏ ਔਰ ਬੜਾ ਕੁਝ ਹੋਇਆ। ਔਰ ਆ ਜਿਹੜਾ ਮਸਲਾ ਹੈਗਾ ਇਸ ਵੇਲੇ, ਇਹ ਬਿਲਕੁਲ ਬਹੁਤ ਵੱਡਾ ਚਰਚਾ ਦਾ ਵਿਸ਼ਾ ਬਣ ਗਿਆ ਪੂਰੇ ਵਿਸ਼ਵ ਵਿੱਚ। ਬਿਲਕੁਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਅਸੀਂ ਦੇਖਦੇ ਹਾਂ ਜੋ ਅਮਰੀਕਾ ਦੇ ਵਿੱਚ ਘਟਨਾ ਘਟਦੀਆਂ ਨੇ, ਪੂਰੀ ਦੁਨੀਆ ਉਹਨੂੰ ਫੋਲੋ ਕਰਦੀ ਹੈ। ਬਿਲਕੁਲ ਪੂਰੀ ਦੁਨੀਆ ਉਸ ਸੋਚ ਦੇ ਮੁਤਾਬਿਕ ਤੁਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਕਰਕੇ ਇੱਕ ਤਰ੍ਹਾਂ ਨਾਲ ਕਹਿੰਦੇ ਨੇ ਕਿ ਸਭ ਅਮਰੀਕਾ ਦੀ ਨਕਲ ਕਰਦੇ ਨੇ, ਚਾਹੇ ਪਹਿਰਾਵਾ ਹੋਵੇ, ਚਾਹੇ ਖਾਣਾ ਪੀਣਾ ਹੋਵੇ, ਚਾਹੇ ਲਾਈਫ ਸਟਾਈਲ ਹੋਵੇ। ਸੋ ਅੱਜ ਕੱਲ੍ਹ ਅਮਰੀਕਨਾਈਜੇਸ਼ਨ ਹੋ ਰਿਹਾ ਹੈ, ਜਿਹਨੂੰ ਅਸੀਂ ਗਲੋਬਲਾਈਜੇਸ਼ਨ ਕਹਿੰਦੇ ਹਾਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਜ਼ਾਹਿਰ ਤੌਰ 'ਤੇ ਪੂਰੀ ਦੁਨੀਆ ਦੇ ਉੱਤੇ ਅਸਰ ਪਾਉਣਗੀਆਂ। ਹੁਣ ਦੇਖੋ ਇਹਦਾ ਨਤੀਜਾ ਕੀ ਨਿਕਲਦਾ ਹੈ ਕਿ ਇੱਕ ਪਾਸੇ ਕੋਰਟ ਦੇ ਆਰਡਰਸ ਨੇ, ਦੂਸਰੇ ਉੱਤੇ ਪਬਲਿਕ ਦਾ ਪ੍ਰੈਸ਼ਰ ਹੈ। ਇਸ ਕਰਕੇ ਪੋਲੀਟੀਕਲ ਡਿਸੀਜਨਸ ਵੀ ਹੁੰਦੇ ਨੇ, ਪੋਲੀਟੀਕਲ ਪ੍ਰੈਸ਼ਰਸ ਵੀ ਹੁੰਦੇ ਨੇ, ਕਿਉਂਕਿ 2024 ਦੀਆਂ ਇਲੈਕਸ਼ਨਸ ਵੀ ਸਿਰ ਤੇ ਨੇ। ਉਸ ਨੂੰ ਦੇਖਦੇ ਹੋਏ ਵੀ ਕਰ ਲਈ ਹੈ, ਲੋਕਾਂ ਨੂੰ ਖੁਸ਼ ਕਰ ਲਈ ਵੀ ਹੈਗਾ। ਪਰ ਇਹਦੇ ਨਾਲ ਦੂਜੇ ਪਾਸੇ ਉਹਦੇ ਉਲਟ ਵੀ ਹੋਇਆ। ਕੁਝ ਲੋਕ ਜਿਹੜੇ ਹੈਗੇ ਆ ਇਹਦੇ 'ਤੇ ਵਿਰੋਧ ਵੀ ਕੀਤਾ ਲੋਕਾਂ ਨੇ, ਪਰ ਜ਼ਿਆਦਾਤਰ ਜਿਹੜੀ ਇਹਦੇ ਵਿੱਚ ਨਫਰੀ ਹੈਗੀ ਆ ਉਹ ਖੁਸ਼ ਹੀ ਹੋਏ ਆ। ਇਸ ਕਰਕੇ ਤੁਹਾਡੀ ਗੱਲ ਸਹੀ ਹੈ। ਇਲੈਕਸ਼ਨ ਆਉਣ ਨਾਲ ਵੀ ਇੱਦਾਂ ਦੇ ਜਿਹੜੇ ਆ ਸਹੂਲਤਾਂ ਜਾਂ ਮੰਨ ਲਓ ਇੱਦਾਂ ਦੇ ਡਿਸੀਜਨ ਹੁੰਦੇ ਆ ਕਿ ਸਾਰੇ ਲੋਕ ਜਿਹੜੇ ਹੈਗਾ ਉਸ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਵੱਲ ਨੂੰ ਥੋੜ੍ਹਾ ਜਿਹਾ ਖਿੱਚੇ ਜਾਣ। ਬਿਲਕੁਲ ਸਹੀ ਗੱਲ ਹੈ ਬਲਕਾਰ ਜੀ। ਹੁਣ ਆਪਾਂ ਅਗਲੇ ਵਿਸ਼ੇ ਵੱਲ ਚੱਲਦੇ ਹਾਂ। ਜ਼ਰੂਰ। ਭਾਰਤ ਤੇ UAE ਦਾ ਇੱਕ ਮਸਲਾ ਹੈ, ਕਿਉਂਕਿ ਅਸੀਂ ਜਾਣਦੇ ਹਾਂ ਅਸੀਂ ਅਰਬ ਕੰਟਰੀਜ਼ ਤੋਂ ਵੀ ਲੈਂਦੇ ਹਾਂ ਤੇਲ ਕੱਚਾ, ਅਸੀਂ ਰਸ਼ੀਆ ਤੋਂ ਵੀ ਲੈਂਦੇ ਹਾਂ ਤੇਲ ਕੱਚਾ, ਪਰ ਸਪਲਾਈ 'ਚ ਕਿਤੇ ਨਾ ਕਿਤੇ ਔਕੜਾਂ ਆ ਰਹੀਆਂ ਨੇ, ਕਿਉਂਕਿ ਰਸ਼ੀਆ ਯੁੱਧ ਦੇ ਵਿੱਚ ਉਲਝਿਆ ਹੋਇਆ। ਇੱਧਰ ਵੀ ਸਪਲਾਈ ਦੇ ਵਿੱਚ ਪੇਮੈਂਟਸ ਨੂੰ ਲੈ ਕੇ ਵੀ ਕਈ ਵਾਰ ਚੱਕਰ ਪੈ ਜਾਂਦਾ ਹੈ। ਹੋਇਆ ਕੀ ਕਿ ਅਮਰੀਕਨ ਡਾਲਰਸ ਦੇ ਮੁਕਾਬਲੇ ਅਸੀਂ ਆਪਣੀ ਕਰੰਸੀ ਦੇ ਵਿੱਚ ਪੈਸਾ ਦੇਣਾ ਚਾਹੁੰਦੇ ਹਾਂ, ਔਰ ਰਸ਼ੀਆ ਕਹਿੰਦਾ ਕਿ ਸਾਡੇ ਕੋਲ ਆਲਰੇਡੀ ਰੁਪਈਆ ਬਹੁਤ ਹੈ, ਪਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹਦੀ ਇੰਨੀ ਬੁੱਕਤ ਨਹੀਂ ਪੈਂਦੀ, ਇੰਨੀ ਵੈਲਿਊ ਨਹੀਂ ਹੁੰਦੀ। ਇਸ ਕਰਕੇ ਤੁਸੀਂ ਸਾਨੂੰ ਸਾਡੀ ਕਰੰਸੀ ਵਿੱਚ ਜਾਂ ਕਿਸੇ ਹੋਰ ਕਰੰਸੀ ਵਿੱਚ ਪੇਮੈਂਟਸ ਕਰੋ। ਚੀਨ ਨੇ ਇੱਕ ਤਰ੍ਹਾਂ ਨਾਲ ਸਾਫ਼ ਹੀ ਕਹਿ ਦਿੱਤਾ ਕਿ ਚੀਨੀ ਕਰੰਸੀ ਦੇ ਵਿੱਚ ਪੇਮੈਂਟ ਕੀਤੀ ਜਾਵੇ, ਪਰ ਇੰਡੀਆ ਕਹਿੰਦਾ ਕਿ ਸਾਡੇ ਵਾਸਤੇ ਦਿੱਕਤ ਹੈ, ਇਸ ਕਰਕੇ ਅਸੀਂ ਚੀਨੀ ਕਰੰਸੀ ਦੇ ਵਿੱਚ ਨਹੀਂ ਦੇ ਸਕਦੇ ਤੁਹਾਨੂੰ ਪੇਮੈਂਟ। ਹੁਣ ਕੁੱਲ ਮਿਲਾ ਕੇ ਫਿਰ ਇੱਕ ਸਥਿਤੀ ਬਣੀ ਹੋਈ ਹੈ ਕਿ ਕਿਸ ਤਰ੍ਹਾਂ ਦੀ ਕਰੰਸੀ ਦੇ ਵਿੱਚ ਪੇਮੈਂਟ ਕਰੀਏ ਕੱਚੇ ਤੇਲ ਦੀ, ਪਰ ਫਿਰ ਕਹਿੰਦੇ ਨੇ ਕਿ ਆਪਣੀ ਕਰੰਸੀ ਦੇ ਵਿੱਚ ਤੁਸੀਂ ਸਾਡੇ ਨਾਲ ਇਹ ਡੀਲਿੰਗਸ ਕਰ ਸਕਦੇ ਹੋ। ਇਸ ਦੇ ਉੱਤੇ ਹੁਣ ਸਹਿਮਤੀ ਬਣੀ ਹੈ। ਹਾਂ, ਇਹ ਫੈਸਲਾ ਹੁਣੇ ਹੋਇਆ
ਇਹ ਆਬੂ ਧਾਬੀ ਦੇ ਵਿੱਚ ਹੈ, ਜਿਹੜੇ ਉੱਥੋਂ ਦੇ ਰਾਸ਼ਟਰਪਤੀ ਨੇ ਉਹਨਾਂ ਨਾਲ ਆਪਣੇ ਪ੍ਰਧਾਨ ਮੰਤਰੀ ਦੀ ਗੱਲ ਹੋਈ ਆ, ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਕਿ ਆਪੋ ਆਪਣੀ ਕਰੰਸੀ ਜਿਹੜੀ ਆ ਉਹਦੇ ਨਾਲ ਹੀ ਵਪਾਰ ਹੋ ਸਕਦਾ, ਨਹੀਂ ਤਾਂ ਉਹਦੇ ਵਿੱਚ ਜਿੱਦਾਂ ਦਿਨਾਰ ਨੇ ਉਹ ਜਿਹੜੇ ਪੈਸੇ ਨੇ ਉਹਨਾਂ ਨੂੰ ਫਿਰ ਹਾਂ ਉਹਦੇ ਵਿੱਚ ਬਦਲਣਾ ਪੈਂਦਾ ਸੀ ਪੈਸਿਆਂ ਨੂੰ, ਔਰ ਉਹ ਬਦਲਣ ਨਾਲ ਆਪਣਾ ਜਿਹੜਾ ਘਾਟੇ 'ਚ ਵੀ ਜਾਂਦੇ ਸੀ ਆਪਾਂ, ਕਿਉਂਕਿ ਉਹਦਾ ਜਿਹੜਾ ਰੇਟ ਜ਼ਿਆਦਾ ਸੀਗਾ ਮਾਰਕੀਟ ਦੇ ਵਿੱਚ, ਸਾਡਾ ਰੁਪਈਆ ਸਸਤਾ ਸੀਗਾ। ਪਰ ਹੁਣ ਇਹਨਾਂ ਨੇ ਆਪੋ ਆਪਣੀ ਕਰੰਸੀ ਨਾਲ ਵੇਚਣ ਦਾ ਵਧੀਆ ਡਿਸੀਜਨ ਲੈ ਲਿਆ। ਪਰ ਇਹਦੇ ਵਿੱਚ ਇਹਨਾਂ ਨੇ ਕਿਹਾ ਗਾ ਕਿ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੋਊਗਾ, ਇਹਦੇ ਵਿੱਚ ਦਵੱਲੇ ਸੰਬੰਧ ਵੀ ਜਲਦੇ ਪਰਪੱਕ ਹੋਣਗੇ ਔਰ ਵਪਾਰ ਦੇ ਵਿੱਚ ਵੀ ਬਹੁਤ ਵੱਡੀ ਤੇਜ਼ੀ ਆਊਗੀ। ਔਰ ਜਿਹੜੀਆਂ ਚੀਜ਼ਾਂ ਜਿੱਦਾਂ ਤੁਸੀਂ ਦੱਸਿਆ ਉਦੋਂ ਤੇਲ ਵੀ ਆ ਰਿਹਾ, ਸਮਾਨ ਵੀ ਆ ਰਿਹਾ, ਨਿਰਯਾਤ ਦਾ ਜਿਹੜਾ ਫੈਸਲਾ ਸੀਗਾ ਚੀਜ਼ਾਂ ਦਾ ਤੇ ਲਓ ਉਹ ਵੀ ਫੈਸਲਾ ਹੈਗਾ, ਔਰ ਉਹ 'ਚੋਂ ਚੀਜ਼ਾਂ ਲੈ ਕੇ ਵਟਾਂਦਰਾ ਵੀ ਹੋ ਸਕਦਾ, ਕੈਸ਼ ਵੀ ਜਾ ਸਕਦਾ। ਹੁਣ ਉਹਨਾਂ ਨੇ ਆਪਣੀਆਂ ਉੱਥੋਂ ਦੀਆਂ ਜਿਹੜੀਆਂ ਲੋਕਲ ਬੈਂਕਾਂ ਨੇ, ਇੰਡੀਆ ਨੇ ਆਪਣੀ ਬੈਂਕਾਂ ਨੂੰ ਇਹ ਹਦਾਇਤ ਕਰ ਦਿੱਤੀ ਹੈ ਕਿ ਜਿਹੜਾ ਵੀ ਪੈਸਾ ਆਊਗਾ, ਜੋ ਵੀ ਪੈਸਾ ਉਹਨਾਂ ਦੇ ਆਨਲਾਈਨ ਜਾਂ ਗੂਗਲ ਪੇਮੈਂਟ ਦੇ ਰਾਹੀਂ ਆਊਗਾ, ਕੋਈ ਚੀਜ਼ ਖਰੀਦਣ ਨਾਲ ਉਹਨੂੰ ਐਕਸੈਪਟ ਕਰਨਾ ਪਊਗਾ। ਉਹਦੇ ਵਿੱਚ ਇਹ ਨਹੀਂ ਕਹੂਗਾ ਕਿ ਤੁਸੀਂ ਇਹਨੂੰ ਟ੍ਰਾਂਸਫਰ ਕਰਕੇ ਕਨਵਰਟ ਕਰਕੇ ਇਸ ਕਰੰਸੀ ਵਿੱਚ ਲੈ ਆਓ। ਇਹ ਹਦਾਇਤਾਂ ਜਾਰੀ ਹੋ ਗਈਆਂ ਕੱਲ੍ਹ ਤੋਂ, ਔਰ ਇਹਦੇ ਵਿੱਚ ਇਹ ਹੈਗਾ ਕਿ ਸਾਡੇ ਨਾਲ ਜਿਹੜੀ ਆਰਥਿਕ ਸਥਿਤੀ ਜਿਹੜੀ ਹੈਗੀ ਸਾਡੀ ਕੁਝ ਥੋੜ੍ਹੀ ਪਛੜੀ ਪਈ ਸੀ, ਇਹ ਥੋੜ੍ਹਾ ਜਿਹਾ ਇਹਨੂੰ ਹੁਲਾਰਾ ਆਊਗਾ। ਇਸ ਕਰਕੇ ਹੋਊਗਾ ਕਿ ਜਿਹੜੇ ਸਾਡੇ ਨੌਜਵਾਨ ਨੇ, ਜਿਹੜੇ ਬੇਰੁਜ਼ਗਾਰ ਨੇ, ਉਹ ਵੀ ਇਹਦੇ ਵਿੱਚ ਕੰਪਨੀਆਂ 'ਚ ਕੰਮ ਕਰ ਸਕਦੇ ਨੇ। ਔਰ ਕੰਪਿਊਟਰ 'ਤੇ ਆਨਲਾਈਨ ਮੁੰਡੇ ਕੁੜੀਆਂ ਅੱਜ ਕੱਲ੍ਹ ਕੰਪਿਊਟਰ ਬਹੁਤ ਵਧੀਆ ਚਲਾ ਰਹੇ, ਬਹੁਤ ਵਧੀਆ ਸਿੱਖ ਰਹੇ ਆ, ਜਾਂ ਉਹਨਾਂ ਨੂੰ ਪਤਾ ਵੀ ਹੈਗਾ। ਔਰ ਅਜੇ ਹਾਲਾਂਕਿ ਉਹਨਾਂ ਕੰਟਰੀਆਂ ਦੇ ਵਿੱਚ ਇੰਨੇ ਐਡਵਾਂਸ ਨਹੀਂ ਜਿੰਨੇ ਇੰਡੀਆ ਦੇ ਵਿੱਚ ਜਿਹੜੀ ਮਾਡਰਨ ਟੈਕਨੋਲੋਜੀ ਨਾਲ ਜੁੜ ਗਏ, ਔਰ ਉਹ ਚਾਹ ਰਹੇ ਨੇ ਕਿ ਵਪਾਰ ਜਿਹੜਾ ਹੈਗਾ ਆਨਲਾਈਨ ਵੀ ਹੋਊਗਾ। ਆਰਡਰ ਜਿਹੜੇ ਆਨਲਾਈਨ ਹੁੰਦੇ, ਜੋ ਉਹਨਾਂ ਦੀ ਕੰਪਨੀ ਚਾਹੁੰਦੀਆਂ, ਜੋ ਲੋਕ ਚਾਹੁੰਦੇ ਆ, ਇੱਥੋਂ ਹੀ ਹੋਊਗਾ। ਫਿਰ ਸਾਡੇ ਜਿਹੜੇ ਵੱਡੇ ਜਿਹੜੇ ਜਹਾਜ਼ ਨੇ ਉਹ ਜਾਂਦੇ ਆ ਢੋਆਈ ਲਈ, ਔਰ ਉੱਥੋਂ ਦੇ ਬੰਦਰਗਾਹ ਲਈ ਵੀ ਜਾਂਦੇ, ਸ਼ਿਪ ਵੀ ਜਾ ਰਹੇ ਆ, ਔਰ ਸਾਰਾ ਸਮਾਨ ਜਿਹੜਾ ਹੈ ਆਵਾਜਾਈ ਦੇ ਸਾਧਨਾਂ ਨੂੰ ਵੀ ਖੋਲ੍ਹ ਦੇ ਦਿੱਤੀ ਉਹਨਾਂ ਨੇ ਕਿ ਉਹ ਵੀ ਆ ਜਾਣਗੇ, ਉਹਨਾਂ 'ਤੇ ਕੋਈ ਇਸ ਤਰ੍ਹਾਂ ਦਾ ਟੈਕਸ ਵੀ ਨਹੀਂ ਲੱਗੂਗਾ। ਔਰ ਇਹ ਯੂਏ ਦੇ ਜਿਹੜੀ ਜਿਹਨੂੰ ਅਸੀਂ ਸੰਯੁਕਤ ਅਰਬ ਅਮੀਰਾਤ ਦਾ ਨਾਂ ਦਿੰਦੇ ਹਾਂ, ਜਿਹਦੇ ਵਿੱਚ ਸਾਰੇ ਦੇਸ਼ ਬਹੁਤ ਇਕੱਠੇ ਇਹਨਾਂ ਦੇ, ਜਿਸ 'ਚ ਅਰਬ ਕੰਟਰੀ ਦੇ ਸਾਰੇ ਦੇਸ਼ ਹੈ, ਇਹ ਸਾਰਿਆਂ ਨੂੰ ਇਹਨਾਂ ਨੇ ਕਹਿਤਾ ਕਿ ਸਾਰਿਆਂ ਦੇ ਵਿੱਚ ਇਹ ਤੁਹਾਨੂੰ ਸਵੀਕਾਰ ਕਰਨਾ ਪਊਗਾ, ਤੇ ਸਾਰਿਆਂ ਨੂੰ ਸਹਿਮਤ ਹੋਣਾ ਪਊਗਾ। ਔਰ ਇਹ ਫੈਸਲਾ ਸਾਡਾ ਜਿਹੜੇ ਪ੍ਰਧਾਨ ਮੰਤਰੀ ਨੇ ਤੇ ਉਹਨਾਂ ਦੇ ਜਿਹੜੇ ਰਾਸ਼ਟਰਪਤੀ ਆ, ਉਹਨਾਂ ਨੇ ਦੋਵਾਂ ਮਿਲ ਕੇ ਕਰ ਲਿਆ ਹੈਗਾ। ਇਹ ਡਿਸੀਜਨ ਜਿਹੜਾ ਹੈਗਾ, ਇਹਦੇ ਵਿੱਚ ਜਿਹੜੀ ਵਪਾਰਕ ਸਥਿਤੀ ਆ ਉਹ ਬਿਲਕੁਲ ਜਿਹੜੀ ਡਾਵਾਂਡੋਲ ਸੀ ਉਹ ਪਰਪੱਕ ਹੋ ਜਾਊਗੀ। ਔਰ ਉਹਦੇ ਵਿੱਚ ਜੇ ਅਸੀਂ ਉਹਨਾਂ ਦੇਸ਼ਾਂ ਕੋਲ ਬਹੁਤ ਚੀਜ਼ਾਂ ਹੈਗੀਆਂ, ਹਾਲਾਂਕਿ ਤੇਲ ਦਾ ਤਾਂ ਇੰਨੀ ਬਹੁਤ ਤਾਕਤ ਉਹਨਾਂ ਕੋਲ, ਸਾਡੇ ਕੋਲ ਤੇਲ ਇੰਨਾ ਨਹੀਂ ਹੈਗਾ, ਉਹਦੇ ਵਿੱਚ ਥੋੜ੍ਹਾ ਜਿਹਾ ਹਲਾਰਾ ਮਿਲੂਗਾ, ਤੇਲ ਸਸਤਾ ਵੀ ਹੋਊਗਾ। ਔਰ ਉਹਦੇ ਵਿੱਚ ਜਿਸ ਤਰ੍ਹਾਂ ਹੁਣ ਹਰਿਆਣੇ 'ਚ ਤੇਲ ਮਹਿੰਗਾ ਹੋਇਆ, ਸਾਡੇ 'ਚ ਉਹ ਜਿਹੜੀਆਂ ਗੱਡੀਆਂ ਗੁੱਡੀਆਂ ਇੱਧਰ ਵੀ ਆ ਸਕਦੀਆਂ, ਮਹਿੰਗਾ ਹੋਣ ਕਰਕੇ ਚੰਡੀਗੜ੍ਹ ਕ੍ਰਾਸ ਕਰਕੇ ਲੋਕ ਇੱਧਰ ਵੀ ਆਉਣਗੇ, ਕਿਉਂਕਿ ਇੱਧਰ ਜਿਹੜੇ ਪੈਟਰੋਲ ਪੰਪ ਉਹਨਾਂ ਦੀ ਵਿਕਰੀ ਵੀ ਜ਼ਿਆਦਾ ਹੋ ਜੂਗੀ। ਇਹੀ ਸਾਡੇ ਪੜੋਸੀ ਦੇਸ਼ਾਂ ਦੇ ਵਿੱਚ ਹੈਗਾ। ਜਦੋਂ ਕਿਸੇ ਦੇਸ਼ ਦੇ ਵਿੱਚ, ਹੁਣ ਪਾਕਿਸਤਾਨ 'ਚ ਮਹਿੰਗਾ ਹੈਗਾ, ਜਦੋਂ ਇੱਧਰੋਂ ਆਉਂਦੇ ਆ, ਜਦੋਂ ਘੁੰਮਣ ਫਿਰਨ ਆਉਂਦੇ, ਇੱਧਰੋਂ ਤੇਲ ਨਾਲ ਟੈਂਕੀਆਂ ਭਰਾ ਕੇ ਜਾਂਦੇ ਆ। ਉਹ ਇਹੀ ਹੁੰਦਾ, ਜੋ ਉੱਧਰ ਸਸਤਾ ਅਸੀਂ ਉੱਧਰੋਂ ਲੈ ਕੇ ਆਉਂਦੇ ਹਾਂ। ਉੱਧਰ ਫਰੂਟ, ਡਰਾਈ ਫਰੂਟ ਬਹੁਤ ਸਸਤਾ ਵੀ ਹੈਗਾ, ਔਰ ਕੱਪੜੇ ਬਹੁਤ ਅੱਛੇ ਹੈ, ਸ਼ੂਜ਼ ਬਹੁਤ ਅੱਛੇ ਆ, ਹੈ ਨਾ। ਉਹਦੇ ਵਿੱਚ ਚੁੰਨੀਆਂ, ਗੋਟੇ ਦੀਆਂ ਚੁੰਨੀਆਂ ਜਿਹੜੀਆਂ ਢਾਕੇ ਦੀ ਮਲਮਲ, ਇੱਦਾਂ ਦੀਆਂ ਚੀਜ਼ਾਂ ਸਾਰੇ ਦੇਸ਼ਾਂ ਨਾਲ ਇਹ ਸੰਬੰਧ ਵੀ ਚੰਗੇ ਹੁੰਦੇ ਆ। ਚੀਜ਼ਾਂ ਉਹ ਪਾ ਕੇ ਅਸੀਂ ਖੁਸ਼ ਵੀ ਹੁੰਦੇ ਆ। ਇਸ ਕਰਕੇ ਇਹ ਤਕੜਾ ਜਿਹੜਾ ਪਰਿਵਾਰ ਦੇ ਵਿੱਚ, ਦੋਵਾਂ ਪਰਿਵਾਰਾਂ ਦੇ ਵਿੱਚ ਸਾਂਝਵਾਲ ਦਾ ਹਿੱਸਾ ਬਣਾਇਆ ਇਹਨਾਂ ਨੇ। ਔਰ ਪਰਿਵਾਰ ਦੇ ਨਾਲ ਤਾਂ ਹੈ ਹੀ ਆ, ਵਪਾਰ ਦੀ ਜਿਹੜੀ ਸਥਿਤੀ ਆ ਉਹ ਬਿਲਕੁਲ ਮਜ਼ਬੂਤ ਹੋ ਜੂਗੀ, ਬਿਲਕੁਲ ਮਜ਼ਬੂਤ ਹੋ ਜਾਏਗੀ। ਔਰ ਇਹਦੇ ਵਿੱਚ ਇੱਕ ਚੀਜ਼ ਵੀ ਹੈ ਜੋ ਅਮਰੀਕਾ ਦਾ ਇੱਕ ਉਹਦੇ ਉੱਤੇ ਕਹਿੰਦੇ ਨੇ ਕਿ ਇੱਕ ਪਾਵਰਫੁਲ ਪੁਆਇੰਟ ਬਣਿਆ ਹੋਇਆ ਕਿ ਅਮਰੀਕਨ ਡਾਲਰ ਦੇ ਵਿੱਚ ਹੀ ਪੂਰੇ ਵਰਲਡ ਦੇ ਵਿੱਚ ਵਪਾਰ ਹੋਣਾ ਹੈ। ਉਹ ਪੁਆਇੰਟ ਦੇ ਉੱਤੇ ਚੋਟ ਪੈ ਰਹੀ ਹੈ, ਕਿਉਂਕਿ ਹੁਣ ਅਮਰੀਕਨ ਡਾਲਰ ਨੂੰ ਸੀਨ ਵਿੱਚੋਂ ਹਟਾਇਆ ਜਾ ਰਿਹਾ ਹੈ। ਸਹੀ ਗੱਲ ਹੈ, ਕਿਉਂਕਿ ਡਾਲਰ ਹਰ ਜਗ੍ਹਾ ਚੱਲਦਾ ਇਹਦਾ। ਅਮਰੀਕਾ ਦਾ ਡਾਲਰ ਕਿਤੇ ਵੀ ਰੁਕਦਾ ਨਹੀਂਗਾ। ਤੁਸੀਂ ਜਿੱਥੇ ਜਾਓਗੇ ਤੁਹਾਡੇ ਕੋਲ ਡਾਲਰ ਹੈਗਾ, ਤੁਸੀਂ ਲੈ ਕੇ ਜੋ ਮਰਜ਼ੀ ਚੀਜ਼ ਖਰੀਦੋਗੇ, ਪਰ ਤੁਹਾਡਾ ਰੁਪਈਆ ਨਹੀਂ ਚੱਲੂਗਾ, ਉਹਦੇ 'ਚ ਕੈਨੇਡੀਅਨ ਨਹੀਂ ਚੱਲੂਗਾ, ਉਹਦੇ ਵਿੱਚ ਤੁਹਾਡੇ ਕੋਲ ਜਿਹੜੇ ਪਾਉਂਡ ਆ ਬ੍ਰਿਟੇਨ ਦੇ ਉਹ ਨਹੀਂ ਚੱਲਣਗੇ। ਅਮਰੀਕਾ ਦਾ ਡਾਲਰ ਹਰ ਜਗ੍ਹਾ ਚੱਲੇਗਾ। ਔਰ ਇਹ ਇੱਕ ਤਰ੍ਹਾਂ ਨਾਲ ਮੋਨੋਪੋਲੀ ਹੈ, ਇਹ ਮੋਨੋਪੋਲੀ ਟੁੱਟਣੀ ਹੈ ਹੁਣ। ਸਹੀ ਗੱਲ। ਹੁਣ ਔਰ ਹਰੇਕ ਜਦੋਂ ਇਹ ਪਿਰਤ ਪੈ ਗਈ, ਹਰੇਕ ਕੰਟਰੀ ਆਪਣੀ ਕਰੰਸੀ ਦੇ ਵਿੱਚ ਵਪਾਰ ਕਰਨਾ ਪਸੰਦ ਕਰੇਗਾ। ਔਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਦੋਂ ਅਸੀਂ ਕਰੰਸੀ ਦਾ ਬਿਜ਼ਨਸ ਕਰਦੇ ਹਾਂ, ਕਿਸ ਕਰੰਸੀ ਦੀ ਕਿੰਨੀ ਵੈਲਿਊ ਹੈ, ਉਸ ਹਿਸਾਬ ਨਾਲ ਉਹਨੂੰ ਖਰੀਦਿਆ ਜਾਂਦਾ, ਵੇਚਿਆ ਜਾਂਦਾ ਹੈ। ਉਹ ਵੈਲਿਊ ਬਣਾ ਕੇ ਹਾਂਜੀ। ਜਦੋਂ ਅਸੀਂ ਬਾਹਰੋਂ ਚੀਜ਼ ਖਰੀਦਦੇ ਆ ਨਾ, ਮੰਨ ਲਓ ਬੂਟ ਹੀ ਲਏ ਆਪਾਂ, ਉਹ ਜੇ ਸਾਨੂੰ $5 ਤੇ ਮਿਲੇ ਆ, ਤਾਂ ਆਪਾਂ ਕਹਿਣਾ ਯਾਰ ਇਹਨੂੰ ਆਪਾਂ ਮਲਟੀਪਲਾਈ ਕਰ ਲੈਣਾ 60 ਨਾਲ, ਵੀ ਸਾਡਾ ਇਹ ਕਿੰਨਾ ਬਣ ਗਿਆ, ਹੈ ਨਾ। ਤਾਂ ਅਸੀਂ ਕਹਿਣਾ ਯਾਰ ਹੋ ਇਹ $300 ਦੇ ਆ, ਉਧਰ $5 ਦੇ ਆ ਗਿਆ। ਇਹ ਥੋੜਾ ਜਿਹਾ ਕੰਪੈਰੀਜ਼ਨ ਬਣਦਾ ਆਪਣੀ ਕੰਟਰੀ ਨਾਲ, ਬਿਲਕੁਲ ਬਣਦਾ ਹੈ। ਔਰ ਜਿਹੜੇ ਲੋਕ ਕਰੰਸੀ ਦੇ ਵਿੱਚ ਖੇਡਦੇ ਨੇ, ਬਿਜ਼ਨਸ ਖੇਡਦੇ ਨੇ, ਜਿਵੇਂ ਸ਼ੇਅਰ ਮਾਰਕੀਟ ਹੈ ਉਵੇਂ ਕਰੰਸੀ ਮਾਰਕੀਟ ਹੈ। ਕਿਸੇ ਮੁਲਕ ਦੀ ਕਰੰਸੀ ਕਿੰਨਾ ਚੱਲ ਰਿਹਾ ਹੈ ਇਸ ਵਕਤ, ਇੰਟਰਨੈਸ਼ਨਲ ਰੇਟ, ਉਹ ਖਰੀਦ ਲਈ
ਜਿਹੜੀ ਵੱਧ ਹੈ ਉਹ ਵੇਚ ਦਿੱਤੀ, ਕੋਈ ਖਰੀਦ ਲਈ, ਕੋਈ ਵੇਚ ਦਿੱਤੀ। ਤਾਂ ਭਾਰਤ ਦੀ ਕਰੰਸੀ ਦੀ ਵੈਲਿਊ ਇਸ ਵਕਤ ਇੰਨੀ ਨਹੀਂ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ, ਇਸ ਕਰਕੇ ਗੁਰੇਜ਼ ਕਰਦੇ ਨੇ ਉੱਥੇ ਇਨਵੈਸਟ ਕਰਨ ਵਾਸਤੇ ਇਨਵੈਸਟਰਸ। ਜ਼ਿਆਦਾਤਰ ਅਮਰੀਕਨ ਪੌਂਡ ਚੱਲਦਾ ਹੈ, ਯੈਨ ਚੱਲਦਾ ਹੈ, ਯੂਰੋ ਚੱਲਦਾ ਹੈ, ਅਮਰੀਕਨ ਡਾਲਰਸ ਤਾਂ ਚੱਲਦਾ ਹੀ ਚੱਲਦਾ ਹੈ। ਜਿੱਦਾਂ ਆਪਾਂ ਇੰਗਲੈਂਡ ਦੀ ਗੱਲ ਕਰਦੇ ਹਾਂ, ਪੌਂਡ ਦੀ ਗੱਲ ਕੀਤੀ ਹੈ। ਸੋ ਇਸ ਤਰ੍ਹਾਂ ਹੋ ਸਕਦਾ ਹੈ ਕਿ ਜਿਹੜੀਆਂ ਸਾਰੇ ਮੁਲਕਾਂ ਦੀਆਂ ਕਰੰਸੀਆਂ ਨੇ ਉਹਦੀ ਵੈਲਿਊ ਅਪ ਹੋਵੇ, ਔਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਿਉਂਕਿ ਡਾਲਰ ਹੀ ਡੋਮੀਨੇਟ ਕਰਦਾ ਪਿਆ, ਇਸ ਕਰਕੇ ਬਾਕੀ ਕਰੰਸੀ ਨੂੰ ਸਾਹ ਵੀ ਲੈਣਾ ਮੁਸ਼ਕਿਲ ਹੈ। ਔਰ ਹੋ ਸਕਦਾ ਕਿ ਬਾਕੀ ਕਰੰਸੀਆਂ ਹੁਣ ਸਾਹ ਲੈਣ, ਉਹਨਾਂ ਨੂੰ ਲਿਫਟ ਮਿਲੇ, ਤਾਂ ਜਿਹੜੇ ਇਨਵੈਸਟਰਸ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਨਵੈਸਟ ਕਰਦੇ ਨੇ, ਕਰੰਸੀ ਮਾਰਕੀਟ ਖੇਡਦੇ ਨੇ, ਹੋ ਸਕਦਾ ਹੈ ਭਾਰਤ ਦੀ ਕਰੰਸੀ ਨੂੰ ਵੀ ਹੁਣ ਜ਼ਿਆਦਾ ਵੈਲਿਊ ਮਿਲਣੀ ਸ਼ੁਰੂ ਹੋ ਜਾਏ। ਮੈਂ ਗੱਲ ਕਰਨੀ ਚਾਹੁੰਦਾ ਕਿ ਸਾਡੇ ਕੁਝ ਦੇਸ਼ਾਂ 'ਚ ਸਾਡੇ ਰੁਪਈਏ ਦੀ ਵੀ ਸਰਦਾਰੀ ਹੈ। ਨੇਪਾਲ 'ਚ ਸਾਡਾ ਰੁਪਈਆ ਮਹਿੰਗਾ, ਔਰ ਉਹਦੇ ਤੋਂ ਬਾਅਦ ਜਿਹੜਾ ਹੈਗਾ ਬੰਗਲਾਦੇਸ਼ 'ਚ ਮਹਿੰਗਾ ਹੈਗਾ, ਫਿਰ ਸ਼੍ਰੀਲੰਕਾ 'ਚ ਮਹਿੰਗਾ ਹੈਗਾ, ਪਾਕਿਸਤਾਨ 'ਚ ਮਹਿੰਗਾ ਹੈਗਾ, ਇੰਡੋਨੇਸ਼ੀਆ 'ਚ ਮਹਿੰਗਾ ਹੈਗਾ। ਸਾਡਾ ਉੱਥੇ ਸਰਦਾਰੀ ਹੈ। ਜਦੋਂ ਅਸੀਂ ਪੈਸਿਆਂ ਦਾ ਮਲਟੀਪਲਾਈ ਕਰਕੇ ਚੀਜ਼ ਲੈਂਦੇ ਹਾਂ, ਉਹ ਫਿਰ ਦੱਸ ਦਿੰਦੇ ਆ ਕਿ ਤੁਹਾਡਾ ਇੰਨਾ ਬਣੂਗਾ। ਰੇਟ ਉੱਤੇ ਲਿਖਿਆ ਹੋਊਗਾ ਜਿੱਦਾਂ 700, ਪਰ ਤੁਹਾਨੂੰ ਉੱਥੇ ਦੇਣਾ ਪਊ 450। ਸਾਡਾ ਵੈਲਿਊ ਜ਼ਿਆਦਾ ਬਿਲਕੁਲ। ਔਰ ਜਿੰਨੀ ਅਸੀਂ ਭਾਰਤ ਦੇ ਵਿੱਚ ਮਹਿੰਗਾਈ ਨੂੰ ਕੰਟਰੋਲ ਕਰਾਂਗੇ, ਔਰ ਜਿੰਨੀ ਸਾਡੇ ਰੁਪਈਏ ਦੀ ਪਰਚੇਸਿੰਗ ਪਾਵਰ ਵਧੇਗੀ ਸਾਡੀ ਆਪਣੀ ਕੰਟਰੀ ਦੇ ਵਿੱਚ, ਉਨੀ ਹੀ ਸਾਡੀ ਇੰਟਰਨੈਸ਼ਨਲ ਵੈਲਿਊ ਵਧੇਗੀ। ਕਿਉਂਕਿ ਜੇ ਸਾਡੀ ਆਪਣੀ ਕੰਟਰੀ ਵਿੱਚ ਮਹਿੰਗਾਈ ਜ਼ਿਆਦਾ ਹੈ, ਰੁਪਈਏ ਦੀ ਪਰਚੇਸਿੰਗ ਪਾਵਰ ਘਟ ਗਈ ਹੈ, ਤਾਂ ਫਿਰ ਨੈਚੁਰਲੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਉਹਦੀ ਇੰਨੀ ਵੈਲਿਊ ਨਹੀਂ ਰਹਿਣੀ। ਇਸ ਕਰਕੇ ਤੌਰ ਤੇ ਵੀ ਅਸੀਂ ਸਟੇਟਸ 'ਚ ਆ ਜਾਵਾਂਗੇ ਨਾ। ਸਟੇਟਸ ਤਾਂ ਹੀ ਆਏਗਾ ਜੇ ਅਸੀਂ ਆਪਣੀ ਮਹਿੰਗਾਈ ਨੂੰ ਕੰਟਰੋਲ ਕਰਾਂਗੇ। ਔਰ ਅਸੀਂ ਦੇਖਦੇ ਪਏ ਹਾਂ ਕਿ ਮੋਦੀ ਸਾਹਿਬ ਜਦੋਂ ਅਮਰੀਕਾ ਗਏ ਨੇ, ਉੱਥੇ ਉਹਨਾਂ ਨੇ ਐਲਾਨ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਸਾਡੇ ਭਾਰਤ ਦੀ ਜਲਦੀ ਹੀ ਤੀਸਰੀ ਬਣਨ ਜਾ ਰਹੀ ਹੈ ਪੂਰੇ ਭਾਰਤ ਦੇ ਵਿੱਚ। ਹੁਣੇ ਪਤਾ ਨਹੀਂ ਕਿੱਦਾਂ ਅੰਕੜੇ ਦਿੱਤੇ ਗਏ ਨੇ, ਕਿਉਂਕਿ ਸੀਤਾਰਮਨ ਜੋ ਸਾਡੇ ਫਾਈਨੈਂਸ ਮਿਨਿਸਟਰ ਨੇ ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਸਾਡੀ $3 ਟ੍ਰਿਲੀਅਨ ਤੋਂ ਮਤਲਬ ਇੰਨਾ ਉਹ GDP ਦੀ ਗੱਲ ਕਰ ਚੁੱਕੇ ਨੇ। ਤੇ $5 ਟ੍ਰਿਲੀਅਨ ਦੀ ਅਸੀਂ ਗੱਲ ਵੀ ਕਰਦੇ ਪਏ ਹਾਂ ਵਿਸ਼ਵ ਗੁਰੂ ਬਣਨ ਦੀ। ਮੋਦੀ ਸਾਹਿਬ ਹਮੇਸ਼ਾ ਗੱਲ ਕਰਦੇ ਨੇ ਜੇ ਇਸ ਸਪੀਡ ਨਾਲ ਚੱਲੀਏ ਤਾਂ 14% ਦੀ GDP ਦੀ ਗਰੋਥ ਚਾਹੀਦੀ ਹੈ ਸਾਨੂੰ ਹਰ ਸਾਲ। ਔਰ ਇੰਨਾ ਜ਼ਿਆਦਾ ਕਵਰ ਅਪ ਕਰਨਾ ਪਤਾ ਨਹੀਂ ਇਹ ਕਿੱਦਾਂ ਕਰਨਾ ਹੈ, ਪਰ ਜੋ ਇਹ ਹੋ ਜਾਂਦਾ ਤਾਂ ਵਾਕਈ ਇੰਡੀਅਨ ਕਰੰਸੀ ਦੀ ਇੰਟਰਨੈਸ਼ਨਲ ਵੈਲਿਊ ਵਧੇਗੀ। ਹੁਣ ਇਹ 2024 ਦੀਆਂ ਇਲੈਕਸ਼ਨਸ ਨੇ, ਇਹਦੇ ਸਾਹਮਣੇ ਕਿੱਦਾਂ ਟਿਕਦਾ ਹੈ ਸਾਰੀ ਮਾਰਕੀਟ ਪਤਾ ਨਹੀਂ। ਪਰ ਅਸੀਂ ਜ਼ਰੂਰੀ ਤੌਰ ਤੇ ਦੇਖੀਏ ਨਾ ਕਿ ਜਿੱਦਾਂ ਭਾਰਤ ਦੇ ਵਿੱਚ ਮਹਿੰਗਾਈ ਚੀਜ਼ਾਂ ਦੀ, ਜਿੱਦਾਂ ਅਸੀਂ ਦੇਖਦੇ ਹਾਂ ਕਿ ਹੰਗਰ ਇੰਡੈਕਸ, ਬੇਰੁਜ਼ਗਾਰੀ, ਅਸੀਂ ਦੇਖਦੇ ਹਾਂ ਬੇਰੁਜ਼ਗਾਰੀ ਦੇ ਨਾਲ ਅਸੀਂ ਦੇਖਦੇ ਲੋਕ ਕਿੱਦਾਂ ਸੜਕਾਂ ਤੇ ਆ ਚੁੱਕੇ ਨੇ, ਸੜਕਾਂ ਤੇ ਸੌਂਦੇ ਪਏ ਨੇ। ਇਹ ਸਥਿਤੀ ਹੋ ਚੁੱਕੀ ਹੈ। ਗਰੀਬੀ ਵੀ ਹੈ ਨਾ, ਅਮੀਰ ਗਰੀਬ ਦਾ ਅੰਤਰ ਵੱਧਦਾ ਜਾ ਰਿਹਾ ਹੈ। ਤਾਂ ਇਹ ਕਿਸੇ ਹਿਸਾਬ ਨਾਲ ਤੀਸਰੀ ਵਿਸ਼ਵ ਦੀ ਵੱਡੀ ਅਰਥ ਵਿਵਸਥਾ ਜਾਂ 5ਵੀਂ ਅਰਥ ਵਿਵਸਥਾ ਹੈ, ਇਹ ਸਮਝ ਨਹੀਂ ਆ ਰਹੀ। ਕਿਉਂਕਿ ਚਾਹੇ ਉਹ $5 ਟ੍ਰਿਲੀਅਨ ਦੀ ਇਕਨੋਮੀ ਬਣ ਜਾਂਦੀ ਹੈ, ਪਰ ਆਮ ਲੋਕਾਂ ਦਾ ਉਹਦੇ 'ਚ ਹਿੱਸਾ ਕਿੰਨਾ ਹੈ ਉਹ ਨਹੀਂ ਪਤਾ ਜੀ। ਉਹ ਉੱਪਰ ਦੇ ਜਿਹੜੇ ਟੌਪ 10 ਬਿਜ਼ਨਸਮੈਨ ਨੇ ਜੀ, ਉਹੀ ਇਹ ਸਾਰੀ $5 ਟ੍ਰਿਲੀਅਨ ਦੀ ਸੰਭਾਲ ਕੇ ਬਹਿ ਜਾਂਦੇ ਨੇ ਇਕਨੋਮੀ, ਤਾਂ ਫਿਰ ਆਮ ਲੋਕੀ ਤਾਂ ਉੱਥੇ ਹੀ ਰਹਿ ਗਏ, ਉੱਤੇ ਆਪਣੀ ਧੋਤੀ ਲੰਗੋਟੀ 'ਚ ਹੀ ਰਹਿ ਗਏ ਤੇ ਉਹਨਾਂ ਨੇ ਵੱਡੇ ਵੱਡੇ ਅਮੀਰ ਸੂਟ ਪਾ ਲਏ। ਸੋ ਇਹ ਗੱਲਾਂ ਅਸਲ ਵਿੱਚ ਜਿਹੜਾ ਇਹਨਾਂ ਨੇ ਕਿਹਾ, ਇਸ ਵੇਲੇ ਜਿਹੜੀ ਰੂਲਿੰਗ ਪਾਰਟੀ ਆ ਜਾਂ ਕੇਂਦਰ ਸਰਕਾਰ, ਇਹਨਾਂ ਕੋਲ ਸਮਾਂ ਵੀ ਬਹੁਤ ਥੋੜਾ ਰਹਿ ਗਿਆ। ਇਹਨੇ ਲਿਮਟਿਡ ਟਾਈਮ ਦੇ ਵਿੱਚ ਇੰਨਾ ਕੁਝ ਕਰਨਾ ਬਿਲਕੁਲ ਸਹੀ ਆ ਨਹੀਂ ਹੈ, ਔਰ ਇਹਦੇ ਵਿੱਚ ਕਰ ਵੀ ਨਹੀਂ ਸਕਦੇ। ਔਰ ਇਹਨਾਂ ਨੇ ਹੋ ਸਕਦਾ ਕਿ ਇਹ ਬੁਨਿਆਦ ਰੱਖੀ ਹੋਈ ਕਿ ਅਗਲੀ ਸਰਕਾਰ ਜਦੋਂ ਸਾਡੀ ਆ ਗਈ ਤਾਂ ਅਸੀਂ ਉਹਦੇ ਵਿੱਚ ਸਾਰਾ ਕੁਝ ਪੂਰਾ ਕਰ ਦਾਂਗੇ। ਮੈਨੀਫੈਸਟੋ ਦਾ ਵੀ ਇੱਕ ਨਾਰਾ ਹੋ ਸਕਦਾ, ਜਾਂ ਬਾਹਰ ਜਾ ਕੇ ਜਿਹੜੇ ਸਾਡੇ ਪ੍ਰਵਾਸੀ ਭਾਰਤੀ ਆ NRI, ਉਹਨਾਂ ਨੂੰ ਵੀ ਦੱਸਣ ਦੀ ਇੱਕ ਥੋੜ੍ਹੀ ਜਿਹੀ ਲਾਲਸਾ ਹੋਏਗੀ। ਇਹਨਾਂ ਦੇ ਵਿੱਚ ਇਹ ਗੱਲਾਂ ਵੀ ਹੈਗੀਆਂ, ਕਿਉਂਕਿ ਸਮਾਂ ਬਹੁਤ ਘੱਟ ਹੈਗਾ। ਔਰ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਰਹੀ ਹੈ 2 ਵਾਰ, ਉਹਨਾਂ ਨੇ ਜਦੋਂ ਜਿਹੜੀ ਗਰੋਥ ਹੈਗੀ ਆ, ਜੋ ਵਿਕਾਸ ਸੀਗਾ, ਉਹ ਇਹਨਾਂ ਤੋਂ ਅਪ ਰਿਹਾ ਉਹਨਾਂ ਦਾ। ਔਰ ਬਾਕਾਇਦਾ ਤੌਰ ਤੇ ਦੱਸਦੇ ਆ, ਕਿਉਂਕਿ ਉਹ ਅਰਥ ਸ਼ਾਸਤਰੀ ਬਹੁਤ ਵੱਡੇ ਸੀਗੇ, ਉਹਨਾਂ ਨੂੰ ਪਤਾ ਸੀਗਾ ਕਿ ਇਹ ਸਟੇਟਸ ਜਿਹੜਾ ਇੰਡੀਆ ਦਾ ਹੈ ਇਹਨੂੰ ਕਿੱਥੇ ਲੈ ਕੇ ਖੜਾ ਕਰਨਾ ਹੈਗਾ। ਬਾਕਾਇਦਾ ਤੌਰ ਤੇ ਮਨਟੇਕ ਸਿੰਘ ਆਹਲੂਵਾਲੀਆ ਔਰ ਉਹਨਾਂ ਦੇ ਨਾਲ ਲੱਗਦੇ ਉਹ ਸਲਾਹਕਾਰ ਸੀ ਇਹਨਾਂ ਦੀ, ਤੌਰ ਡਾਕਟਰ ਮਨਮੋਹਨ ਸਿੰਘ। ਪਲੈਨਿੰਗ ਕਮਿਸ਼ਨ ਸਾਰੀ ਇਹਨਾਂ ਕੋਲ ਸੀ। ਉਦੋਂ ਮਹਿੰਗਾਈ ਵੀ ਇੰਨੇ ਜ਼ੋਰਾਂ ਤੇ ਨਹੀਂ ਸੀ, ਮਹਿੰਗਾਈ ਵੀ ਘਟੀ ਸੀਗੀ, ਗਰੋਥ ਰੇਟ ਵੀ ਜਿਹੜਾ ਸੀ ਉਹ ਵੀ ਅਬਵ ਸੀ। ਔਰ ਇਸ ਵਾਰ ਅਸੀਂ ਕਰਜ਼ੇ ਵੀ ਬਹੁਤ ਲਿੱਤੇ ਨੇ ਸੈਂਟਰ ਗਵਰਨਮੈਂਟ ਨੇ, ਔਰ ਸਮਾਂ ਵੀ ਘੱਟ ਹੈ, ਔਰ ਸਿਚੁਏਸ਼ਨ ਵੀ ਬੜੀ ਕਰੂਸ਼ੀਅਲ ਹੈ। ਦੇਖੋ ਇਹਦੇ ਚੋਂ ਕਿਵੇਂ ਨਿਕਲਦੇ ਆ। ਹੁਣ ਅੱਗੇ ਜਿਹੜੀ ਕਰੂਸ਼ੀਅਲ ਸਿਚੁਏਸ਼ਨ ਸਾਡੀ ਚੀਨ ਨਾਲ ਬਣੀ ਹੋਈ ਹੈ ਕਿ ਹਮੇਸ਼ਾ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ, ਬਾਰਡਰ ਨੂੰ ਲੈ ਕੇ ਹਮੇਸ਼ਾ ਕੋਈ ਨਾ ਕੋਈ ਝਗੜੇ ਚੱਲਦੇ ਰਹਿੰਦੇ ਨੇ। ਔਰ ਇਹ ਬਾਰਡਰ ਦੀ ਸਾਰੀ ਨਿਗਰਾਨੀ ਵਾਸਤੇ ਅਸੀਂ ਪ੍ਰੀਡੇਟਰ ਡਰੋਨ ਵੀ ਲੈ ਰਹੇ ਹਾਂ ਅਮਰੀਕਾ ਤੋਂ, ਕਿਉਂਕਿ ਸਾਰੀ ਅਮਰੀਕਾ ਨਾਲ ਸਰਹੱਦ ਲੱਗਦੀ ਹੈ ਕਈ ਕਿਲੋਮੀਟਰਸ ਦੀ। ਉੱਥੇ ਕਈ ਵਾਰ ਬਰਫ਼ ਜੰਮੀ ਹੁੰਦੀ ਹੈ, ਫੌਜੀ ਉੱਥੇ ਐਕਸੈਸਿਬਲ ਨਹੀਂ ਹੁੰਦੇ, ਨਹੀਂ ਜਾ ਪਾਉਂਦੇ, ਤਾਂ ਉਸ ਕਰਕੇ ਸਾਨੂੰ ਡਰੋਨ ਚਾਹੀਦੇ ਨੇ ਪ੍ਰੀਡੇਟਰ। ਸੋ ਉਹ ਸਾਰੀਆਂ ਗਤੀਵਿਧੀਆਂ ਚੱਲਦੀਆਂ ਪਈਆਂ ਨੇ। ਹੁਣ ਕਹਿੰਦੇ ਨੇ ਕਿ ਭਾਰਤ ਤੇ ਚੀਨ ਮਿਲ ਕੇ ਭਰਾਤਰੀ ਭਾਵ ਨਾਲ ਹਿੰਦੀ ਚੀਨੀ ਭਾਈ ਜੋ ਨਹਿਰੂ ਸਾਹਿਬ ਦੇ ਵੇਲੇ ਨਾਰਾ ਲੱਗਿਆ ਸੀ ਨਾ, ਜਦੋਂ ਉਹਨਾਂ ਦੇ ਆਏ ਸੀ ਚੂਇੰਗ ਲਾਈ, ਤਾਂ ਉਦੋਂ ਇਹ ਸਾਰੀ ਗੱਲ ਹੋਈ ਸੀ ਹਿੰਦੀ ਚੀਨੀ ਭਾਈ। ਉਹ ਫਿਰ ਤੋਂ ਉਸ ਨਾਰੇ ਦੇ ਮੁਤਾਬਿਕ ਸ਼ਾਇਦ ਇਹ ਮਸਲੇ ਕਹਿੰਦੇ ਨੇ ਅਸੀਂ ਬਾਰਡਰ ਦੇ ਹੱਲ ਕਰਨੇ ਨੇ।
ਇਹ ਹੁਣੇ ਇਹਨਾਂ ਦੀ ਬਹੁਤ ਵੱਡੀ ਮੀਟਿੰਗ ਹੋਈ ਆ, ਜਿਹਦੇ ਵਿੱਚ ਆਪਣੇ ਵਿਦੇਸ਼ ਮੰਤਰੀ ਸੀਗੇ ਜੈ ਸ਼ੰਕਰ ਜੀ, ਔਰ ਉਹਦੇ ਨਾਲ ਉਹਨਾਂ ਦੇ ਜਿਹੜੇ ਵਿਦੇਸ਼ ਮੰਤਰੀ ਉਹਨਾਂ ਦੀ ਸਿਹਤ ਠੀਕ ਨਹੀਂ ਸੀਗੀ, ਤੇ ਉਹਨਾਂ ਦੇ ਦੂਸਰੇ ਜਿਹੜੇ ਸਾਬਕਾ ਵਿਦੇਸ਼ ਮੰਤਰੀ ਸੀਗੀ ਵਾਂਗ ਜੀ, ਉਹ ਆਏ ਸੀਗੇ। ਉਹ ਫਿਰ ਬਾਅਦ ਜ਼ਿਆਦਾ ਹੋਏ ਤੇ ਮਸਲਾ ਇੱਥੇ ਆ ਕੇ ਰੁਕ ਗਿਆ ਕਿ ਜਿਹੜੇ ਸਾਡੇ ਸਰਹੱਦਾਂ ਤੇ ਰੋਜ਼ ਦਿਹਾੜੀ ਜਿਹੜੀ ਕੋਲਡ ਵਾਰ ਲੱਗੀ ਹੈ ਉਹਨੂੰ ਕਿਸ ਤਰ੍ਹਾਂ ਕੰਟਰੋਲ 'ਚ ਕੀਤਾ ਜਾ ਸਕਦਾ। ਇਹਨਾਂ ਦੋਹਾਂ ਵਿਦੇਸ਼ ਮੰਤਰੀਆਂ ਦੀ ਗੱਲ ਉੱਥੇ ਹੋਈ ਆ, ਔਰ ਇਸ ਨੁਕਤੇ 'ਤੇ ਆ ਕੇ ਪਹੁੰਚੀ ਆ ਕਿ ਅਸੀਂ ਜੇ ਮਿਲ ਕੇ ਬੈਠ ਕੇ ਇਹ ਸਾਰੇ ਮਸਲੇ ਹੱਲ ਕਰ ਲਈ ਤੇ ਹੋ ਸਕਦਾ ਅਸੀਂ ਸਿਆਸਤ ਤੋਂ ਲਾਂਭੇ ਹਟ ਕੇ ਕੰਮ ਕਰੀਏ, ਔਰ ਜਿਹਦੇ ਵਿੱਚ ਕੋਈ ਲੌਬੀ ਨਾ ਆ ਸਕੇ, ਜਿਸ 'ਚ ਚਾਈਨਾ ਨੇ ਕਹਿਤਾ ਕਿ ਅਮਰੀਕਾ ਉਹਦੇ 'ਚ ਨਾ ਵੜੇ, ਔਰ ਰਸ਼ੀਆ ਉਹਦਾ ਦੋਸਤ ਹੈਗਾ, ਰਸ਼ੀਆ ਉੱਧਰੋਂ ਨਹੀਂ ਆਊਗਾ। ਸਾਡੇ ਵਿਦੇਸ਼ ਮੰਤਰੀ ਨੇ ਕਹਿਤਾ ਫਿਰ ਰਸ਼ੀਆ ਉੱਧਰੋਂ ਨਾ ਆਵੇ ਔਰ ਅਮਰੀਕਾ ਨਹੀਂ ਆਊਗਾ। ਅਸੀਂ ਦੋਨੇ ਭਰਾ ਜਿਹੜੀ ਹੈ ਗੱਲ ਕਰ ਲਈਏ ਕਿ ਸਰਹੱਦਾਂ ਨੂੰ ਸਿਕਿਉਰਿਟੀ ਕਿੱਦਾਂ ਦੇਣੀ ਹੈ, ਸੁਰੱਖਿਅਤ ਕਿੱਦਾਂ ਰੱਖਣਾ ਹੈਗਾ, ਔਰ ਨੇਫਾ ਲਦਾਖ ਦੇ ਵਿੱਚ ਜੋ ਕੁਝ ਹੋ ਰਿਹਾ ਸੀਗਾ, ਜਿੱਥੇ ਤੁਸੀਂ ਅੱਗੇ ਵਧੇ ਜੇ ਉਹਨੂੰ ਪਿੱਛੇ ਹਟਣਾ ਚਾਹੀਦਾ ਤੁਹਾਨੂੰ। ਜਿੱਥੋਂ ਬਾੜ ਦੀ ਲੜਾਈ ਦੇ ਵਿੱਚ ਤੁਸੀਂ ਐਡਵਾਂਸ ਆ ਕੇ ਤੁਸੀਂ ਉਹਨੂੰ ਰੋਕ ਲਿਆ ਸੀਗਾ, ਉਹ ਏਰੀਆ ਸਾਡਾ ਹੈਗਾ, ਔਰ ਉਹ ਮੰਨੇ। ਉਹਨਾਂ ਨੇ ਕਹਿਤਾ ਕਿ ਅਸੀਂ ਜਿੱਥੇ ਤੁਸੀਂ ਅੱਗੇ ਜੇ ਤੁਸੀਂ ਪਿੱਛੇ ਹਟ ਜਾਓ, ਜਿੱਥੇ ਅਸੀਂ ਅੱਗੇ ਆ ਅਸੀਂ ਪਿੱਛੇ ਹਟ ਜਾਂਦੇ ਹਾਂ। ਬਾਕਾਇਦਾ ਤੌਰ ਤੇ ਜਿਹੜੀ ਲੈਂਡਸ ਹੈਗੀ ਆ ਉਹਦੇ 'ਤੇ ਕੰਟਰੋਲ ਰੇਖਾ ਜਿਹੜੀ ਹੈਗੀ ਆ ਉਹਦੇ 'ਤੇ ਅਸੀਂ ਆ ਕੇ ਆਪਣੀਆਂ ਫੌਜਾਂ ਨੂੰ ਰੋਕ ਦਾਂਗੇ, ਔਰ ਉਹਦੇ ਵਿੱਚ ਇਹ ਹੈਗਾ ਕਿ ਅਸੀਂ UNO ਦਾ ਵੀ ਕੋਈ ਫੈਸਲਾ ਨਹੀਂ ਮੰਨਾਂਗੇ ਤੇ ਤੁਹਾਡਾ ਤੇ ਤੁਸੀਂ ਸਾਡਾ ਮੰਨੋਗੇ। ਔਰ ਜਦੋਂ ਇਹ ਆਮੋ ਸਾਹਮਣੇ ਗੱਲ ਹੁੰਦੀ ਹੈ, ਫੇਸ ਟੂ ਫੇਸ ਗੱਲ ਹੋ ਜਾਂਦੀ ਹੈ, ਇਹਦੇ 'ਤੇ ਜਿਹੜੀ ਹੈਗੀ ਆ ਪੂਰੀ ਪੈ ਜਾਂਦੀ ਹੈ, ਨਿਪਟਾਰਾ ਹੋ ਜਾਂਦਾ ਹਰ ਗੱਲ ਦਾ। ਇਸ ਰੋਜ਼ ਦਿਹਾੜੀ ਦੀ ਖਹਿਬਾਜ਼ੀ ਤੇ ਰੋਜ਼ ਦਿਹਾੜੀ ਦੇ ਰੌਲਾ ਰੱਪੇ ਤੇ ਲੜਾਈ ਤੇ ਇਹ ਵੈਸੇ ਡਿਸੀਜਨ ਜਿਹੜਾ ਹੈ ਪੂਰਾ ਵਰਲਡ ਵਾਈਡ ਡਿਸੀਜਨ ਹੋ ਗਿਆ। ਇਹਨਾਂ ਨੇ ਕਿਹਾ ਕਿ ਦੂਸਰਾ ਬੰਦਾ ਨਹੀਂ ਵੜੂਗਾ। ਜਦੋਂ ਦੂਸਰਾ ਨਹੀਂ ਵੜੂਗਾ, ਉਹ ਕਹਿੰਦੇ ਨੇ ਕਿ ਜਦੋਂ ਤੀਜਾ ਆ ਜਾਂਦਾ ਤਾਂ ਝੁੱਗਾ ਖਰਾਬ ਹੋ ਜਾਂਦਾ ਹੈ ਨਾ, ਤੀਜਾ ਰਲਿਆ ਤੇ ਝੁੱਗਾ ਗਲਿਆ ਵਾਲੀ ਗੱਲ ਹੁੰਦੀ ਆ। ਉਹਨਾਂ ਨੇ ਕਿਹਾ ਆਪੋ 'ਚ ਗੱਲ ਕਰੀਏ, ਜਿਹਦੇ 'ਚ ਆਪਣੇ ਭਰਾਤਰੀ ਭਾਵ ਦੀ ਜਿਹੜੇ ਤੁਸੀਂ ਗੱਲ ਕਹੀ ਆ, ਤਾਂ ਕਿ ਫੌਜ ਨੂੰ ਨਾ ਮਰਵਾਈਏ, ਬਾਹਰੋਂ ਜਿਹੜੇ ਵੈਪਨ ਆ ਰਹੇ ਉਹ ਨਾ ਲਿਆਂਦੇ ਜਾਣ, ਔਰ ਪੂਰੇ ਅਸੀਂ ਉਸ ਯੁੱਧ ਵੱਲ ਨਾ ਵਧੀਏ, ਜਿਹੜਾ ਵੱਡਾ ਯੁੱਧ ਉਹਦੇ ਵੱਲ ਨਾ ਵਧੀਏ, ਕਿਉਂਕਿ ਉਹਨਾਂ ਨੇ ਆਪੋ 'ਚ ਗੱਲ ਕੀਤੀ ਹੈ ਕਿ ਯੂਕਰੇਨ ਤੇ ਰਸ਼ੀਆ ਆਪੋ 'ਚ ਤਾਂ ਅਜੇ ਹਟੇ ਨਹੀਂ ਗੇ। ਅਸੀਂ ਇਹ ਦੂਜਾ ਲਾਂਬੂ ਆਪਣੇ ਤੇ ਨਾਲ ਲਾ ਲਈਏ ਤਾਂ ਕਿ ਅਸੀਂ ਲੋਕਾਂ ਨੂੰ ਬਚਾ ਲਈਏ। ਔਰ ਉਹਨਾਂ ਨੇ ਕਿਹਾ ਕਿ ਜਿਹੜੀ ਪਹਿਲੀਆਂ ਲੜਾਈ ਸਾਡੀ ਲੱਗੀਆਂ ਵਾ ਉਹਦੇ 'ਤੇ ਸਾਨੂੰ ਸਬਕ ਲੈ ਲੈਣਾ ਚਾਹੀਦਾ, ਲੈਸਨ ਸਾਨੂੰ ਲੈ ਲੈਣਾ ਚਾਹੀਦਾ ਕਿ ਅਸੀਂ ਕਿਉਂ ਲੋਕਾਂ ਨੂੰ ਮਰਵਾ ਰਹੇ ਹਾਂ। ਔਰ ਉਹਨਾਂ ਨੇ ਵਪਾਰ ਦੀ ਗੱਲ ਤਾਂ ਕੀਤੀ ਆ, ਔਰ ਜਿਹੜੀ ਵਿਦੇਸ਼ ਨੀਤੀ ਆ ਉਹਦੀ ਗੱਲ ਕੀਤੀ ਉਹਨਾਂ ਨੇ। ਹੁਣ ਇਹ ਦੇਖੋ ਮੰਤਰੀ ਮੰਡਲ ਸਾਡੇ 'ਚ ਵੀ ਗੱਲਬਾਤ ਹੋਊਗੀ, ਉਹਨਾਂ ਦੇ ਮੰਤਰੀ ਮੰਡਲ 'ਚ ਹੋ ਗਿਆ। ਹੁਣ ਇਹ ਗੱਲ ਉੱਥੋਂ ਦੇ ਰਾਸ਼ਟਰਪਤੀ ਤੱਕ ਤੇ ਸਾਡੇ ਪ੍ਰਧਾਨ ਮੰਤਰੀ ਤੱਕ ਗੱਲ ਪਹੁੰਚ ਚੁੱਕੀ ਆ। ਡਿਫੈਂਸ ਮਿਨਿਸਟਰ ਜਿਹੜੇ ਰਾਜਨਾਥ ਜੀ ਉਹਨਾਂ ਨਾਲ ਵੀ ਗੱਲ ਹੋਊਗੀ, ਔਰ ਬਾਕਾਇਦਾ ਤੌਰ ਤੇ ਇਹ ਵੀ ਇੱਕ ਰਵੱਈਆ ਵਧੀਆ ਅਖਤਿਆਰ ਕਰਨਗੇ। ਉਹ ਵੀ ਜਿਹੜਾ ਹੈਗਾ ਬਦਲਾ ਲਓ, ਰਿਵੈਂਜਫੁਲੀ ਨਹੀਂ ਚੱਲਣਗੇ। ਜੇ ਚੱਲਦੇ ਰਹੇ ਤੇ ਫਿਰ ਲੋਕ ਮਰਨਗੇ। ਉਹ ਵੀ ਸੁਪਰ ਪਾਵਰ ਹੈਗਾ, ਇੰਡੀਆ ਵੀ ਕੋਈ ਘੱਟ ਨਹੀਂ ਹੈਗਾ, ਇੰਡੀਆ ਕੋਲ ਵੀ ਬਹੁਤ ਕੁਝ ਹੈਗਾ, ਔਰ ਜਦੋਂ ਗੁੱਤਮੁੱਤਾ ਹੋਣਗੇ ਨੁਕਸਾਨ ਦੋਵਾਂ ਦੇਸ਼ਾਂ ਦਾ ਹੋਣਾ। ਇਹਨਾਂ ਨੇ ਕਹਿਤਾ ਕਿ ਸਰਹੱਦਾਂ ਨੂੰ ਥੋੜ੍ਹਾ ਜਿਹਾ ਵਧੀਆ ਤੇ ਸ਼ਾਂਤੀਪੂਰਵਕ ਰੱਖਣ ਲਈ ਫੌਜ ਨੂੰ ਪਿੱਛੇ ਹਟਾ ਲਈਏ, ਔਰ ਇਹ ਫੈਸਲਾ ਬਹੁਤ ਵਧੀਆ ਦੋਵਾਂ ਦੇਸ਼ਾਂ ਦਾ, ਔਰ ਲੋਕਾਂ ਨੇ ਇਹਦੇ 'ਤੇ ਖੁਸ਼ੀ ਪ੍ਰਗਟਾਈ ਹੈ ਔਰ ਜ਼ਰੂਰੀ ਤੌਰ ਤੇ ਸਖਤ ਹੋਣਾ ਵੀ ਜ਼ਰੂਰੀ ਹੈ, ਹਾਂ। ਕਿਉਂਕਿ ਹੁਣ ਜਦੋਂ ਅਸਲੀ ਮਸਲਾ ਸਾਹਮਣੇ ਆਏਗਾ ਕਿ ਕਿੰਨਾ ਪਿੱਛੇ ਹਟਣਾ, ਉੱਥੇ ਜਾ ਕੇ ਇਹ ਪੂਰਾ ਜਿਹੜਾ ਸਖਤ ਰਵੱਈਆ ਅਪਣਾਇਆ ਜਾਏਗਾ ਕਿ ਪੁਰਾਣੇ ਨਕਸ਼ੇ ਕੱਢੇ ਜਾਣਗੇ ਕਿ ਕਿੱਥੇ ਤੱਕ ਸਰਹੱਦ ਸੀ, ਉਸ ਤੋਂ ਬਾਅਦ ਕਿੱਥੇ ਤੱਕ ਤੁਸੀਂ ਆਏ ਹੋ, ਸਾਡੀ ਸਰਹੱਦ ਕਿੱਥੇ ਤੱਕ ਹੈ ਔਰ ਕਿੱਥੇ ਤੱਕ ਅਸੀਂ ਬੈਠੇ ਹੋਏ ਹਾਂ, ਕਿੰਨਾ ਤੁਸੀਂ ਸਾਨੂੰ ਪਿੱਛੇ ਕੀਤਾ ਜਾਂ ਕਿੰਨਾ ਅੱਗੇ ਗਏ ਹਾਂ। ਇਹ ਸਾਰੀਆਂ ਘਟਨਾਵਾਂ ਹੋਣਗੀਆਂ। ਔਰ ਬਾਕੀ ਤੁਸੀਂ ਦੇਖੋ ਜਿਹੜਾ ਪਹਿਲਾਂ ਵੀ ਹਮਲੇ ਹੋਏ ਨੇ, ਸਾਡਾ ਕਾਫੀ ਇਲਾਕਾ ਤਾਂ ਚੀਨ ਕੋਲ ਜਾ ਚੁੱਕਾ ਹੈ, ਸਹੀ ਠੀਕ ਹੈ ਨਾ। ਜਦੋਂ ਅਸੀਂ ਇੱਧਰੋਂ ਸ਼ਰਧਾਲੂ ਜਾਂਦੇ ਨੇ ਗੁਫਾ ਅਮਰਨਾਥ ਜੀ ਦੀ ਯਾਤਰਾ ਦੇ ਉੱਤੇ, ਤਾਂ ਉਹ ਇਲਾਕਾ ਪਹਿਲਾਂ ਭਾਰਤ ਵਿੱਚ ਹੀ ਸੀ, ਹੁਣ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ। ਪਰਮਿਸ਼ਨ ਲੈ ਕੇ ਸਾਨੂੰ ਚੀਨ ਦੇ ਵਿੱਚੋਂ ਦੀ ਹੋ ਕੇ ਜਾਣਾ ਪੈਂਦਾ ਹੈ। ਬਹੁਤ ਐਡਵਾਂਸ ਕਰ ਗਏ, ਬਹੁਤ ਐਡਵਾਂਸ ਹੋ ਚੁੱਕੇ ਨੇ। ਹੁਣ ਇਹ ਕਿਹੜੇ ਨਕਸ਼ੇ ਦੇ ਮੁਤਾਬਿਕ ਕਿੱਥੇ ਜਾਣਗੇ, 62 ਦੀ ਵਾਰ ਦੇ ਬਾਅਦ ਕਿੱਥੇ ਤੱਕ ਆ ਚੁੱਕੇ ਨੇ। ਇੱਕ ਉਹ ਮਾਨ ਸਰੋਵਰ ਹੈ ਸਾਡਾ, ਉਹਦੀ ਲੇਕ ਹੈ, ਇੱਕ ਉਹਦੀ ਵੀ ਗੱਲਬਾਤ ਹੁੰਦੀ ਹੈ ਕਿ ਉਹ ਕਿੱਧਰ ਜਾਏਗਾ, ਕਿੱਧਰ ਦੇ ਇਲਾਕੇ 'ਚ ਪੈਂਦਾ। ਸੋ ਇਹ ਸਾਰੀਆਂ ਤਮਾਮ ਗੱਲਾਂ ਕੰਸੀਡਰ ਕਰਨੀਆਂ ਪੈਣਗੀਆਂ, ਕਿਉਂਕਿ ਇਹ ਮਾਮਲਾ ਕਾਫੀ ਪੇਚੀਦਾ ਹੈ, ਕਾਫੀ ਸਾਲ ਦਾ ਉਲਝਿਆ ਹੋਇਆ ਹੈ। ਪਰ ਇਹ ਚੰਗੀ ਸ਼ੁਰੂਆਤ ਹੈ, ਇਟਸ ਅ ਗੁੱਡ ਸਟੈਪ ਕਿ ਦੋਵੇਂ ਇਸ ਗੱਲ ਤੇ ਰਾਜ਼ੀ ਹੋਏ ਨੇ, ਹਿੰਦੀ ਚੀਨੀ ਭਾਈ ਫਿਰ ਤੋਂ ਇਸ ਗੱਲ ਤੇ ਆਉਂਦੇ ਨਹੀਂ ਸੀ, ਨੁਕਤੇ ਤੇ ਨਹੀਂ ਆਉਂਦੇ। ਉਹ ਮਾਰ ਲਓ, ਫੜ ਲਓ, ਚੱਕ ਦੋ, ਇਹੋ ਗੱਲਾਂ ਹੁੰਦੀਆਂ ਸੀ। ਉਹ ਗੱਲਾਂ ਜਿਹੜੀਆਂ ਨਿਮਰਤਾ ਨਾਲ ਸਾਲਵ ਹੋ ਜਾਣ ਤੇ ਬਹੁਤ ਹੀ ਵਧੀਆ। ਸੋ ਆਪਾਂ ਅੱਗੇ ਚੱਲੀਏ ਜੀ। ਹੁਣ ਭਾਰਤ ਦਾ ਚੰਦਰਯਾਨ 3 ਉਹ ਪਹੁੰਚ ਗਿਆ ਹੈ, ਕਿਉਂਕਿ ਇਸ ਵਕਤ ਆਰਬਿਟ ਦੇ ਵਿੱਚ ਹੈ ਔਰ ਇਸ ਵਕਤ ਸਪੇਸ ਦੇ ਵਿੱਚ ਹੈ, ਔਰ 3 ਅਗਸਤ ਨੂੰ ਉਹਦੀ ਸੌਫਟ ਲੈਂਡਿੰਗ ਕਰਵਾਈ ਜਾਣੀ ਹੈ ਚੰਦਰਮਾ ਦੇ ਉੱਤੇ। ਪਹਿਲਾਂ ਵੀ ਸੌਫਟ ਲੈਂਡਿੰਗ ਵੇਲੇ ਦੁਰਘਟਨਾ ਘਟੀ ਸੀ, ਚੰਦਰਯਾਨ 2 ਵੇਲੇ ਉਹ ਸਫਲ ਨਹੀਂ ਹੋ ਸਕੀ। ਉਹ ਯਾਨ ਉੱਥੇ ਨਸ਼ਟ ਹੋਇਆ ਔਰ ਟੇਢਾ ਹੋ ਗਿਆ, ਉਤਰਨ ਲੱਗਿਆ, ਔਰ ਉਹਦੇ ਵਿੱਚੋਂ ਛੋਟਾ ਜਿਹਾ ਰੋਬੋਟ ਜੋ ਬਾਹਰ ਆ ਕੇ ਉਹਨੇ ਸਾਰਾ ਕੰਮ ਕਰਨਾ ਸੀ, ਚੰਦਰਯਾਨ 2 ਸੀ ਜਿਹੜਾ, ਉਹ ਬਾਹਰ ਨਹੀਂ ਆ ਸਕਿਆ। ਇਸਰੋ ਨੂੰ ਵਧਾਈ ਦਿੱਤੀ ਹੈ ਪੂਰੀ ਦੁਨੀਆ ਨੇ ਇਸ ਦੇ ਉੱਤੇ।
ਔਰ ਜਿਹੜੀਆਂ ਯੂਰਪ ਦੀਆਂ ਔਰ ਬਾਹਰ ਦੀਆਂ ਵੀ ਸਾਇੰਟੀਫਿਕ ਏਜੰਸੀਆਂ ਨੇ ਉਹਨਾਂ ਨੇ ਵੀ ਔਰ ਉਹਦੀ ਹੈਲਪ ਵੀ ਕਰ ਰਹੇ ਨੇ। ਔਰ ਇਸ ਵਕਤ ਚੰਦਰਯਾਨ 3 ਦੇ ਉੱਤੇ ਸਾਰੇ ਨਜ਼ਰ ਟਿਕੀ ਹੋਈ ਹੈ ਕਿ ਇਹਦੀ ਸੌਫਟ ਲੈਂਡਿੰਗ 3 ਅਗਸਤ ਨੂੰ ਕਾਮਯਾਬ ਰਵੇ ਤਾਂ ਫਿਰ ਜਿਹੜੀਆਂ ਤਸਵੀਰਾਂ, ਜਿਹੜਾ ਮਾਹੌਲ ਸਾਨੂੰ ਚਾਹੀਦਾ ਉੱਥੋਂ ਦਾ ਚੰਦਰਮਾ ਦਾ, ਜੋ ਰਿਪੋਰਟ ਚਾਹੀਦੀ ਹੈ ਉਹ ਸਾਨੂੰ ਮਿਲੇ। ਸੋ ਇੱਕ ਅੱਛਾ ਕਦਮ ਹੈ ਕਿ ਭਾਰਤ ਸਕਸੈਸਫੁਲ ਹੋਇਆ। ਹਾਂ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਹਰ ਦੇਸ਼, ਇੰਡੀਆ ਤਾਂ ਮੰਨ ਲਓ ਹੈ ਹੀ ਆ, ਜਿਹੜਾ ਵੀ ਦੇਸ਼ ਹੈਗਾ, ਡਿਵੈਲਪਿੰਗ ਕੰਟਰੀ ਹੈਗੀਆਂ, ਉਹ ਅਮਰੀਕਾ ਦੀ ਰੀਸ ਤਾਂ ਕਰਦੇ ਆ। ਔਰ ਸਭ ਤੋਂ ਪਹਿਲਾਂ ਅਮਰੀਕਾ ਨੇ ਚੰਦਰਮਾ 'ਤੇ ਪਹੁੰਚਣ ਦਾ ਪਲਾਂਘ ਪੁੱਟੀ ਸੀ ਔਰ ਉਹ ਉੱਥੇ ਕਾਮਯਾਬ ਵੀ ਹੋਇਆ, ਪਹੁੰਚੇ ਵੀ ਆ। ਉਸ ਤੋਂ ਬਾਅਦ ਇੰਡੀਆ ਨੇ ਵੀ ਉਸੇ ਕਰਕੇ ਉਸੇ ਮੀਲ ਪੱਥਰ 'ਤੇ ਫੁੱਲ ਚੜਾ ਕੇ ਆਪਣਾ ਕੰਮ ਕੀਤਾ। ਜੀ। ਔਰ ਸ੍ਰੀ ਹਰੀਕੋਟਾ ਤੋਂ ਬਹੁਤ ਵਾਰੀ ਇਸ ਤਰ੍ਹਾਂ ਦੇ ਜਿਹੜੇ ਸਫਲਤਾਪੂਰਵਕ ਜਿਹੜੇ ਕੰਮ ਕੀਤੇ ਉਹਨਾਂ ਨੇ, ਔਰ ਇਸੇ ਤਰ੍ਹਾਂ ਦੇ ਉੱਥੇ ਜਾ ਕੇ ਪਹੁੰਚਣ ਦੀ ਕੋਸ਼ਿਸ਼ ਵੀ ਕੀਤੀ ਹੈ। ਔਰ ਜਦੋਂ ਪਿਛਲਾ ਚੰਦਰਯਾਨ 2 ਜਦੋਂ ਗਿਆ ਸੀ, ਉਦੋਂ ਤੇਜ਼ ਗਤੀ ਦੇ ਵਿੱਚ ਜਾ ਕੇ ਉਹ ਨਿਕਲ ਗਿਆ ਸੀਗਾ ਔਰ ਉਹ ਉੱਥੇ ਟੇਢਾ ਵੀ ਹੋ ਗਿਆ ਸੀਗਾ। ਉੱਥੇ ਪਹੁੰਚਣ ਦੀ ਕੋਸ਼ਿਸ਼ ਜਿਹੜੀ ਆ ਉਹ ਸਫਲ ਨਹੀਂ ਹੋ ਸਕੀ। ਔਰ ਪ੍ਰਧਾਨ ਮੰਤਰੀ ਉੱਥੋਂ ਦੇ ਸਾਇੰਟਿਸਟਾਂ ਕੋਲ ਪਹੁੰਚੇ ਵੀ ਸੀਗੇ ਔਰ ਉਹਨਾਂ ਨੂੰ ਗਲਵਕੜੀ ਪਾ ਕੇ ਸ਼ਾਬਾਸ਼ ਵੀ ਦਿੱਤੀ ਸੀ ਔਰ ਬੜੇ ਮਾਯੂਸ ਹੋਏ ਆ। ਜਿਹੜਾ ਕੰਟਰੋਲ ਰੂਮ ਸੀ ਥੱਲੇ, ਉਹ ਦੇਖ ਰਹੇ ਸੀਗੇ, ਉਹਦੀ ਗਤੀ ਤੇਜ਼ ਹੋ ਗਈ ਸੀ। ਗਤੀ ਤੇਜ਼ ਹੋਣ ਨਾਲ ਆਪਣੀ ਸਥਿਰ ਜਿਹੜੀ ਜਗ੍ਹਾ ਜਿਹੜੀ ਉਹਨਾਂ ਦੀ ਮਾਪੀ ਸੀ, ਉਸ ਜਗ੍ਹਾ ਤੋਂ ਅੱਗੇ ਨਿਕਲਿਆ ਸੀਗਾ ਔਰ ਟੇਢਾ ਹੋਇਆ। ਔਰ ਉੱਥੇ ਜਾ ਕੇ ਗੁਰੂਤਾ ਸ਼ਕਤੀ ਵੀ ਘਟ ਜਾਂਦੀ ਹੈ। ਉਹ ਜਿਹੜੀ ਖਿੱਚ ਦੀ ਜਿਹੜਾ ਹੈਗਾ, ਜਿਸ ਤਰ੍ਹਾਂ ਆਪਣੇ ਇੱਥੇ ਨਿਊਟਨ ਦਾ ਲਾ, ਉਹਦੇ ਅਕੋਰਡਿੰਗ ਆਪਾਂ ਜਿਹੜੀ ਚੀਜ਼ ਉੱਪਰ ਸੁੱਟੋ ਥੱਲੇ ਆਉਂਦੀ ਹੈ, ਉੱਥੇ ਘੱਟ ਹੈਗਾ। ਉਹ ਚੰਦਰਮਾ ਦੀ ਗੁਰੂਤਵਾਕਰਸ਼ਣ ਹੁੰਦੀ ਹੈ, ਗ੍ਰੈਵਿਟੀ ਚੰਦਰਮਾ ਦੀ ਉੱਥੇ ਕੰਮ ਕਰ ਰਹੀ ਹੈ। ਹਾਂ, ਉਹੀ ਹੈ, ਬਸ ਉਹੀ ਧਰਤੀ ਤੋਂ ਦੂਰ ਚਲ ਜਾਂਦਾ ਨਾ ਫਿਰ। ਉਸੇ ਤਰ੍ਹਾਂ ਦਾ ਹੈਗਾ, ਕਿਉਂਕਿ ਉਹਦੇ ਤੋਂ ਬਾਅਦ ਇੰਡੀਆ ਨੇ ਵੀ ਅਮਰੀਕਾ ਨਾਲ ਸਹਿਯੋਗ ਦਿੱਤਾ ਸੀ। ਸਾਡੇ ਵੀ ਜਿਹੜੇ ਨਾਲ ਵਿਗਿਆਨੀ ਸੀਗੇ, ਸਾਡੇ ਵੀ ਜਿਹੜੇ ਨਾਲ ਉਹਨਾਂ ਦੇ ਗਏ ਆ, ਜਦੋਂ ਉਹ ਚੰਦਰਮਾ 'ਤੇ ਪਹੁੰਚੇ, ਉਹ ਬੜੀ ਵੱਡੀ ਪਲਾਂਘ ਸੀ ਅਮਰੀਕਾ ਦੀ। ਹੁਣ ਇੰਡੀਆ ਵੀ ਉੱਥੇ ਆ ਗਿਆ। ਇੰਡੀਆ ਨੇ ਵੀ ਆਪਣਾ ਜਿਹੜਾ ਚੰਦਰਯਾਨ 3 ਭੇਜ ਦਿੱਤਾ ਉੱਥੇ ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਅਗਸਤ ਦੇ ਵਿੱਚ ਉੱਥੇ ਲੈਂਡ ਕਰੂਗਾ ਔਰ ਉਹਦੇ ਵਿੱਚ ਉਹ ਕੈਲਕੂਲੇਟ ਹੋ ਗਿਆ। ਕੰਟਰੋਲ ਰੂਮ ਨੂੰ ਪਤਾ ਲੱਗ ਰਿਹਾ ਕਿੱਥੇ ਇਸ ਵੇਲੇ ਹੈਗਾ, ਕਿਸ ਸਪੀਡ ਦੇ ਵਿੱਚ ਹੈਗਾ, ਉਹ ਸਾਰਾ ਕੁਝ ਇਸ ਵੇਲੇ ਵਿਗਿਆਨੀ ਉਹਨੂੰ ਕੰਟਰੋਲ ਵਿੱਚ ਲੱਗੇ ਪਏ ਆ। ਔਰ ਇਹ ਬੜੀ ਵੱਡੀ ਜਿਹੜੀ ਹੈ ਸਕਸੈਸਫੁਲ ਸਟੋਰੀ ਹੈਗੀ ਸਾਡੇ ਕੰਟਰੀ ਦੀ। ਔਰ ਇਹਦੇ ਵਿੱਚ ਬਾਹਰਲੇ ਦੇਸ਼ਾਂ ਨੂੰ ਤੇ ਇਹਦੇ ਨਾਲ ਜਿਹੜਾ ਹੁਣ ਡਿਵੈਲਪਿੰਗ ਕੰਟਰੀਆਂ, ਉਹਨਾਂ ਨੂੰ ਥੋੜ੍ਹਾ ਜਿਹਾ ਚਾਨਣ ਹੋ ਗਿਆ ਕਿ ਇੰਡੀਆ ਵਾਕਿਆ ਹੀ ਜਿਹੜਾ ਵਿਸ਼ਵ ਗੁਰੂ ਬਣਨ ਦੀ ਪਲਾਂਘ ਦੇ ਵਿੱਚ ਹੈਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਇੰਸ ਦੇ ਲਿਹਾਜ਼ ਨਾਲ ਬ੍ਰਹਿਮੰਡ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨੇ ਜਾਣਾ ਹੈਗਾ ਔਰ ਮੰਗਲ ਗ੍ਰਹਿ ਤੱਕ ਵੀ ਇਹਨਾਂ ਦੀ ਹੈਗੀ ਆ, ਸ਼ੁੱਕਰ ਗ੍ਰਹਿ ਸਭ ਤੋਂ ਨੇੜੇ ਹੈਗਾ ਔਰ ਸਾਰੇ ਜਿਹੜੇ ਵੀ ਗ੍ਰਹਿ ਨੇ ਉਹਨਾਂ ਤੱਕ ਪਹੁੰਚਣ ਦੀ ਇਹਨਾਂ ਦੀ ਕੋਸ਼ਿਸ਼ ਹੈਗੀ ਆ। ਔਰ ਬਾਕਾਇਦਾ ਖੋਜ ਹੁੰਦੀ ਹੈ, ਬਾਕਾਇਦਾ ਰਿਸਰਚ ਹੁੰਦੀ ਹੈ। ਔਰ ਇਹਦੇ ਵਿੱਚ ਦੇਖੋ ਬਜਟ ਜਿਹੜਾ ਹੈਗਾ ਉਹ ਵੀ ਇੰਡੀਆ ਨੇ ਚੱਲਿਆ। ਇਹਦੇ 'ਚ ਪੈਸੇ ਦੀ ਬਹੁਤ ਜ਼ਰੂਰੀ ਆ ਔਰ ਜਿੰਨੀ ਫਾਈਨੈਂਸ਼ੀਅਲ ਪਾਵਰ ਇਹਨਾਂ ਕੋਲ ਹੈਗੀ ਸੀ, ਇਹਨਾਂ ਨੇ ਜੋੜ ਦਿੱਤੀ ਉੱਥੇ। ਇਹ ਬਹੁਤ ਵੱਡੀ ਗੱਲ ਹੈਗੀ ਆ ਭਾਰਤ ਲਈ। ਔਰ ਇਹਦੇ ਵਿੱਚ ਦੇਖੋ ਇੰਗਲੈਂਡ ਜਿਹੜਾ ਬਹੁਤ ਸੁਪਰ ਕੰਟਰੀ ਆ ਜਾਂ ਦੂਸਰੇ ਕੰਟਰੀ ਆ, ਉਹਨਾਂ ਨੂੰ ਪਛਾੜ ਦਿੱਤਾ। ਇਹ ਅੱਗੇ ਨਿਕਲਿਆ ਇਸ ਗੱਲ 'ਤੇ। ਔਰ ਇਹਦੇ ਵਿੱਚ ਜਿਹੜੇ ਸਾਡੇ ਹੋਣਹਾਰ ਵਿਦਿਆਰਥੀ ਨੇ, ਸਟੂਡੈਂਟਸ ਨੇ, ਯੂਨੀਵਰਸਿਟੀਆਂ 'ਚ ਬੈਠੇ ਮੁੰਡੇ ਨੇ, ਸਾਇੰਟਿਸਟ ਨੇ, ਉਹਨਾਂ ਲਈ ਇਹ ਬਹੁਤ ਵੱਡਾ ਸੁਨੇਹਾ ਹੈ, ਬਹੁਤ ਵੱਡਾ ਮੈਸੇਜ ਹੈ ਕਿ ਆਉਣ ਵਾਲਾ ਸਮਾਂ ਤੁਹਾਡਾ ਜਿਹੜਾ ਇਸ ਤਰ੍ਹਾਂ ਦਾ ਹੋਊਗਾ ਕਿ ਜਿੱਥੇ ਤੁਸੀਂ ਬਾਹਰਲੀ ਗ੍ਰਹਿਾਂ 'ਤੇ ਚੰਦਰਮਾ ਤੱਕ ਵੀ ਪਹੁੰਚ ਕਰ ਦਿੱਤੀ ਹੈ, ਤੁਸੀਂ ਪਹੁੰਚ ਸਕਦੇ। ਬਿਲਕੁਲ ਐਗਜ਼ੈਕਟਲੀ ਸਾਡੇ ਵਾਸਤੇ ਬਹੁਤ ਵੱਡੀ ਉਪਲਬਧੀ ਹੈ। ਔਰ ਜਿੰਨੀਆਂ ਵੀ ਉੱਥੋਂ ਤਸਵੀਰਾਂ, ਜੋ ਵੀ ਇਨਫੋਰਮੇਸ਼ਨ ਸਾਨੂੰ ਮਿਲੇਗੀ ਜਦੋਂ ਚੰਦਰਯਾਨ 3 ਦਾ ਉੱਤੇ ਸੌਫਟ ਲੈਂਡਿੰਗ ਹੋਣ ਤੋਂ ਬਾਅਦ ਕਾਰਵਾਈ ਸਾਰੀ ਸ਼ੁਰੂ ਹੁੰਦੀ ਹੈ ਔਰ ਪੂਰੀ ਦੁਨੀਆ ਦੇ ਕੰਮ ਆਉਣੀ ਹੈ, ਉਹ ਸਿਰਫ ਭਾਰਤ ਦੇ ਨਹੀਂ। ਔਰ ਇਸਰੋ ਯਾਨੀ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਕਿੱਥੋਂ ਤੁਰੀ ਤੇ ਅੱਜ ਕਿੱਡਾ ਵੱਡਾ ਮੁਕਾਮ ਹਾਸਿਲ ਕਰ ਚੁੱਕੀ ਹੈ। ਸੋ ਤੁਸੀਂ ਦੇਖੋਗੇ ਕਿਤੇ ਨਾ ਕਿਤੇ ਐਲਨ ਮਸਕ ਵੀ ਉਹਨਾਂ ਦੇ ਨਾਲ ਕੰਟੈਕਟ ਕਰਨਾ ਚਾਹੁੰਦੇ ਨੇ, ਕਿਉਂਕਿ ਐਲਨ ਮਸਕ ਵੀ ਸਪੇਸ ਸਾਇੰਸ ਦੇ ਵਿੱਚ ਵੀ ਆਪਣਾ ਇੰਟਰਸਟ ਰੱਖਦੇ ਨੇ ਔਰ ਉਹ ਵੀ ਸਪੇਸ ਸ਼ਟਲਸ ਬਣਾਉਣ ਦੇ ਵਿੱਚ ਜਾਂ ਸਪੇਸ ਦੇ ਜਿਹੜੇ ਆਬਜੈਕਟਸ ਬਣਾਉਣ ਦੇ ਵਿੱਚ ਇੰਟਰਸਟਿਡ ਹੁੰਦੇ ਨੇ ਉਹਨਾਂ ਦੀਆਂ ਕੰਪਨੀਆਂ, ਤੋਂ ਉਹ ਵੀ ਇੱਕ ਤਰ੍ਹਾਂ ਨਾਲ ਕੰਟੈਕਟ ਕਰਦੇ ਨੇ। ਪੂਰੀ ਦੁਨੀਆ ਦੇ ਜਿਹੜੇ ਵੱਡੇ ਵੱਡੇ ਸਾਇੰਟਿਫਿਕ ਰਿਸਰਚ ਸੈਂਟਰਸ ਨੇ ਇਸਰੋ ਨਾਲ ਸੰਬੰਧ ਰੱਖਦੇ ਨੇ ਅੱਜ। ਜੀ ਬਿਲਕੁਲ। ਸੋ ਅਮਰੀਕਾ ਦੇ ਨਾਲ ਇੰਡੀਆ ਔਰ ਇੰਡੀਆ ਦੇ ਨਾਲ ਰਸ਼ੀਆ, ਪੂਰੇ ਵਰਲਡ ਦੇ ਚਾਈਨਾ ਔਰ ਜਿੰਨੀਆਂ ਵੀ ਸੁਪਰ ਪਾਵਰਸ ਨੇ, ਇੰਡੀਆ ਵੀ ਉਹਨਾਂ ਵਿੱਚੋਂ ਇੱਕ ਸਿਰ ਕੱਢ ਸੁਪਰ ਪਾਵਰ ਬਣ ਰਹੀ ਹੈ, ਉਹਨਾਂ ਗੱਲਾਂ ਦੇ ਵਿੱਚ ਸ਼ਾਮਿਲ ਹੈ ਔਰ ਦੁਨੀਆ ਦੀ ਨਜ਼ਰ ਇੰਡੀਆ ਦੇ ਉੱਤੇ ਹੈਗੀ ਜ਼ਰੂਰ। ਸੋ ਹੁਣ ਸਾਡੀ ਨਜ਼ਰ ਭਾਰਤ ਦੇ ਮੁੱਦਿਆਂ ਤੇ ਆਉਣ ਲੱਗੀ ਹੈ, ਕਿਉਂਕਿ ਸਭ ਤੋਂ ਮੇਨ ਮੁੱਦਾ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ ਜੋ ਚੱਲਦਾ ਪਿਆ ਕਿ ਰਾਹੁਲ ਗਾਂਧੀ ਇਸ ਵਕਤ 2024 ਦੀਆਂ ਇਲੈਕਸ਼ਨਸ ਲੜ ਸਕਦੇ ਨੇ ਕਿ ਨਹੀਂ ਲੜ ਸਕਦੇ, ਕਿਉਂਕਿ ਗੁਜਰਾਤ ਹਾਈ ਕੋਰਟ ਨੇ 2 ਸਾਲ ਦੀ ਸਜ਼ਾ ਉਹਨਾਂ ਦੇ ਉੱਤੇ ਬਰਕਰਾਰ ਰੱਖੀ ਹੈ ਔਰ 6 ਤੋਂ 8 ਸਾਲ ਦਾ ਉਹਨਾਂ ਦੇ ਉੱਤੇ ਇੱਕ ਬੈਨ ਹੈ ਕਿ ਤੁਸੀਂ ਇਲੈਕਸ਼ਨਸ ਨਹੀਂ ਲੜ ਸਕਦੇ। ਤੇ ਹੁਣ ਸੁਪਰੀਮ ਕੋਰਟ ਪਹੁੰਚ ਗਏ ਨੇ ਇਸ ਫੈਸਲੇ ਦੇ ਖਿਲਾਫ ਰਾਹੁਲ ਗਾਂਧੀ। ਇਹ ਗੁਜਰਾਤ ਦੀ ਸੂਰਤ ਹਾਈ ਕੋਰਟ ਜਿਹੜੀ ਹੈਗੀ ਉਹਨੇ ਫੈਸਲਾ ਦਿੱਤਾ ਸੀ ਕਿ 2 ਸਾਲ ਦੀ ਸਜ਼ਾ ਹੋਏਗੀ, ਜਿਹਦੇ ਵਿੱਚ ਇਹਨਾਂ ਨੇ ਉਪਨਾਮ ਪ੍ਰਧਾਨ ਮੰਤਰੀ ਦੇ ਰੱਖੇ ਸੀਗੇ
ਉਹਦੇ ਤੇ ਹੋਈ ਆ। ਹੋਰ ਇਹਨਾਂ ਨੇ ਜਿਹੜਾ ਬ੍ਰਿਟੇਨ 'ਚ ਜਾ ਕੇ ਲੋਕਤੰਤਰ ਦੇ ਅਗੇਂਸਟ ਬੋਲਿਆ ਉਹ ਹੈਗੀ ਆ। ਇਹਨਾਂ ਕੋਲ ਰਿਹਾਇਸ਼ ਵੀ ਖਾਲੀ ਕਰਾ ਲਈ ਸੀ। ਇਹਨਾਂ ਦੀ ਜਿਹੜੀ ਸੰਸਦ ਮੈਂਬਰਸ਼ਿਪ ਆ ਉਹ ਕੈਂਸਲ ਕਰ ਦਿੱਤੀ ਗਈ ਸੀ। ਉਹਦੇ ਬਾਵਜੂਦ ਇਹਨਾਂ ਨੂੰ 2 ਸਾਲ ਦੀ ਸਜ਼ਾ ਦਾ ਵੀ ਜਿਹੜਾ ਹੁਕਮ ਹੋ ਗਿਆ ਸੀਗਾ ਹਾਈ ਕੋਰਟ ਗੁਜਰਾਤ ਵੱਲੋਂ, ਔਰ ਉਹਦੇ ਖਿਲਾਫ ਇਹ ਪਹੁੰਚ ਚੁੱਕੇ ਨੇ ਸੁਪਰੀਮ ਕੋਰਟ। ਇਹਨਾਂ ਨੂੰ ਇਹ ਪਤਾ ਸੀਗਾ ਕਿ ਯਾਚਕਾ ਦਾਇਰ ਕਰਨ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਵਿਰੋਧੀ ਨੇ ਉਹ ਕਿਤੇ ਸੁਪਰੀਮ ਕੋਰਟ ਪਹੁੰਚਣ ਦੀਆਂ ਤਿਆਰੀਆਂ 'ਚ ਆ। ਇਹਨਾਂ ਨੇ ਪਹਿਲਾਂ ਯਾਚਕਾ ਦਾਇਰ ਕਰਤੀ ਆ ਕਿ ਇਹ ਫੈਸਲਾ ਹੁਣ ਸੁਪਰੀਮ ਕੋਰਟ ਦੇਖੋ ਕੀ ਕਰਦੀ ਆ, ਕਿ ਇਹਨਾਂ ਦੀ ਫੇਵਰ ਜਾਂਦਾ ਜਾਂ ਇਹਨਾਂ ਦੇ ਅਗੇਂਸਟ ਜਾਂਦਾ। ਜੇ ਤਾਂ ਅਗੇਂਸਟ ਗਿਆ ਤਾਂ ਤੁਹਾਡੀ ਗੱਲ ਸਹੀ ਆ, ਇਲੈਕਸ਼ਨ ਲੜਨਾ ਇਹਨਾਂ ਲਈ ਸੰਭਵ ਨਹੀਂ ਹੋਊਗਾ। ਇਲੈਕਸ਼ਨ ਸਿਰ 'ਤੇ ਆ ਗਈ ਆ ਅਤੇ ਇਹਨਾਂ 'ਤੇ ਮੜੇ ਦੋਸ਼ ਜਿਹੜੇ ਆ ਉਹ ਵੀ ਜਿਹੜੇ ਇਸ ਵੇਲੇ ਸੰਗੀਨ ਅਵਸਥਾ ਵਿੱਚ ਹੈਗੇ ਆ, ਉਹ ਸੀਰੀਅਸ ਤਰੀਕੇ ਨਾਲ ਵੇਖੇ ਜਾ ਰਹੇ ਆ। ਕਿਉਂਕਿ ਕਾਂਗਰਸ ਦੇ ਇਹ ਮੁੱਖ ਨੇਤਾ ਨੇ, ਚਾਹੇ ਇਹ ਪ੍ਰਧਾਨ ਖੜਕੇ ਨੇ, ਔਰ ਇਹ ਉਹਦੇ ਫਿਰ ਵੀ ਆਲੇ ਨਾਲ ਇਹੀ ਨੇ ਸਾਰਾ ਕੁਝ। ਹਾਈ ਕਮਾਂਡ ਜਿਹੜੀ ਆ ਉਹਨੂੰ ਚਲਾਉਣ ਵਾਲੇ ਸੋਨੀਆ ਗਾਂਧੀ ਔਰ ਇਹ ਆਪ ਰਾਹੁਲ ਗਾਂਧੀ ਜੀ ਨੇ। ਔਰ ਭਾਵੇਂ ਜਦੋਂ ਇਹਨਾਂ ਨੇ 2 ਵਾਰੀ ਜਿੱਤ ਹਾਸਲ ਕੀਤੀ ਸੀ ਇੰਦਰਾ ਗਾਂਧੀ ਤੋਂ ਬਾਅਦ, ਉਦੋਂ ਬਾਅਦ ਇਹ ਅਜੇ ਛੋਟੀ ਅਵਸਥਾ ਵਿੱਚ ਸੀ, ਨਿਆਣਪੁਣਾ ਸੀਗਾ, ਉਦੋਂ ਜਿਹੜਾ ਕਿਸਮਤ ਜਾਗੀ ਸੀ ਡਾਕਟਰ ਮਨਮੋਹਨ ਸਿੰਘ ਦੀ, ਉਹ 2 ਵਾਰ ਪ੍ਰਧਾਨ ਮੰਤਰੀ ਰਹੇ ਦੇਸ਼ ਦੇ। ਹੁਣ ਇਹ ਆਪਣੇ ਬਲਬੂਤੇ ਸਾਰਾ ਕੁਝ ਕਰਨ ਲਈ ਤਿਆਰ ਨੇ, ਔਰ ਇਹ ਤੋਂ ਬਾਅਦ ਇਹ ਸੋਚ ਰਹੇ ਆ ਕਿ ਇਸ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰਕੇ ਅਸੀਂ ਦੇਸ਼ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲਈਏ। ਪਰ ਇਹਦਾ ਖਤਰਾ ਬੀਜੇਪੀ ਨੂੰ ਵੀ ਹੈਗਾ, ਕੇਂਦਰ ਸਰਕਾਰ ਨੂੰ ਹੈਗਾ। ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਨੈਸ਼ਨਲ ਪਾਰਟੀ ਇਹੀ ਆ, ਲੋਕਾਂ ਦਾ ਜਿਹੜੀ ਹੈ ਖਿੱਚ ਵੀ ਇਹਨਾਂ ਵਾਲਾ। ਇਹਨੇ ਪੈਦਲ ਯਾਤਰਾ ਕਰਕੇ ਭਾਰਤ ਜੋੜੋ ਯਾਤਰਾ ਵੀ ਕੀਤੀ ਆ, ਉਹਦੇ 'ਚ ਵੀ ਕਾਫੀ ਵਧੀਆ ਪ੍ਰਤੀਕਿਰਿਆ ਮਿਲੀ ਲੋਕਾਂ ਦੀ। ਔਰ ਬ੍ਰਿਟੇਨ 'ਚ ਜਾ ਕੇ ਇਹਨਾਂ ਨੇ ਲੋਕਤੰਤਰ ਦੇ ਵਿਰੋਧਾਂ ਦੇ ਬੋਲਿਆ, ਜੋ ਕੁਛ ਰਿਕਾਰਡਿੰਗ ਹੋਈ ਉੱਥੇ ਇੰਟਰਵਿਊ ਦੇ ਲਈ। ਔਰ ਉਹ ਤੋਂ ਬਾਅਦ ਇੱਥੇ ਆ ਕੇ ਇਹਨਾਂ ਪਾਰਲੀਮੈਂਟ ਦੇ ਵਿੱਚ ਵੀ ਕਈ ਗੱਲਾਂ ਉਲਟ ਕੀਤੀਆਂ। ਉਹ ਸਾਰੀਆਂ ਗੱਲਾਂ ਇਹਨਾਂ ਨੇ ਨੋਟ ਕਰਕੇ ਉਹਦਾ ਮਸਲਾ ਬਣਾ ਕੇ ਦਾਇਰ ਕਰ ਦਿੱਤਾ। ਔਰ ਉਹ ਦੋਸ਼ ਜਿਹਦਾ ਮੜਿਆ ਗਿਆ ਇਹਨਾਂ 'ਤੇ, ਇਹਨਾਂ ਕੋਲ ਸਰਕਾਰੀ ਰਿਹਾਇਸ਼ ਤੇ ਗਈ ਜਿਹੜੀ ਅਸ਼ੋਕਾ ਰੋਡ 'ਤੇ ਸੀ, ਜਿਹਦੇ ਵਿੱਚ ਸੋਨੀਆ ਗਾਂਧੀ ਤੇ ਆਪ ਰਹਿੰਦੇ ਸੀ, ਉਹ ਗਈ। ਉਸ ਤੋਂ ਬਾਅਦ ਸੰਸਦ ਜਿਹੜਾ ਸੀਗੇ MP, ਉਹ ਮੈਂਬਰਸ਼ਿਪ ਗਈ। ਉਹ ਤੋਂ ਬਾਅਦ 2 ਸਾਲ ਦੀ ਹੋਰ ਇਹਨਾਂ ਨੂੰ ਸਜ਼ਾ ਹੋ ਗਈ। ਇਹ ਸਾਰੀਆਂ ਸਜ਼ਾਵਾਂ ਦਾ ਜਿਹੜਾ ਮਿਲਗੋਬਾ ਉਹਨੂੰ ਹੁਣ ਘਟਾਉਣ ਲਈ ਇਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਲਿਆ ਜੀ। ਔਰ ਕਹਿੰਦੇ ਨੇ ਕਿ ਇਹਦੇ ਵਿੱਚ ਆਪਸ਼ਨਸ ਵੀ ਹੋ ਸਕਦੀਆਂ ਨੇ ਕਿ ਸੁਪਰੀਮ ਕੋਰਟ ਰਿਲੈਕਸੇਸ਼ਨ ਦੇ ਦੇਵੇ, ਸੁਪਰੀਮ ਕੋਰਟ ਕਹਿ ਦੇਵੇ ਕਿ ਤੁਸੀਂ ਲੜ ਸਕਦੇ ਹੋ ਇਲੈਕਸ਼ਨਸ, ਔਰ ਇਹ ਸਭ ਚੱਲਦਾ ਰਹੂਗਾ। ਮਾਫੀ ਤਾਂ ਇੱਕਦਮ ਨਹੀਂ ਮਿਲੂਗੀ, ਵੀ ਤੁਸੀਂ ਸਾਫ਼ ਬਰੀ ਕੇਸ ਤਾਂ ਚੱਲੂਗਾ। ਔਰ ਦੂਜਾ ਆਪਸ਼ਨ ਇਹ ਵੀ ਵਰਕਆਊਟ ਕੀਤਾ ਗਿਆ ਕਿ ਜੇ ਰਾਹੁਲ ਗਾਂਧੀ ਖੁਦ ਆਪਣੀ ਗਲਤੀ ਮੰਨ ਕੇ ਮਾਫੀ ਮੰਗ ਲੈ। ਮਾਫੀ ਲਿਖਿਆ ਉਹਨਾਂ ਨੇ, ਹਾਂ, ਇਹ ਤਾਂ ਪਹਿਲਾਂ ਵੀ ਕਿਹਾ, ਪਾਰਲੀਮੈਂਟ 'ਚ ਹੋਈ ਹੈ, ਪਰ ਮਾਫੀ ਤੱਕ ਨਹੀਂ ਆਏ ਕਿਉਂਕਿ ਖੜਕੇ ਸਾਹਿਬ ਨੇ ਕਹਤਾ ਕਿ ਨੋ ਮਾਫੀ, ਇਹਦਾ ਕੋਈ ਕਸੂਰ ਹੀ ਨਹੀਂ ਹੈਗਾ। ਉਹ ਤਾਂ ਕਾਂਗਰਸ ਇਹਨਾਂ ਦੀ ਕਹਿ ਰਹੀ ਕਿ ਇਹਨਾਂ ਦਾ ਕੋਈ ਕਸੂਰ ਨਹੀਂ, ਕੋਈ ਇਹਦੇ ਵਿੱਚ ਕਈ ਪ੍ਰੈਸ਼ਰਸ ਹੋ ਸਕਦੇ ਨੇ ਕਿਉਂਕਿ ਪੋਲੀਟੀਕਲ ਹੈ ਸਾਰਾ ਕੁਝ, ਹੈਗਾ ਪੋਲੀਟੀਕਲ ਹੈ। ਹੁਣ ਕਈ ਪ੍ਰੈਸ਼ਰਸ ਆ ਸਕਦੇ ਨੇ ਇਹਦੇ ਵਿੱਚ ਕਿ ਪਰਿਵਾਰ ਵੱਲੋਂ ਵੀ ਪ੍ਰੈਸ਼ਰ ਹੋ ਸਕਦਾ ਹੈ। ਉਹਨਾਂ ਦੇ ਮਾਤਾ ਜੀ ਸੋਨੀਆ ਗਾਂਧੀ ਜੀ ਵੀ ਕਹਿ ਸਕਦੇ ਸਿਆਣੇ ਨੇ ਕਿ ਜੇ ਮਾਫੀ ਮੰਗਣਾ ਜ਼ਰੂਰੀ ਹੈ ਤਾਂ ਮਾਫੀ ਮੰਗ ਲਓ, ਕਿਉਂਕਿ 2024 ਦੀਆਂ ਇਲੈਕਸ਼ਨਸ ਦੇ ਵਿੱਚ ਫਾਈਟ ਕਰਨਾ ਰਾਹੁਲ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਕਾਂਗਰਸ ਨੂੰ ਬਚਾਉਣਾ ਹੈ। ਕਿਉਂਕਿ ਖੜਕੇ ਸਾਹਿਬ ਨੋ ਡਾਊਟ ਬਹੁਤ ਕਾਬਿਲ ਲੀਡਰ ਨੇ, ਸਿਆਣੇ ਆ, ਫਿਰ ਵੀ ਜੋ ਪਹਿਚਾਨ ਬਣੀ ਹੋਈ ਹੈ ਕਾਂਗਰਸ ਦੀ ਉਸ ਨੂੰ ਬਰਕਰਾਰ ਰੱਖਣ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਰਾਹੁਲ ਗਾਂਧੀ ਦਾ ਐਕਟਿਵ ਪੋਲਿਟਿਕਸ ਦੇ ਵਿੱਚ ਐਕਟਿਵ ਰਹਿਣਾ। ਹਾਂ, ਕਿਉਂਕਿ ਪੋਲਿਟਿਕਸ ਦੇ ਵਿੱਚ ਜਦੋਂ ਬੰਦਾ ਹਿਸਟਰੀ ਬਣ ਜਾਂਦਾ ਨਾ, ਹਾਂ, ਤਾਂ ਫਿਰ ਲੋਕਾਂ ਦੀ ਤਵੱਜੋ ਦਾ ਕਾਰਨ ਜਾਂ ਕੇਂਦਰ ਨਹੀਂ ਰਹਿ ਜਾਂਦਾ। ਇਸ ਕਰਕੇ ਬੜਾ ਸਿਆਣਾ ਸਟੈਪ ਲਿੱਤਾ ਕਿ ਖੜਕੇ ਸਾਹਿਬ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਕਿ ਅੱਗੇ ਵੀ ਰਿਸਕ ਪੁਆਇੰਟ ਜਿਹੜਾ ਉਹਨੂੰ ਕਵਰ ਅਪ ਕੀਤਾ ਜਾਵੇ। ਪਰ ਫਿਰ ਵੀ ਰਾਹੁਲ ਗਾਂਧੀ ਦਾ ਐਕਟਿਵ ਪੋਲਿਟਿਕਸ ਦੇ ਵਿੱਚ ਬਣੇ ਰਹਿਣਾ, ਖਾਸ ਕਰਕੇ ਭਾਰਤ ਜੋੜੋ ਯਾਤਰਾ ਤੋਂ ਬਾਅਦ, ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਉਹਨਾਂ ਦੀ ਜੋ ਸਿਸਟਰ ਹੈ ਪ੍ਰਿਯੰਕਾ ਗਾਂਧੀ ਵਾਡਰਾ, ਉਹ ਵੀ ਖਾਸ ਦਿਲਚਸਪੀ ਇਸ ਵਿੱਚ ਲੈ ਰਹੀ ਹੈ ਕਿ ਕਿਸ ਤਰ੍ਹਾਂ ਰਾਹੁਲ ਨੂੰ ਐਕਟਿਵ ਪੋਲਿਟਿਕਸ ਦੇ ਵਿੱਚ ਬਣਾ ਕੇ ਰੱਖਿਆ ਜਾਵੇ। ਵੈਸੇ ਪ੍ਰਿਯੰਕਾ ਗਾਂਧੀ ਨੂੰ ਵੀ ਲੋਕਾਂ ਦੀ ਜਿਹੜੀ ਪ੍ਰਤੀਕਿਰਿਆ, ਲੋਕਾਂ ਵੱਲੋਂ ਜਿਹੜੀ ਆ ਸਵਾਗਤ ਆ ਜ਼ਿਆਦਾ ਹੋ ਰਿਹਾ। ਜਿਸ ਤਰ੍ਹਾਂ ਤੁਸੀਂ ਖੜਕੇ ਸਾਹਿਬ ਨੂੰ ਪ੍ਰਧਾਨ ਬਣਾਉਣ ਦਾ, ਕਾਂਗਰਸ ਦਾ ਨੈਸ਼ਨਲ ਲੀਡਰ ਬਣਾਉਣ ਦਾ, ਪ੍ਰਧਾਨ ਬਣਾਉਣ ਦਾ ਦੱਸਿਆ, ਉਹ ਵੈਸੇ ਇੱਕ ਤਰ੍ਹਾਂ ਦੀ ਇਹ ਵੀ ਹੈਗੀ ਆ ਕਿ ਰਾਹੁਲ ਗਾਂਧੀ ਨੂੰ ਪਤਾ ਜੇ ਮੈਂ ਪ੍ਰਧਾਨਗੀ ਲੈ ਲਈ ਤੇ ਕੱਲ੍ਹ ਨੂੰ ਜੇ ਅਸੀਂ ਜਿੱਤ ਪ੍ਰਾਪਤ ਕਰ ਜਾਂਦੇ ਫਿਰ ਮੈਨੂੰ ਰਿਜ਼ਾਈਨ ਕਰਕੇ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਪਊਗਾ। ਇਸ ਕਰਕੇ ਵੀ ਹੈਗਾ, ਬੜੀ ਲੰਬੀ ਸੋਚ ਹੈ ਕਿਉਂਕਿ ਦਿੱਲੀ ਬੈਠੇ ਨੇ, ਉਹਨਾਂ ਨੂੰ ਪਤਾ ਹੈਗਾ ਕਿ ਕੋਈ ਪਤਾ ਨਹੀਂ ਹੈਗਾ ਕਿ ਪਬਲਿਕ ਦਾ, ਲੋਕਾਂ ਦਾ, ਕਿ ਜੇ ਮਨ ਅੱਕ ਗਿਆ ਹੋਵੇ ਜਾਂ ਜੇ ਲੋਕ ਚਾਹੁੰਦੇ ਹੋਣ ਤਾਂ ਕਾਂਗਰਸ ਨੂੰ ਜਿੱਤ ਪ੍ਰਾਪਤ ਕਰ ਦੇ ਸਕਦੇ ਆ। ਇਹ ਵੀ ਇੱਕ ਕਰਾਮਾਤ ਮਰਾਕਲ ਹੀ ਹੁੰਦਾ ਕਿ ਲੋਕ ਕੀ ਚਾਹੁੰਦੇ ਆ, ਔਰ ਲੋਕਾਂ ਦੀ ਮੁੱਠੀ ਵਿੱਚ ਹੀ ਹੈ ਸਾਰਾ ਕੁਝ। ਤਾਕਤ ਲੋਕਾਂ ਦੀ ਮੁੱਠੀ ਵਿੱਚ ਹੈ। 2024 ਦੇ ਵਿੱਚ ਜਦੋਂ ਮੁੱਠੀ ਖੁੱਲ੍ਹ ਗਈ, ਜਦੋਂ ਯੂਨਾਈਟ ਹੋ ਗਈਆਂ ਉਂਗਲਾਂ, ਸਾਰਾ ਕੁਝ ਪਤਾ ਲੱਗ ਗਿਆ, ਤੇ 5 ਇਕੱਠੀਆਂ ਹੋ ਕੇ 10 ਉਂਗਲਾਂ ਬਣ ਗਈਆਂ। ਔਰ ਉਹਦੇ ਤੋਂ ਬਾਅਦ ਇਹ ਸਾਰਾ ਕੁਝ ਇਕੱਠਾ ਹੋ ਕੇ ਕਾਂਗਰਸ ਦੇ ਪੱਲੇ ਜੇ ਪੈ ਜਾਂਦਾ ਤੇ ਪ੍ਰਧਾਨ ਮੰਤਰੀ ਵੁੱਡ ਵੀ ਰਾਹੁਲ ਗਾਂਧੀ ਜੀ ਹੋਣਗੇ। ਇਹਦੇ ਵਿੱਚ ਹੀ ਹੈਗਾ ਕਿਉਂਕਿ ਜਿਹੜੀ ਸੋਨੀਆ ਗਾਂਧੀ ਉਹ ਨਹੀਂ ਆਊਗੀ। ਸੋਨੀਆ ਗਾਂਧੀ ਦੀ ਲੈਂਗੁਏਜ ਦੀ ਪ੍ਰੋਬਲਮ ਵੀ ਹੈਗੀ ਹੈ।
ਔਰ ਦੂਸਰੇ ਤਾਂ ਉਹਦੀ ਉਮਰ ਵੀ ਇਸ ਤਰ੍ਹਾਂ ਦੀ ਹੈਗੀ ਆ, ਕੋਈ ਸਿਹਤ ਦਾ ਵਿੱਚ ਵੀ ਉਹ ਨਹੀਂ ਹੈਗੀ ਕਾਮਯਾਬੀ, ਕੋਈ ਸਿਹਤ ਵਿੱਚ ਵੀ ਨਾਕਾਮਯਾਬੀ ਹੈਗੀ ਆ। ਔਰ ਉਹ ਇਸ ਕਰਕੇ ਵੀ ਚਾਹੁੰਦੇ ਨੇ ਕਿ ਇਹ ਵੀ ਮੁੱਦਾ ਜਿਹੜਾ ਨਾਲ ਹੀ ਚੱਲਦਾ ਰਹੇ। ਹੁਣ ਦੇਖੋ ਸੁਪਰੀਮ ਕੋਰਟ ਦਾ ਡਿਸੀਜਨ ਕੀ ਹੈਗਾ, ਜੇ ਤਾਂ ਉਹਨਾਂ ਨੂੰ ਟਾਈਮ ਦੇ ਦਿੱਤਾ ਇਲੈਕਸ਼ਨ ਲੜਨ ਦੀ ਇਜਾਜ਼ਤ ਦੇ ਦਿੱਤੀ, ਫਿਰ ਤਾਂ ਉਹਨਾਂ ਦੀਆਂ 7 ਉਂਗਲਾਂ ਘਿਓ ਦੇ ਵਿੱਚ ਹੈਗੀਆਂ ਅਤੇ ਉਹ ਬਾਕੀ ਸਾਰਾ ਕੁਝ ਨੇੜੇ ਹੋ ਜਾਊਗਾ। ਇਹ ਹੁਣ ਸਿਆਸਤ ਵੀ ਹੈ ਇਹਦੇ ਵਿੱਚ, ਔਰ ਉਹਦੇ ਵਿੱਚ ਇਹਨਾਂ ਨੂੰ ਜਿਹੜੀ ਹੈਗੀ ਆ ਕਾਮਯਾਬੀ ਦਾ ਸਿਹਰਾ ਵੀ ਇਹਨਾਂ ਨੇ ਆਪਣੇ ਸਿਰ ਬੰਨ੍ਹਣਾ ਹੈਗਾ ਲੋਕਾਂ ਦੀ ਤਾਕਤ ਨਾਲ। ਕਿਉਂਕਿ ਮੈਂ ਤੁਹਾਡਾ ਮੁਹਾਵਰਾ ਦੇਖ ਰਿਹਾ, 5 ਉਂਗਲਾਂ ਕਿਉਂ ਹੁੰਦੀਆਂ, ਤੁਸੀਂ ਸੱਤੇ ਪਾ ਦਿੱਤੀਆਂ ਨੇ, ਇਸ ਕਰਕੇ 2 ਐਕਸਟਰਾ ਸਿਆਸਤ ਦੀਆਂ ਜ਼ਿਆਦਾ ਹੁੰਦੀਆਂ, 2 ਐਕਸਟਰਾ ਸਿਆਸਤ ਇਹਨੇ ਕੜਾਈ 'ਚ ਸਿਰ ਨਹੀਂ ਪਾਇਆ, 7 ਉਂਗਲਾਂ ਤਦ ਹੈਗਾ ਕਿ ਸਿਆਸਤ ਦੀਆਂ ਜ਼ਿਆਦਾ ਹੁੰਦੀਆਂ। ਕਿਉਂਕਿ ਸੋਨੀਆ ਗਾਂਧੀ ਤਾਂ ਪਹਿਲਾਂ ਵੀ ਡਾਕਟਰ ਮਨਮੋਹਨ ਸਿੰਘ ਵੇਲੇ ਮਨਾ ਕਰ ਚੁੱਕੇ ਨੇ, ਤਾਂ ਹੀ ਸਿੰਘ ਉਹ ਸਾਹਿਬ ਨਹੀਂ ਅੱਗੇ ਆਏ ਨੇ। ਇਹ ਤਾਂ ਇਸ ਵਾਰ ਵੱਡਾ ਹੋ ਗਿਆ ਨਾ। ਹਾਂ, ਇਸ ਵਾਰ ਰਾਹੁਲ ਗਾਂਧੀ ਤੋਂ ਕਾਫੀ ਉਮੀਦਾਂ ਨੇ ਔਰ ਪ੍ਰਿਯੰਕਾ ਗਾਂਧੀ ਉਹਦੀ ਸਪੋਰਟ ਵਿੱਚ ਨੇ, ਉਹ ਲੋਕਾਂ ਨੂੰ ਉਮੀਦ ਕਾਫੀ ਜ਼ਿਆਦਾ ਹੈ। ਸੋ ਆਪਾਂ ਅੱਗੇ ਵਧੀਏ, ਹੋਰ ਉਮੀਦਾਂ ਦੀ ਗੱਲ ਕਰਦੇ ਹਾਂ ਆਪਾਂ। ਉਮੀਦ ਇਹ ਹੈ ਕਿ ਜੋ ਕਿਸਾਨਾਂ ਦਾ ਔਰ ਮਜ਼ਦੂਰਾਂ ਦਾ ਮੁਆਵਜ਼ਾ ਬਣਦਾ ਹੈ, ਜੋ ਹੜ੍ਹਾਂ ਦੇ ਕਾਰਨ ਮਾਰ ਪਈ ਹੈ, ਕੁਦਰਤੀ ਮਾਰ ਪਈ ਹੈ, ਭਗਵੰਤ ਮਾਨ ਸਾਹਿਬ ਉਹਦੇ ਪ੍ਰਤੀ ਕੀ ਰੁਖ ਰੱਖਦੇ ਨੇ ਔਰ ਸਾਡੇ ਖਜ਼ਾਨੇ 'ਚ ਕਿੰਨਾ ਕੁ ਪੈਸਾ ਹੈ ਕਿ ਅਸੀਂ ਉਹਨਾਂ ਨੂੰ ਮੁਆਵਜ਼ਾ ਦੇ ਸਕੀਏ, ਕਿਉਂਕਿ ਕੇਂਦਰ ਵੱਲੋਂ ਜੋ ਸਾਨੂੰ ਸਹਾਇਤਾ ਮਿਲਣੀ ਚਾਹੀਦੀ ਆ ਉਹ ਇੱਕ ਤਰ੍ਹਾਂ ਨਾਲ ਹਜੇ ਰੁਕੀ ਹੋਈ ਹੈ। ਤਾਂ ਇਸ ਕਰਕੇ ਭਗਵੰਤ ਮਾਨ ਸਾਹਿਬ ਕਿਸ ਸਥਿਤੀ 'ਚ ਨੇ, ਸੂਬਾ ਸਰਕਾਰ ਦਾ ਖਜ਼ਾਨਾ ਕਿਸ ਸਥਿਤੀ 'ਚ ਹੈ, ਇਹ ਕਾਬਿਲ ਗੌਰ ਹੈ। ਇਹਨਾਂ ਨੇ ਵੈਸੇ ਸਭ ਤੋਂ ਪਹਿਲਾਂ ਤਾਂ ਕਿਹਾ ਕਿ ਇੱਕ ਸਪੈਸ਼ਲ ਗਿਰਦਾਵਰੀ ਹੋਊਗੀ, ਵੇਖਿਆ ਜਾਊਗਾ ਕਿ ਫਸਲਾਂ ਕਿੰਨੀਆਂ ਤਬਾਹ ਹੋਈਆਂ, ਔਰ ਉਦੋਂ ਬਾਅਦ ਇਹ ਖਾਸ ਆਪ ਜਾ ਕੇ ਕਿਸ਼ਤੀਆਂ 'ਤੇ ਬਹਿ ਕੇ ਪੂਰੇ ਪਿੰਡਾਂ ਦਾ ਦੌਰਾ ਕਰ ਆਏ ਆ। ਵੈਸੇ ਇਹਨੇ ਕੋਈ ਹੈਲੀਕਾਪਟਰ ਜਹਾਜ਼ ਨਹੀਂ ਲਿਆ, ਇਹ ਖੁਦ ਆਪ ਆਪਣੇ ਪੈਰਾਂ ਦੇ ਨੰਗਿਆਂ ਪੈਰਾਂ ਨਾਲ ਪਾਣੀ 'ਚ ਰਿਹਾ, ਕਿਸ਼ਤੀ 'ਚ ਰਿਹਾ। ਇੱਕ ਜਗ੍ਹਾ 'ਤੇ ਘੱਗਰ ਦਰਿਆ 'ਚ ਇਹਨਾਂ ਦੀ ਕਿਸ਼ਤੀ ਡੋਲੀ ਵੀ ਆ, ਕਿਸ਼ਤੀ ਦੇ ਵਿੱਚ ਸੀਚੇਵਾਲ ਸਾਹਿਬ ਵੀ ਸੀ, ਔਰ ਉਹ ਕਿਸ਼ਤੀ ਮਸਾਂ ਹੀ ਸਟੇਬਲ ਹੋਈ ਆ, ਔਰ ਉਹਦੇ ਵਿੱਚ ਉਹ ਜਿਹੜੀ ਡਗਮਗਾਈ ਸੀ। ਔਰ ਉਸ ਤੋਂ ਬਾਅਦ ਇਹਨਾਂ ਖੁਦ ਆਪਣੀਆਂ ਅੱਖਾਂ ਨਾਲ ਵੇਖਿਆ, ਇਹਨਾਂ ਨੂੰ ਪਤਾ ਹੈਗਾ ਵੀ ਇਹ ਕਿਸਾਨ, ਇਹਨਾਂ ਨੂੰ ਪਤਾ ਵੀ ਹੈਗਾ ਕਿ ਲੋਕਾਂ ਨੂੰ ਕਿੰਨਾ ਨੁਕਸਾਨ ਹੋ ਗਿਆ। ਫਸਲ ਜਿਹੜੀ ਝੋਨੇ ਦੀ ਸੀਗੀ, ਸਾਉਣੀ ਦੀ ਫਸਲ ਸਾਰੀ ਤਬਾਹ ਹੋ ਗਈ ਹੈ, 100% ਤਬਾਹ ਹੋ ਰਹੀ ਹੈ। ਔਰ ਪਾਣੀ ਜਦੋਂ ਝੋਨੇ ਨੂੰ ਜਾਂ ਕਿਸੇ ਫਸਲ ਨੂੰ ਜਦੋਂ ਡੁੱਬ ਜਾਂਦੀ ਆ ਨਾ, ਜਦੋਂ ਉਹਦਾ ਕੋਈ ਪੱਤਾ ਨੰਗਾ ਨਹੀਂ ਰਹਿੰਦਾ, ਉਹ ਸੜ ਜਾਂਦੀ ਹੈ। ਔਰ ਉਹਦੇ 'ਤੇ ਇੱਕ ਪਾਣੀ ਦੀ ਤਪਸ਼ ਹੈਗੀ ਆ, ਪਾਣੀ ਦਾ ਰੋੜ ਆ, ਬਹੁਤ ਜ਼ੋਰ ਦੀ ਰੋੜ ਆ ਰਿਹਾ, ਜਿਹਦੇ 'ਚ ਸਤਲੁਜ ਦਰਿਆ ਦੀ ਹੈਗੇ, ਘੱਗਰ ਦਰਿਆ ਹੋ ਰਿਹਾ, ਬਿਆਸ ਦਰਿਆ ਹੋ ਰਿਹਾ, ਸਾਰੇ ਉਹ ਹਰੀਕਿਆਂ ਦੇ ਵਾਲਾ ਏਰੀਆ, ਇੱਧਰੋਂ ਸ਼ਾਹਕੋਟ ਦਾ ਏਰੀਆ, ਲੋਹੀਆਂ ਦਾ ਔਰ ਫਰੀਦਕੋਟ ਦਾ, ਫਿਰੋਜ਼ਪੁਰ ਦਾ, ਸਾਰੇ ਏਰੀਏ ਜਿਹੜੇ 14 ਜ਼ਿਲ੍ਹੇ ਜਿਹੜੇ ਪਾਣੀ ਦੀ ਮਾਰ ਥੱਲੇ ਆ ਗਏ ਆ। ਔਰ ਇਹਨਾਂ ਨੇ ਆਪ ਸਾਰਾ ਕੁਝ ਦੇਖ ਲਿਆ, ਔਰ ਇਹਨਾਂ ਨੇ ਕਿਹਾ ਪਟਵਾਰੀਆਂ ਨੂੰ, ਤਹਿਸੀਲਦਾਰਾਂ ਨੂੰ, ਕਾਨੂੰਗੋਆਂ ਨੂੰ ਆਰਡਰ ਦੇ ਦਿੱਤੇ ਆ ਕਿ ਸਾਰੀ ਜਿਹੜਾ ਨੁਕਸਾਨ ਦੀ ਭਰਪਾਈ ਆ ਉਹ ਆਨਲਾਈਨ ਜਾ ਕੇ ਪਤਾ ਕਰਕੇ ਦੱਸੋ ਕਿੰਨਾ ਨੁਕਸਾਨ ਹੋ ਗਿਆ। ਔਰ ਹੁਣ ਇਹਨਾਂ ਸਿਰਫ ਐਲਾਨ ਕਰਨਾ ਇਹਨਾਂ ਨੇ ਕਿ ਕਿੰਨਾ ਪੈਸਾ ਪਰ ਏਕੜ ਦਿੱਤਾ ਜਾਊਗਾ ਕਿਸਾਨਾਂ ਨੂੰ, ਕਿਉਂਕਿ ਕਿਸਾਨਾਂ ਦੇ ਪੱਲੇ ਕੁਝ ਨਹੀਂ ਰਿਹਾ। ਨਾਲ ਰਹੀ ਆ ਮਜ਼ਦੂਰ ਜਿਹੜੇ ਹੈਗੇ ਨੇ ਨਾਲ, ਖੇਤੀ ਮਜ਼ਦੂਰ, ਉਹਨਾਂ ਲਈ ਵੀ ਇਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੇ ਕੰਮ ਸੀ ਕਰਨਾ ਸੀ ਉਹਨਾਂ ਦਾ, ਉਹ ਵੀ ਢਹਿ ਢੇਰੀ ਹੋ ਗਿਆ, ਉਹਦੇ ਲਈ ਵੀ ਪੈਸਾ ਦਿੱਤਾ ਜਾਊਗਾ। ਮਨਰੇਗਾ ਦੇ ਰਾਹੀਂ ਵੀ ਪੈਸਾ ਦਿੱਤਾ ਜਾਊਗਾ, ਆਪਣੇ ਕੋਲੋਂ ਵੀ ਇਹਨਾਂ ਕੋਲ ਖਜ਼ਾਨੇ ਰਾਹੀਂ ਪੈਸਾ ਦਿੱਤਾ ਜਾਊਗਾ। ਔਰ ਜਿਹੜੇ ਵੀ ਕਿਸਾਨ ਵਿਚਾਰੇ ਇਸ ਵੇਲੇ ਇਸ ਨੁਕਸਾਨ ਦਾ ਭਰਪਾਈ ਕਰ ਗਿਆ, ਜੋ ਨੁਕਸਾਨ ਉਹਨਾਂ ਨੂੰ ਝੱਲਣਾ ਪੈ ਰਿਹਾ, ਉਹ ਸਰਕਾਰ ਨੇ ਆਪਣੇ ਮੋਢਿਆਂ 'ਤੇ ਲੈ ਲਿਆ। ਔਰ ਉਹਦੇ ਵਿੱਚ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਇਹਦੇ ਵਿੱਚ 100% ਜਿਹੜਾ ਉਹਨਾਂ ਨੂੰ ਪੈਸਾ ਮਿਲਣਾ ਚਾਹੀਦਾ। ਪ੍ਰਤਾਪ ਸਿੰਘ ਬਾਜਵਾ ਵਿਰੋਧੀ ਨੇਤਾ ਜੇ, ਉਹਨਾਂ ਨੇ ਵੀ ਕਹਿ ਦਿੱਤਾ, ਸਾਰੀਆਂ ਕਿਸਾਨ ਜਿਹੜੀਆਂ ਫੇਵਰ 'ਚ ਪਾਰਟੀਆਂ ਨੇ ਉਹਨਾਂ ਨੇ ਕਿਹਾ। ਵੈਸੇ ਸਾਰੀਆਂ ਪਾਰਟੀਆਂ ਕਿਸਾਨਾਂ ਦੀ ਬਾਂਹ ਫੜਦੀਆਂ ਉਸੇ ਤਰ੍ਹਾਂ ਦੀ ਹੈਗੀ ਹੈ, ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਆਪਣੇ ਅੰਦੋਲਨ 'ਚ ਬਹੁਤ ਨੁਕਸਾਨ ਉਠਾ ਚੁੱਕੇ ਆ, ਔਰ ਹੁਣ ਜਿਹੜਾ ਨੁਕਸਾਨ ਹੈ ਕੁਦਰਤ ਨੇ ਦੇ ਦਿੱਤਾ ਇਹਨਾਂ ਨੂੰ। ਜਦੋਂ ਕਿ ਕਿਸਾਨ ਜਿਹੜਾ ਹੈਗਾ ਪਾਣੀ ਲਈ ਤਰਸਦਾ ਹੁੰਦਾ, ਪਾਣੀ ਲਈ ਕਿਸਾਨ ਜਿਹੜਾ ਹੈਗਾ ਇੰਦਰ ਦੇਵਤਾ ਦੇ ਅੱਗੇ ਰਜੋਈਆਂ ਕਰ ਦਿੰਦਾ, ਹੁਣ ਉਹੀ ਹੱਥ ਜੋੜ ਕੇ ਕਹਿ ਰਿਹਾ ਕਿ ਬਾਰਿਸ਼ ਨਾ ਹੋਵੇ ਜ਼ਿਆਦਾ, ਕਿਉਂਕਿ 8 ਦਿਨ ਪਹਿਲਾਂ ਮੌਨਸੂਨ ਪਾਉਣਾ ਆ ਗਈਆਂ, ਉਹਦੇ ਨਾਲ ਪਾਣੀ ਜਿਹੜਾ ਜ਼ਿਆਦਾ ਹੋ ਗਿਆ, ਬਾਰਿਸ਼ ਲਗਾਤਾਰ ਪੈ ਗਈ। ਔਰ ਪਿੱਛੋਂ ਹਿਮਾਚਲ 'ਚੋਂ ਪਾਣੀ ਵੀ ਬਹੁਤ ਹੋ ਗਿਆ, ਹਰਿਆਣੇ 'ਚੋਂ ਪਾਣੀ ਵੀ ਬਹੁਤ ਆ ਗਿਆ। ਪਰ ਰਹੀ ਗੱਲ ਲਹਿੰਦੇ ਪੰਜਾਬ ਦੀ, ਉਹਨਾਂ ਨੇ 10 ਦੇ 10 ਜਿਹੜੇ ਫਲੱਡ ਗੇਟ ਆ ਖੋਲ੍ਹ ਦਿੱਤੇ, ਪਾਣੀ ਸਾਰਾ ਜਿਹੜੇ ਚੜ੍ਹਦੇ ਪੰਜਾਬ ਦਾ ਉਧਰ ਚਲੇ ਗਿਆ। ਔਰ ਇਹਦੇ 'ਤੇ ਸਾਰੀਆਂ ਜਿਹੜੇ ਵਿਰੋਧੀ ਪਾਰਟੀਆਂ ਜਾਂ ਮੌਜੂਦਾ ਸਰਕਾਰ ਨੇ ਉਹਨਾਂ ਨੇ ਬੜੀ ਵੱਡੀ ਤਰਦੀਦ ਕੀਤੀ ਹੈ, ਬੜੀ ਵੱਡੀ ਸਰਾਹਨਾ ਕੀਤੀ ਹੈ ਪਾਕਿਸਤਾਨ ਦੇ ਪੰਜਾਬ ਦੀ। ਔਰ ਉਹਦੇ ਵਿੱਚ ਇਹਨਾਂ ਨੇ ਆ ਜਿਹੜੀ ਹੁਣ ਮੌਜੂਦਾ ਸਰਕਾਰ ਹੈਗੀ ਪੰਜਾਬ ਦੀ, ਇਹਨਾਂ ਨੇ ਕਿਹਾ ਦੇਖੋ ਇਹ ਮੰਗਦੇ ਪਾਣੀ ਹੈ ਪਹਿਲਾਂ ਸਾਡੇ ਕੋਲ, ਹੁਣ ਇਹਨਾਂ ਦੀਆਂ ਨਹਿਰਾਂ ਸੁੱਕੀਆਂ ਗਈਆਂ, ਹੁਣ ਪਾਣੀ ਉਧਰ ਨਹੀਂ ਜਾਣ ਦਿੰਦੇ, ਜਦੋਂ ਕਿ ਰਾਜਸਥਾਨ ਦੀ ਨਹਿਰ ਵੀ ਔਰ ਹਰਿਆਣਾ ਦੀਆਂ ਨਹਿਰਾਂ ਵੀ ਉਹਦੇ ਵਿੱਚ ਸੁੱਕੀਆਂ ਪਈਆਂ। ਹਰਿਆਣਾ ਨੇ ਪਾਣੀ ਛੱਡ ਕੇ ਤੇ ਜਮਨਾ 'ਚ ਪਾ ਦਿੱਤਾ, ਉਹ ਉੱਥੇ ਦਿੱਲੀ ਦੇ ਸੁਪਰੀਮ ਕੋਰਟ ਤੱਕ ਪਾਣੀ ਚਲੇ ਗਿਆ, ਦਿੱਲੀ ਦੀਆਂ ਸੜਕਾਂ 'ਚ ਸਾਰੇ ਦਰਿਆ ਬਣ ਗਏ, ਨਹਿਰਾਂ ਬਣ ਗਈਆਂ। ਇਹੀ ਹੁੰਦਾ ਕਿ ਜਦੋਂ ਪਾਣੀ ਤੁਸੀਂ ਵਾਧੂ ਹੁੰਦਾ ਫਿਰ ਨਾਲ ਦੇ ਸੂਬਿਆਂ ਨੂੰ ਮਾਰ ਪਾਣੀ ਦੀ ਝੱਲਣੀ ਪੈਂਦੀ ਹੈ। ਇਸੇ ਕਰਕੇ ਉਹਨਾਂ ਨੇ ਕਹਿ ਦਿੱਤਾ ਨਾ ਕਿ ਕਿਸਾਨਾਂ ਨੂੰ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਇਆ ਉਹਦੀ ਸਾਰਾ ਕੁਝ ਨੁਕਸਾਨ ਅਸੀਂ ਭਰਾਂਗੇ, ਇਹ ਬਹੁਤ ਵੱਡੀ ਗੱਲ ਹੈ।
ਕਿਸਾਨਾਂ ਲਈ ਖਾਸ ਕਰਕੇ ਬਹੁਤ ਵੱਡੀ ਖੁਸ਼ਖਬਰੀ ਹੈ। ਬਿਲਕੁਲ ਖੁਸ਼ਖਬਰੀ ਹੈ। ਬਾਕੀ ਇਹ ਹੈ ਕਿ ਮੁਆਵਜ਼ਾ ਸਹੀ ਤਰੀਕੇ ਨਾਲ ਮਿਲੇ, ਮਿਲੇ, ਹਾਂ। ਕਿਉਂਕਿ ਉਹਦੇ 'ਚ ਵੀ ਬੜੀ ਕਰਪਸ਼ਨ ਹੈ। ਬਿਲਕੁਲ ਸਹੀ। ਕਿਹਨੂੰ ਮੁਆਵਜ਼ਾ ਮਿਲਦਾ, ਕਿਹਨੂੰ ਨਹੀਂ ਮਿਲਦਾ, ਇਹ ਪਟਵਾਰੀਆਂ ਦੇ ਉੱਤੇ ਔਰ ਜਿਹੜੇ ਬੰਦੇ ਬਹਿ ਕੇ ਉੱਥੇ ਸਾਰਾ ਇਹ ਐਸਟੀਮੇਟ ਬਣਾਉਂਦੇ ਨੇ ਉਹਨਾਂ ਉੱਤੇ ਵੀ ਡਿਪੈਂਡ ਕਰਦਾ ਹੈ। ਕਈ ਵਾਰ ਮੁਆਵਜ਼ਾ ਕਿਤੇ ਹੋਰ ਹੀ ਚਲਾ ਜਾਂਦਾ ਹੈ। ਇਹ ਵੀ ਕਿਸੇ ਪੰਜਾਬ ਦੇ ਵਿੱਚ ਕਾਫੀ ਮਸ਼ਹੂਰ ਹੋਏ ਨੇ। ਜਾਣ ਉਹਨਾਂ ਦੇ ਬਾਕੀ 75 ਆਪਣੀ ਇਹਨਾਂ ਦੇ ਜੇਬਾਂ 'ਚ ਪੈ ਜਾਣ, ਉਹ ਗਲਤ ਹੈਗੀ ਆ। ਕਰਪਸ਼ਨ ਵੀ ਕਿਉਂਕਿ ਸਾਡੀਆਂ ਜੜ੍ਹਾਂ 'ਚ ਵੜੀ ਹੋਈ ਹੈ। ਸਹੀ ਗੱਲ। ਉਸ ਨੂੰ ਧਿਆਨ 'ਚ ਰੱਖਦੇ ਹੋਏ ਵੀ ਸਰਕਾਰ ਨੂੰ ਚੱਲਣਾ ਪਏਗਾ ਕਿ ਮੁਆਵਜ਼ਾ ਉੱਥੇ ਪਹੁੰਚੇ ਜਿੱਥੇ ਵਾਕਈ ਲੋੜ ਹੈ। ਇਹ ਵਿੱਚ ਜਿਹੜੇ ਬੈਠੇ ਨੇ ਬਾਗੜ ਬਿੱਲੇ ਖਾਣ ਵਾਲੇ, ਇਹਨਾਂ ਦਾ ਇੰਤਜ਼ਾਮ ਪਹਿਲਾਂ ਕਰਨਾ ਚਾਹੀਦਾ ਹੈ, ਤਾਂ ਹੀ ਮੁਆਵਜ਼ਾ ਉੱਥੇ ਪਹੁੰਚੇਗਾ ਜਿੱਥੇ। ਵੈਸੇ ਇਹਨਾਂ ਨੇ ਕਹਿਤਾ ਕਿ ਜਿਹੜੇ ਕਿਸਾਨਾਂ ਦੇ ਅਕਾਊਂਟ ਨੇ ਉਹਨਾਂ 'ਚ ਡਾਇਰੈਕਟ ਇੱਥੋਂ ਬੈਂਕ ਤੋਂ ਜਾਊਗਾ ਪੈਸਾ, ਸਾਰਾ ਹੀ ਸਿੱਧਾ ਹੀ ਉਹਨਾਂ ਦੇ ਆਨਲਾਈਨ ਪੈਸਾ ਜਾਊਗਾ, ਕੈਸ਼ ਨਹੀਂ ਜਾਊਗਾ। ਉਹਦੇ 'ਚ ਵੀ ਥੋੜ੍ਹਾ ਜਿਹਾ ਬਚਾਅ ਹੋ ਜਾਂਦਾ, ਪਰ ਉਹਦੇ 'ਚ ਤੁਹਾਡੀ ਗੱਲ ਸਹੀ ਹੈ। ਜਿਹੜੇ ਕੈਸ਼ ਭੇਜਣ ਵਾਲੇ ਨੇ, ਵੰਡਣ ਵਾਲੇ ਨੇ, ਉਹ ਸਾਰੇ ਫਿਰ ਤਾਂ ਉੱਥੇ ਹੀ ਆ। ਮਾਲ ਦੇ ਜਿਹੜੇ ਵਿਭਾਗ ਦੇ ਜਿਹੜੇ ਰੈਵਨਿਊ ਡਿਪਾਰਟਮੈਂਟ ਦੇ ਕਾਨੂੰਗੋ ਪਟਵਾਰੀ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਇਹੀ ਨੇ ਸਾਰੇ ਅਧਿਕਾਰੀ। ਔਰ ਇਹਦੇ ਵਿੱਚੋਂ ਕਈ ਤਾਂ ਅੱਗੇ ਫੜੇ ਵੀ ਗਏ ਆ। ਕਈ ਵਾਰੀ ਜਿਹੜੇ ਗਰਦਾਵਰੀ ਕਰਨ ਲਈ ਕਰਪਸ਼ਨ 'ਚ ਇਹ ਰੈਵਨਿਊ ਡਿਪਾਰਟਮੈਂਟ ਵਿੱਚ ਪਟਵਾਰੀ ਕਈ ਫੜੇ ਗਏ, ਰਿਸ਼ਵਤ ਪੈਸਾ ਲੈਂਦੇ। ਬਿਲਕੁਲ ਕਰਪਸ਼ਨ ਨਾ ਇਸ ਵਕਤ ਇੱਕ ਗਰੀਸ ਬਣ ਚੁੱਕੀ ਹੈ ਜਿਹੜੀ ਇਹ ਸਾਰੀ ਮਸ਼ੀਨਰੀ ਨੂੰ ਚਲਾਉਂਦੀ ਹੈ। ਹਾਂ, ਗਰੀਸ ਦਾ ਰੂਪ ਬਣ ਚੁੱਕੀ ਹੈ। ਸਾਰੇ ਲੋਕ ਇਸ ਤੋਂ ਅੱਕੇ ਕਹਿ ਰਹੇ ਕਿ ਇਹਨੂੰ ਫੰਡਾਮੈਂਟਲ ਰਾਈਟ ਕਿਉਂ ਨਹੀਂ ਬਣਾਉਂਦੇ, ਇਹਨੂੰ ਆਪਣਾ ਅਧਿਕਾਰ ਹੀ ਬਣਾ ਦਿਓ ਕਿ ਜਿਹੜਾ ਲੈਣਾ ਪੈਸਾ ਲੈਣਾ ਹੀ ਉਹਨਾਂ ਨੇ। ਇਸ ਕਰਕੇ ਐਕਸਪਰਟ ਕਹਿੰਦੇ ਨੇ ਜੇ ਕਰਪਸ਼ਨ ਹਟਾਣੀ ਹੈ ਨਾ, ਪਹਿਲਾਂ ਗਰਮ ਪਾਣੀ ਨਾਲ ਇਹ ਸਾਰੀ ਮਸ਼ੀਨਰੀ ਧੋਣੀ ਪੈਣੀ ਆ, ਜਿਹੜੀ ਗਰੀਸ ਹੋ ਗਿਆ ਨਾ ਉਹਨੂੰ, ਤਾਂ ਕਿ ਗਰੀਸ ਸਾਰੀ ਪੁਰਾਣੀ ਨਿਕਲ ਜਾਵੇ, ਫਿਰ ਨਵੀਂ ਆਇਲਿੰਗ, ਨਵੀਂ ਗਰੀਸਿੰਗ ਕਰਨੀ ਪੈਣੀ ਆ। ਇਹ ਹੋਣਾ ਹੀ ਨਹੀਂ ਮੁੱਦਾ ਪਾਸ, ਇਹ ਰਹਿਣਾ ਹੀ ਆ। ਕਰਪਸ਼ਨ ਰਹੂਗੀ। ਜਿੱਦਾਂ ਤੁਸੀਂ ਕਿਹਾ ਵੀ ਰਗਾਂ 'ਚ ਵੜੀ ਪਈ ਕਰਪਸ਼ਨ, ਉਹ ਹੈਗਾ DNA 'ਚ ਵੜ ਗਈ ਹੈ। ਉਹ ਬਸ ਉਹਦੇ ਜਿਹੜੇ ਤੁਹਾਡੇ ਜਿੱਦਾਂ ਹੁੰਦਾ ਨਹੀਂ, ਤੁਹਾਨੂੰ ਕੋਈ ਬਿਮਾਰੀ ਲੱਗਦੀ ਆ, ਜਿੱਦਾਂ ਤੁਹਾਨੂੰ ਸ਼ੂਗਰ ਹੁੰਦੀ ਆ ਤੇ ਬਲੱਡ ਸ਼ੂਗਰ ਹੋ ਗਈ ਤੇ ਚੱਲ ਗਿਆ ਕੰਮ। ਫਿਰ ਤਾਂ ਤੁਹਾਡੀਆਂ ਕਿਡਨੀਆਂ ਵੀ ਡੈਮੇਜ, ਤੁਹਾਡਾ ਹਾਰਟ ਵੀ ਡੈਮੇਜ, ਤੁਹਾਡੀਆਂ ਅੱਖਾਂ ਵੀ ਖਰਾਬ, ਸਾਰਾ ਤੁਹਾਡਾ ਲੀਵਰ ਵੀ ਡੈਮੇਜ, ਸਾਰਾ ਕੁਝ ਡੈਮੇਜ ਹੋ ਜਾਂਦਾ। ਹੁਣ ਡੈਮੇਜਿੰਗ ਜਿਹੜੀ ਹੈ ਕ੍ਰਾਸ ਲੰਘ ਹੋ ਗਿਆ। ਬਿਲਕੁਲ ਇਹ ਹੱਦਾਂ ਤੋਂ ਪਾਰ ਹੈ ਕਰਪਸ਼ਨ ਇਸ ਵਕਤ। ਸੋ ਇਸ ਦੌਰਾਨ ਮੁਆਵਜ਼ਾ ਜਾਂ NRIs ਦੀ ਮਦਦ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਸਹੀ ਥਾਂ ਤੇ ਪਹੁੰਚਾਉਣਾ, ਸਹੀ ਗੱਲ, ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਹਾਂ ਜੀ ਬਲਕਾਰ ਜੀ, ਹੁਣ ਅਗਲਾ ਮਸਲਾ ਆਪਾਂ ਲੈਂਦੇ ਹਾਂ। ਜਦੋਂ ਆਪਾਂ ਗੱਲ ਕੀਤੀ ਸੀ ਕਿ ਫ੍ਰੀ ਪ੍ਰਸਾਰਣ ਹੋਣਾ ਚਾਹੀਦਾ ਹੈ ਗੁਰਬਾਣੀ ਦਾ, ਸਾਰੇ ਚੈਨਲਸ ਦੇ ਉੱਤੇ ਫ੍ਰੀ ਹੋਣਾ ਚਾਹੀਦਾ ਹੈ, ਮੁਫਤ 'ਚ ਹੋਣਾ ਚਾਹੀਦਾ, ਤਾਂ ਕਿ ਘਰ ਘਰ ਪੂਰੇ ਵਿਸ਼ਵ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ। ਪਰ 21 ਜੁਲਾਈ ਨੂੰ ਜਿਹੜਾ ਟੈਂਡਰ ਖਤਮ ਹੋ ਰਿਹਾ, ਕੰਟਰੈਕਟ ਖਤਮ ਹੋ ਰਿਹਾ, ਉਹਨੂੰ ਲੈ ਕੇ ਕਾਫੀ ਮਾਮਲਾ ਭਖਿਆ ਹੋਇਆ ਹੈ ਕਿ ਇਹ ਰਾਈਟਸ PTC ਕੋਲ ਹੀ ਰਹਿਣੇ ਚਾਹੀਦੇ ਨੇ ਜਾਂ ਸਭ ਦੇ ਕੋਲ ਵੰਡ ਦੇਣੇ ਚਾਹੀਦੇ ਨੇ। ਇਹ ਮਸਲਾ ਹੁਣ ਕੀ ਬਣਦਾ ਹੈ, ਕਿਉਂਕਿ ਇਸ ਵਕਤ ਬੜੀ ਤਿੱਖੀ ਹੋਈ ਹੈ ਰਾਜਨੀਤੀ ਇਸ ਮਸਲੇ ਦੇ ਉੱਤੇ। ਹੁਣੇ ਕੱਲ੍ਹ ਨਾ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੇ ਐਲਾਨ ਕਰ ਦਿੱਤਾ, ਜਿਸ 'ਚ ਧਾਮੀ ਸਾਹਿਬ ਨੇ ਐਲਾਨ ਕੀਤਾ ਕਿ ਆਉਣ ਵਾਲੇ 24 ਤਰੀਕ ਨੂੰ YouTube 'ਤੇ ਜਿਹੜਾ ਫਿਰ ਗੁਰਬਾਣੀ ਪ੍ਰਸਾਰਣ ਦਾ ਚੈਨਲ ਸ਼ੁਰੂ ਕੀਤਾ ਜਾਊਗਾ। ਔਰ ਉਹ ਜਦੋਂ ਉਹਨਾਂ ਦਾ ਐਲਾਨ ਹੋਇਆ ਤਾਂ ਉਦੋਂ ਬਾਅਦ ਜਿਹੜੀ ਆ ਸਿਆਸਤ ਫਿਰ ਸਰਗਰਮ ਹੋ ਗਈ ਆ। ਔਰ ਇਹਦੇ ਵਿੱਚ ਮੋੜਵਾਂ ਜਵਾਬ ਟਵੀਟਸ 'ਤੇ ਦਿੱਤਾ ਭਗਵੰਤ ਮਾਨ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਸੋਧ ਐਕਟ ਬਿੱਲ 1925 ਸੀ, ਅਸੀਂ ਤਰਮੀਮ ਕੀਤੀ, ਉਹਦੇ 'ਚ ਪ੍ਰਸਤਾਵ ਰੱਖ ਕੇ ਪਾਸ ਕਰ ਦਿੱਤਾ ਗਿਆ ਵਾ ਕਿ ਇਹਦੇ ਵਿੱਚ ਸਾਰੇ ਚੈਨਲ ਜਿਹੜੇ ਹੈਗੇ ਆ ਘਰੋ ਘਰ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਕਰਨਗੇ। ਨਾ ਕੇਵਲ ਇੱਕ ਪਰਿਵਾਰ ਦੀ ਜਿਹੜੀ ਹੈਗੀ ਆ ਹਜ਼ਾਰੇਦਾਰੀ ਰਹੂਗੀ, ਉਹਦੇ 'ਤੇ ਪਰਿਵਾਰ ਨਹੀਂ ਹੋਗਾ। ਉਹਨਾਂ ਨੇ ਸਿੱਧਾ ਸੰਕੇਤ ਇਸ਼ਾਰਾ ਬਾਦਲ ਪਰਿਵਾਰ ਵੱਲ ਕੀਤਾ, ਸਿੱਧਾ ਕਿਹਾ ਹੀ ਆ ਕਿ ਇਹਦਾ ਫਾਇਦਾ ਜਿਹੜਾ ਉਹਨਾਂ ਨੇ ਲਿਆ ਵਾ, ਇੱਕ ਪ੍ਰਾਈਵੇਟ ਚੈਨਲ ਨੂੰ ਪ੍ਰਸਾਰਣ ਦੇ ਕੇ ਉਹ 'ਚੋਂ ਕਮਾਈ ਵੀ ਕੀਤੀ ਆ ਔਰ ਉਹਦੇ 'ਤੇ ਆਪਣੀ ਜਿਹੜੀ ਆ ਉਹਦੇ 'ਤੇ ਹਜ਼ਾਰੇਦਾਰੀ ਵੀ ਰੱਖੀ ਆ, ਆਪ ਹੀ ਚਲਾਇਆ। ਉਹਦੇ ਵਿੱਚ ਇਹਨਾਂ ਦਾ ਪੋਲੀਟੀਕਲ ਮੈਸੇਜ ਵੀ ਲੋਕਾਂ ਨੂੰ ਜਾਂਦਾ ਰਿਹਾ ਸਾਰਾ ਉਸ ਚੈਨਲ 'ਤੇ। ਔਰ ਕਿਉਂ ਨਾ ਇਹ ਕੀਤਾ ਜਾਵੇ ਕਿ ਇਹ ਸਾਰੇ ਚੈਨਲਾਂ ਨੂੰ ਇਹਦਾ ਅਧਿਕਾਰ ਦੇ ਦਿੱਤਾ ਜਾਵੇ। ਔਰ ਕੁਝ ਦੇਸ਼ਾਂ ਵਿੱਚ ਇਹ ਚੈਨਲ ਜਿਹੜੇ ਹੈਗੇ ਆ ਨਹੀਂ ਚੱਲ ਰਹੇ, ਡਿਜੀਟਲ ਚੈਨਲ ਗੁਰਬਾਣੀ ਦਾ ਨਹੀਂ ਗਿਆ ਉਹ ਉਸ ਤਰ੍ਹਾਂ ਦਾ, ਜਿੱਦਾਂ ਕੋਰੀਆ ਦੇ ਵਿੱਚ ਨਹੀਂ ਸੀ ਹੈਗਾ ਔਰ ਉਹਦੇ ਵਿੱਚ ਨਾਈਜੀਰੀਆ ਦੇ ਵਿੱਚ ਨਹੀਂ ਸੀ ਹੈਗਾ, ਹੋਰ ਕੰਟਰੀ ਜਿੱਥੇ ਸਿੱਖ ਬਹੁਤ ਰਹਿ ਰਹੇ ਆ ਪਰ ਉੱਥੋਂ ਦਾ ਇਹ ਪ੍ਰਸਾਰਣ ਨਹੀਂ ਸੀ ਹੁੰਦਾ। ਪਰ ਇਹਨਾਂ ਨੇ ਕਿਹਾ ਕਿ ਡਿਜੀਟਲ ਦੀ ਅਪਰੋਚ ਜਿਹੜੀ ਉੱਥੋਂ ਤੱਕ ਹੋਣੀ ਚਾਹੀਦੀ ਆ। ਫਿਰ ਭਗਵੰਤ ਮਾਨ ਨੇ ਲੈਟਰ ਲਿਖਿਆ ਆਪਣੇ ਗਵਰਨਰ ਸਾਹਿਬ ਨੂੰ ਔਰ ਉਹਨਾਂ ਨੂੰ ਲੈਟਰ ਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਕਿ ਇਹਦੇ 'ਤੇ ਛੇਤੀ ਤੋਂ ਛੇਤੀ ਸਾਈਨ ਕੀਤੇ ਜਾਣ। ਜਿਹੜਾ ਅਸੀਂ ਮਸਲਾ ਤੁਹਾਡੇ ਕੋਲ ਭੇਜ ਦਿੱਤਾ ਹੈਗਾ, ਇਹਨੂੰ ਇਹ 'ਤੇ ਡਿਲੇ ਨਾ ਕੀਤਾ ਜਾਵੇ ਤਾਂ ਕਿ ਇਹ ਚੈਨਲ ਨਾ ਸ਼ੁਰੂ ਕਰ ਸਕਣ, ਤਾਂ ਕਿ ਅਸੀਂ ਦੂਜੇ ਚੈਨਲ ਨੂੰ ਕਿਸੇ ਨੂੰ ਦੇ ਦਿੱਤਾ ਜਾਵੇ। ਸਾਰਾ ਕੁਝ ਜਿਹੜਾ ਇਨਫਰਾਸਟਰਕਚਰ ਹੈਗਾ ਦਰਬਾਰ ਸਾਹਿਬ ਦੇ ਵਿੱਚ, ਉਹਨਾਂ ਦੇ ਕੈਮਰੇ ਮਾਊਂਟ ਹੋਏ ਆ, ਉਹਨਾਂ ਦਾ ਜਿਹੜਾ ਪੈਨਲ ਬਣਿਆ ਹੈਗਾ ਇਹ PTC ਚੈਨਲ ਦਾ ਹੈਗਾ ਉੱਤੇ। ਔਰ ਉਹ ਬਾਕਾਇਦਾ ਤੌਰ 'ਤੇ ਇਹਨਾਂ ਨੇ ਪਲੇਸਿੰਗ ਹੈਗੀ ਆ ਕੈਮਰੇਜ਼ ਦੀ, ਜਿਹੜੀ ਕੈਮਰੇ ਹੈਗੇ ਆ ਵੱਖਰੇ ਵੱਖਰੇ ਡਿਫਰੈਂਟ ਐਂਗਲ 'ਤੇ ਗੁਰਬਾਣੀ ਪ੍ਰਸਾਰਣ ਜਿਹੜਾ ਲਾਈਵ ਹੁੰਦਾ, ਸਿੱਧਾ ਪ੍ਰਸਾਰਣ ਹੁੰਦਾ। ਔਰ ਜੇ ਉਹਨਾਂ ਨੇ ਚੈਨਲ 'ਤੇ YouTube 'ਤੇ ਸ਼ੁਰੂ ਕਰ ਦਿੱਤਾ ਔਰ ਉਹਨਾਂ ਨੂੰ ਕੋਈ ਨਵਾਂ ਇਨਫਰਾਸਟਰਕਚਰ ਨਹੀਂ ਲਾਉਣਾ ਪਊਗਾ,
ਇਹ ਸਾਰਾ ਕੁਝ ਉਹਨਾਂ ਦਾ ਆਲਰੇਡੀ ਚੱਲ ਰਿਹਾ ਉੱਥੇ। ਇਹ ਜਿਹੜਾ ਤਦੇ ਕਰਕੇ ਇਹਨਾਂ ਨੇ ਫੌਰੀ ਤੌਰ ਤੇ 21 ਤਰੀਕ ਨੂੰ ਟੈਂਡਰ ਖਤਮ ਇਹਨਾਂ ਦਾ, ਔਰ ਉਹਨਾਂ ਨੇ ਭਗਵੰਤ ਮਾਨ ਨੇ ਉਹਦੇ 'ਚ ਕਿਹਾ ਹੈਗਾ ਕਿ ਇਹਨਾਂ ਟੈਂਡਰ ਦੇ ਕੇ ਜਾਂ ਉਹਦੇ 'ਚ ਪ੍ਰਸਾਰਣ ਲੈ ਕੇ ਉਹਦੇ 'ਚ ਬਹੁਤ ਕੁਝ ਫਾਇਦਾ ਲਿਆ, ਔਰ ਉਹਨੂੰ ਇਸ ਕਰਕੇ ਆਂਦਾ ਮੈਂ ਰੋਕਿਆ ਹੈਗਾ। ਔਰ ਉਹਦੇ ਵਿੱਚ ਬਹੁਤ ਲੋਕਾਂ ਦੀ ਇਹ ਇਹਨਾਂ ਦੇ ਵਿੱਚ ਰਹੀ ਹੈ ਗੱਲ, ਸਰਾਹਨਾ ਕੀਤੀ ਆ ਕਿ ਵਾਕਈ ਲੋਕਾਂ ਨੂੰ ਸਾਰੇ ਚੈਨਲਾਂ ਤੋਂ ਆਉਣਾ ਚਾਹੀਦਾ। YouTube ਤੇ ਨਹੀਂ ਨਜ਼ਰ ਆਊਗਾ, YouTube ਤੇ ਤਾਂ ਮੋਬਾਈਲ ਰਾਹੀਂ ਨਜ਼ਰ ਆਊਗਾ, ਔਰ YouTube ਤੇ ਜਿਹੜਾ ਜਿਹਨੇ ਕੇਬਲ ਲਾਈ ਆ ਉਹਦੇ ਨਾਲ ਆਊਗਾ, ਸਿੱਧੇ ਤੌਰ ਤੇ ਨਹੀਂ ਆਊਗਾ। ਔਰ ਜਿਹੜੇ ਚੈਨਲ ਇਹ ਪੇਡ ਚੈਨਲ ਸੀਗੇ ਇਹਨਾਂ ਦਾ, ਜਿਹੜਾ PTC ਚੈਨਲ, ਇਹਦੇ ਵੀ ਪੈਸੇ ਦੇਣੇ ਪੈਂਦੇ ਸੀ ਲੋਕਾਂ ਨੂੰ, ਔਰ ਉਹ ਹੁਣ ਇਹਨਾਂ ਨੇ ਇਹ ਇਸ ਵੇਲੇ ਐਸਾ ਉਲਝਿਆ ਮਾਮਲਾ ਹੈਗਾ। ਔਰ ਇਹਦੇ ਵਿੱਚ ਜਦੋਂ ਸਿਆਸਤ ਆਣ ਵੜਦੀ ਆ, ਜਦੋਂ ਵਿੱਚ ਦੋ ਪਾਰਟੀਆਂ ਦੀ ਗੱਲ ਆ ਜਾਂਦੀ ਹੈ ਤੇ ਖਿੱਚਾਤੂਈ ਬਣ ਗਈ ਹੈ। ਇਹਦੇ ਵਿੱਚ ਇਹਨਾਂ ਨੂੰ ਵੈਸੇ ਜਿਹੜੇ ਲੋਕ ਸੂਝਵਾਨ ਨੇ, ਉਹਦੇ 'ਚ ਅਸੀਂ ਸਾਡੇ ਚੈਨਲ ਵੱਲੋਂ ਤਾਂ ਅਸੀਂ ਨਹੀਂ ਕਹਿ ਰਹੇ, ਉਹਦੇ ਵਿੱਚ ਸੂਝਵਾਨ ਲੋਕ ਨੇ ਉਹ ਕਹਿੰਦੇ ਵੀ ਜੇ ਇਸ ਤਰ੍ਹਾਂ ਰੇਡੀਓ, ਆਲ ਇੰਡੀਆ ਰੇਡੀਓ ਜਿਹੜਾ ਜਲੰਧਰ ਇਹ ਕਰ ਰਿਹਾ, ਇਹਦਾ ਬ੍ਰਾਡਕਾਸਟ ਕਰ ਰਿਹਾ, ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਦਾ ਜਿਹੜਾ ਸਰਵਣ ਕਰਾ ਰਿਹਾ ਸਾਰੇ ਲੋਕਾਂ ਨੂੰ, ਪਬਲਿਕ ਨੂੰ, ਉਹ ਸਵੇਰੇ ਮਾਰਨਿੰਗ 4 ਤੋਂ ਲੈ ਕੇ 6 ਵਜੇ ਤੱਕ ਹੁੰਦੀ ਹੈ, ਬਾਅਦ ਵਿੱਚ ਵੀ ਹੁੰਦਾ, ਦੁਪਹਿਰ ਨੂੰ ਵੀ ਹੁੰਦਾ। ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਕਿਉਂ ਨਾ ਦੂਰਦਰਸ਼ਨ ਨੂੰ ਦੇ ਦਿੱਤਾ ਜਾਵੇ ਤਾਂ ਕਿ ਪ੍ਰਾਈਵੇਟ ਚੈਨਲਾਂ ਦੀ ਜਿਹੜੀ ਖਹਿਬਾਜ਼ੀ ਹੈ, ਲੜਾਈ ਆ, ਉਹ ਹਟ ਸਕਦੀ ਹੈ। ਕਿਉਂਕਿ ਦੂਰਦਰਸ਼ਨ ਕੇਂਦਰ ਜਿਹੜਾ ਹੈਗਾ ਉਹ ਸਰਕਾਰੀ ਤੌਰ ਤੇ ਹੈਗਾ। ਉਹਦੇ ਜਿਹੜੇ ਇਸ ਵੇਲੇ ਸੂਚਨਾ ਪ੍ਰਸਾਰਣ ਮੰਤਰੀ ਅਨੁਰਾਗ ਲੱਲਤ ਜੀ ਨੇ, ਉਹ ਇਸ ਡਿਸੀਜਨ ਤੇ ਆ ਸਕਦੇ ਆ ਜੇ ਸੈਂਟਰ ਕੋਲ ਇਹ ਮੁੱਦਾ ਚਲੇ ਜੀ। ਅਜੇ ਇਹ ਰੌਲਾ ਪੰਜਾਬ ਸਰਕਾਰ ਦਾ ਤੇ SGPC ਦੋਵਾਂ ਦਾ ਹੈਗਾ, ਔਰ ਜੇ ਇਸੇ ਖਿੱਚਾਤੂਈ 'ਚ ਰਹੇਗਾ ਤੇ ਡਿਸੀਜਨ ਆਫਟਰ ਆਲ ਕੇਂਦਰ ਨੂੰ ਲੈਣਾ ਪਊਗਾ, ਔਰ ਇਹਨੂੰ ਸੰਭਾਲ ਸਕਦਾ ਦੂਰਦਰਸ਼ਨ, ਸੰਭਾਲ ਸਕਦਾ। ਦੂਰਦਰਸ਼ਨ ਅੱਗੇ ਲਾਈਵ ਸ਼ੋਅ ਕਰਦਾ ਰਿਹਾ ਬਹੁਤ, ਸੁਲਤਾਨਪੁਰ ਲੋਧੀ ਤੋਂ, ਜਦੋਂ ਪੰਜਵੇਂ ਪਾਤਸ਼ਾਹ ਦੇ ਜਦੋਂ ਉਹਨਾਂ ਦਾ ਗੁਰਪੁਰਬ ਹੁੰਦਾ, ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਤੋਂ ਜਦੋਂ ਹੁੰਦਾ, ਉਹਨੂੰ ਲਾਈਵ ਸ਼ੋਅ ਦਿਖਾਇਆ ਜਾਂਦਾ ਔਰ ਸਿੱਧਾ ਪ੍ਰਸਾਰਣ ਹੁੰਦਾ ਲਾਈਵ। ਔਰ ਦਿਖਾਉਣ ਲਈ ਤਾਂ ਇਹਨਾਂ ਕੋਲ ਆਊਟ ਬ੍ਰਾਡਕਾਸਟ ਵੈਨ ਹੈਗੀਆਂ, ਉਹ ਵੀ ਵੈਨ ਹੈਗੀਆਂ, ਸਾਰਾ ਕੁਝ ਇਨਫਰਾਸਟ੍ਰਕਚਰ ਹੈਗਾ। ਔਰ ਇਹ ਹੁਣ ਪ੍ਰਾਈਵੇਟ ਚੈਨਲ ਤੇ ਪਲੱਸ ਜਿਹੜੇ ਹੈਗੇ ਆ SGPC ਦਾ ਰੌਲਾ ਹੋ ਗਿਆ। ਹੁਣ ਵੇਖੋ ਕੀ ਹੁੰਦਾ, ਕਿਉਂਕਿ ਦਿਨ ਤਾਂ ਨੇੜੇ ਰਹਿ ਗਏ, 21 ਤਰੀਕ ਨੂੰ ਇਹਨਾਂ ਦਾ ਟੈਂਡਰ ਖਤਮ ਹੋ ਗਿਆ। ਐਕਚੁਅਲੀ ਪੈਸੇ ਦਾ ਮਸਲਾ ਹੈ, ਹਾਂ ਇੱਥੇ ਆ ਬਿਜ਼ਨਸ ਦਾ ਮਸਲਾ ਹੈ। ਇਹ ਤਾਂ ਗੱਲ ਸਹੀ, ਕਿਉਂਕਿ ਜੋ ਸੁਣਨ ਚਾਹੁੰਦਾ ਹੈ ਜਾਂ ਜੋ ਰਿਪੋਰਟਸ ਪਹੁੰਚਦੀਆਂ ਨੇ ਕਿ ਫੋਰਨ ਕੰਟਰੀ ਦੇ ਵਿੱਚ ਜੋ ਵੀ ਬੰਦਾ ਕਨੈਕਸ਼ਨ ਲੈਂਦਾ ਹੈ ਗੁਰਬਾਣੀ ਦੇ ਦਰਸ਼ਨ ਕਰਨ ਵਾਸਤੇ, ਉਹਨੂੰ ਪਰ ਟੀਵੀ ਸੈੱਟ ਪਤਾ ਨਹੀਂ ਕਿੰਨੇ ਡਾਲਰ ਦੇਣੇ ਪੈਂਦੇ, ਪੇ ਕਰਨਾ ਪੈਂਦਾ ਉਹਨੂੰ। ਤਾਂ ਇਹ ਬਿਜ਼ਨਸ ਦਾ ਮਸਲਾ ਪੇਡ ਹੈ ਨਾ, ਇਹ ਪ੍ਰੋਫਿਟ ਦਾ ਮਸਲਾ। ਹਾਂ ਹਾਂ, ਸੋ ਇਸ ਕਰਕੇ ਇਹ ਸਾਰਾ ਪੰਗਾ ਪਿਆ ਹੋਇਆ। ਨਾਲੇ ਪ੍ਰਾਈਵੇਟ ਚੈਨਲ ਹੈ ਨਾ, ਇਹਨਾਂ ਦੀ ਮੁਖਤਿਆਰੀ ਤੇ ਇਹਨਾਂ ਦੀ SGPC ਦੀ ਤੇ ਅਕਾਲੀ ਦਲ ਦੀ ਉਹਦੇ ਤੇ। ਜੇ ਇਹ ਭਾਵਨਾ ਹੋਵੇ ਕਿ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਪੂਰੀ ਵਿਸ਼ਵ ਵਿੱਚ ਹੋਣਾ ਚਾਹੀਦਾ ਹੈ ਜੀ, ਬਿਜ਼ਨਸ ਨੂੰ ਭੁੱਲ ਜਾਓ ਕਿ ਬਿਜ਼ਨਸ ਤਾਂ ਬਾਕੀ ਕੰਮਾਂ 'ਚ ਹੋ ਸਕਦਾ ਹੈ, ਗੁਰਬਾਣੀ ਨੂੰ ਤਾਂ ਬਿਜ਼ਨਸ ਦੇ ਰੂਪ ਦੇ ਵਿੱਚ ਨਾ ਦੇਖੀਏ ਤੇ ਅਸੀਂ ਇਸ ਪ੍ਰਚਾਰ ਤੇ ਪ੍ਰਸਾਰ ਨੂੰ ਪੂਰੀ ਦੁਨੀਆ 'ਚ ਫੈਲਾਈਏ, ਬਿਜ਼ਨਸ ਨੂੰ ਛੱਡ ਦਈਏ, ਤਾਂ ਮਸਲਾ ਤਾਂ ਹੈ ਹੀ ਨਹੀਂ, ਪੰਗਾ ਤਾਂ ਹੈ ਹੀ ਨਹੀਂ। ਪੰਗਾ ਤਾਂ ਬਿਜ਼ਨਸ ਦਾ ਹੈ, ਪੰਗਾ ਤੇ ਪ੍ਰੋਫਿਟ ਦਾ ਹੈ। ਤਾਂਤੀ ਸਾਜ਼ਾਂ ਨਾਲ ਸ਼ਬਦ ਕੀਰਤਨ ਜਦੋਂ ਕਰਦੇ ਨੇ ਸਾਰੇ ਉੱਥੇ ਜਿੰਨੇ ਜਥੇ ਆਉਂਦੇ ਆ, ਔਰ ਉਹ 31 ਰਾਗਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੈ, ਔਰ ਉਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਉਹ ਦਿੰਦੇ ਨੇ ਆਪਣਾ ਗਾ ਕੇ ਰੰਗ, ਔਰ ਉਹਦੇ ਵਿੱਚ ਸਾਰੇ ਜਿਹੜੇ ਲੋਕ ਸ਼ਰਧਾਲੂ ਨੇ ਔਰ ਸੁਣਦੇ ਨੇ, ਬਾਹਰਲੇ ਦੇਸ਼ਾਂ 'ਚ ਬੈਠੇ ਖਾਸ ਤੌਰ ਤੇ ਸਾਡੇ NRI ਵੀਰ ਜਿਹੜੇ ਹੈਗੇ ਉਹ ਸਰਵਣ ਕਰਦੇ ਆ ਗੁਰਬਾਣੀ ਦਾ ਪ੍ਰਸਾਰਣ, ਔਰ ਜਿਹੜਾ ਸਵੇਰੇ ਮਾਰਨਿੰਗ ਵੀ ਹੁੰਦਾ ਔਰ ਸ਼ਾਮ ਨੂੰ ਵੀ ਹੁੰਦਾ। ਇਹਦੇ ਟਾਈਮ ਹੁਣ ਇਹਨਾਂ ਨੇ ਬਦਲ ਦਿੱਤੇ ਸੀਗੇ, ਔਰ ਉੱਥੇ ਤਾਂ ਜਿਹੜਾ ਚੱਲਦਾ ਸਦਾ ਚੱਲਦਾ ਰਹਿੰਦਾ, ਔਰ ਉਹਦੇ ਵਿੱਚ ਇਹ ਜਿਹੜੀ ਆ ਪ੍ਰਸਾਰਣ ਕਰਨ ਦੀ ਜਿਹੜੀ ਵਿਧੀ ਹੈਗੀ ਆ, ਇਹ ਇਹਨਾਂ ਕੋਲ ਲਾਈਵ ਕਰਨ ਦੀ ਇਹਨਾਂ ਕੋਲ ਸੀ ਇਨਫਰਾਸਟ੍ਰਕਚਰ, ਇਹਨਾਂ ਕੋਲ PTC ਚੈਨਲ ਕੋਲ ਸੀਗਾ। ਪਰ ਹੁਣ ਜਿਹੜਾ ਇਹ ਮਸਲਾ, ਤੁਹਾਡੀ ਗੱਲ ਸਹੀ ਹੈਗਾ ਕਿ ਸਾਰੇ ਦੇਸ਼ਾਂ ਵਿੱਚ ਇਹਦਾ ਅਪਰੋਚ ਹੋਣੀ ਚਾਹੀਦੀ ਹੈ, ਡਿਜੀਟਲ ਚੈਨਲ ਨਾਲ ਹੀ ਹੋਣਾ ਚਾਹੀਦਾ। ਜਿਹੜਾ ਇਹਨਾਂ ਨੇ ਕਰ ਦਿੱਤਾ ਹੈਗਾ YouTube ਤੇ ਜਿਹੜੀ ਹੈਗੀ ਆ ਅਪਰੋਚ ਲੋਕਾਂ ਸਾਰਿਆਂ ਦੀ ਨਹੀਂ ਹੋਊਗੀ, ਸੁਣਨਗੇ ਲੋਕ ਪਰ ਮੋਬਾਈਲ ਤੇ, ਜਿਹਦੇ 'ਚ ਉਹ ਨਹੀਂ ਹੈਗਾ ਕਿ ਚੈਨਲ ਦੇ ਰਾਹੀਂ ਨਹੀਂ ਆਊਗੀ ਕਿ ਘਰ ਬੈਠੇ ਜਿਹੜੇ ਗਿਆ। ਖਾਸ ਤੌਰ ਤੇ ਜ਼ਿਆਦਾਤਰ ਯੂਥ ਨਾਲੋਂ ਬਜ਼ੁਰਗ ਲੋਕ ਜ਼ਿਆਦਾ ਸਰਵਣ ਕਰ ਰਹੇ ਆ ਗੁਰਬਾਣੀ ਕੀਰਤਨ, ਔਰ ਉਹਦੇ ਜਿਹੜੇ ਬਜ਼ੁਰਗ ਉਹਨਾਂ ਨੂੰ ਵਿਚਾਰਿਆਂ ਨੂੰ ਆਉਂਦਾ ਨਹੀਂ ਕਿ YouTube ਨੂੰ ਤੇ ਜਿਹੜਾ ਦੇਖਣਾ ਔਰ ਉਹਨੂੰ ਨਾਲ ਅਪਰੋਚ ਕਰਨਾ, ਔਰ ਇਹ ਸਾਰਾ ਕੁਝ ਜਿਹੜਾ ਹੈਗਾ ਅਜੇ ਵੀ ਕੰਮ ਜਿਹੜਾ ਕਾਮਯਾਬੀ ਵੱਲ ਨਹੀਂ ਵਧੂਗਾ। ਕਿਉਂਕਿ ਜਿਹੜੀ ਇੱਥੋਂ ਦੀ ਮੌਜੂਦਾ ਸਰਕਾਰ ਹੈ, ਮਾਨ ਸਰਕਾਰ, ਉਹਨੇ ਤਾਂ ਇਸ ਗੱਲ 'ਚ ਅੜਿੱਕਾ ਡਾਹ ਦਿੱਤਾ ਕਿ ਅਸੀਂ ਨਹੀਂ ਕਰਨਾ, ਕਿ ਅਸੀਂ ਕਹਿੰਦੇ ਉਹ ਜਿਹੜਾ ਸੋਧ ਬਿੱਲ ਹੈਗਾ 1925 ਦਾ ਗੁਰਦੁਆਰਾ ਐਕਟ, ਉਹਨੂੰ ਤਰਮੀਮ ਕਰ ਦਿੱਤਾ। ਉਹਦੇ ਵਿੱਚ ਜਿਹੜਾ ਸਾਰੇ ਚੈਨਲ ਕਰਨਗੇ, ਇੱਕ ਚੈਨਲ ਦੀ ਮੋਨੋਪੋਲੀ ਨਹੀਂ ਰਹੂਗੀ। ਉਹਨਾਂ ਨੇ ਕੱਲ ਟਵੀਟ ਕਰ ਦਿੱਤਾ ਹੈ ਸਾਰੀ ਗੱਲ। ਹਾਂ, ਬਿਲਕੁਲ ਕਰ ਦਿੱਤਾ ਹੈ। ਚਲੋ ਇਹ ਇੱਕ ਮਸਲਾ ਹੈ, ਦੇਖੋ ਇਹਦਾ ਕੀ ਹੱਲ ਨਿਕਲਦਾ ਹੈ। ਅਗਲਾ ਇੱਕ ਮਸਲਾ ਹੈ ਜੋ ਸਾਡਾ ਅੰਤਿਮ ਮਸਲਾ ਹੋਏਗਾ ਇਸ ਪ੍ਰੋਗਰਾਮ ਦਾ, ਉਹਦੇ 'ਚ ਸੁਖਬੀਰ ਬਾਦਲ ਜੀ ਇੱਕ ਸਟੇਟਮੈਂਟ ਦੇ ਰਹੇ ਨੇ ਕਿ ਜਿਹੜਾ ਸਾਂਝਾ ਕੋਡ ਬਿੱਲ ਹੈ ਪੂਰੀ ਦੁਨੀਆ ਦੇ ਵਿੱਚ, ਤਾਂ ਅਲੱਗ-ਅਲੱਗ ਧਰਮ ਨੇ, ਵੱਖ-ਵੱਖ ਧਰਮ ਨੇ, ਵੱਖ-ਵੱਖ ਖਿੱਤਿਆਂ ਦੇ ਵਿੱਚ ਵੱਖ-ਵੱਖ ਲੋਕ ਬੈਠੇ ਨੇ,
ਔਰ ਇੰਨੇ ਧਰਮ, ਇੰਨੇ ਜ਼ਿਆਦਾ ਜ਼ਾਤ ਬਿਰਾਦਰੀ, ਇੰਨੀ ਜ਼ਿਆਦਾ ਜਿੱਦਾਂ ਆਪਾਂ ਕਹਿੰਦੇ ਆ ਨਾ ਕਿ ਰਸਮੋ ਰਿਵਾਜ, ਰੀਤੀ ਰਿਵਾਜ ਪੂਰੀ ਦੁਨੀਆ 'ਚ ਕਿਤੇ ਨਹੀਂ ਜਿੰਨੇ ਭਾਰਤ ਦੇ ਵਿੱਚ ਨੇ। ਹਰ ਧਰਮ, ਹਰ ਜਾਤੀ, ਹਰ ਰਸਮੋ ਰਿਵਾਜ, ਇੱਥੋਂ ਤੱਕ ਕਿ ਆਦੀਵਾਸੀ ਵੀ ਭਾਰਤ ਦੇ ਵਿੱਚ ਨੇ, ਔਰ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਹੀ ਸਿਵਲ ਕੋਡ ਦੇ ਵਿੱਚ ਲਿਆਂਦਾ ਜਾਵੇ, ਇੱਕੋ ਹੀ ਧਰਮ ਕੀਤਾ ਜਾਵੇ, ਇੱਕੋ ਹੀ ਸਭ ਕੁਝ ਹੋਵੇ। ਇਹ ਘੱਟ ਗਿਣਤੀਆਂ ਦੇ ਖਿਲਾਫ ਹੈ, ਉਹਨਾਂ ਦੇ ਹਿੱਤਾਂ ਦੇ ਖਿਲਾਫ ਹੈ। ਇਹ ਸੁਖਬੀਰ ਬਾਦਲ ਕਹਿ ਰਹੇ। ਹਾਂ, ਅਕਾਲੀ ਦਲ ਦੇ ਨੇਤਾ ਨੇ ਸੁਖਬੀਰ ਬਾਦਲ ਜੀ ਨੇ ਉਹਨਾਂ ਨੇ ਤੇ ਰੋਸ ਪ੍ਰਗਟਾਇਆ ਕਿ ਉਹਨਾਂ ਨੇ ਕਿਹਾ ਕਿ ਜਦੋਂ ਅਨੇਕਤਾ 'ਚ ਏਕਤਾ ਵਾ ਸਾਡੇ ਦੇਸ਼ ਵਿੱਚ, ਵੱਖ-ਵੱਖ ਤਰ੍ਹਾਂ ਦੀ ਭਾਸ਼ਾ, ਵੱਖ-ਵੱਖ ਤਰ੍ਹਾਂ ਦੀ ਬੋਲੀ, ਖਾਣ ਪੀਣ, ਕੱਪੜੇ ਔਰ ਕਈ ਤਰ੍ਹਾਂ ਦੇ ਰੀਤੀ ਰਿਵਾਜ, ਕਹਿੰਦੇ ਇੱਕ ਤਰ੍ਹਾਂ ਦਾ ਸਾਡਾ ਅਜਾਇਬ ਘਰ ਹੀ ਹੁੰਦਾ ਜਿਹਦੇ ਵਿੱਚ ਵੱਖ-ਵੱਖ ਚੀਜ਼ਾਂ ਪਈਆਂ ਨੇ, ਔਰ ਉਹਨਾਂ ਨੂੰ ਤੁਸੀਂ ਆਂਦੇ ਇੱਕ ਲੜੀ ਦੇ ਵਿੱਚ, ਇੱਕ ਹਾਰ ਵਿੱਚ ਨਹੀਂ ਪਰੋਸ ਸਕਦੇ। ਸਾਰਾ ਕੁਝ ਜੋ ਕੁਝ ਹੈਗਾ ਵੱਖਰਾ ਵੱਖਰਾ ਲੋਕਾਂ ਦਾ ਹੈਗਾ। ਜੇਕਰ ਇਹ ਕੀਤਾ ਗਿਆ ਤਾਂ ਲੋਕਾਂ ਦੇ ਵਿੱਚ ਰੋਸ ਜ਼ਿਆਦਾ ਹੋ ਜਾਊਗਾ, ਔਰ ਇਲੈਕਸ਼ਨ ਆਉਣ ਦੇ ਨਾਲ ਲੋਕਾਂ ਵਿੱਚ ਜਿਹੜੀ ਆ ਨਾ ਰੋਸ ਦੀ ਭਾਵਨਾ ਹੋਰ ਪ੍ਰਬਲ ਹੋ ਜਾਊਗੀ। ਔਰ ਉਹਨਾਂ ਨੇ ਇਹ ਕਿਹਾ ਹੈਗਾ ਕਿ ਜੇ ਅਸੀਂ ਇਹਦੇ 'ਤੇ ਨਹੀਂ ਕੰਟਰੋਲ ਕਰਾਂਗੇ ਜਾਂ ਇਹਨੂੰ ਲਾਗੂ ਕਰ ਦੇਵਾਂਗੇ, ਜਿੱਦਾਂ ਉੱਤਰਾਖੰਡ ਵਿੱਚ ਇਹ ਲਾਗੂ ਹੋਣ ਜਾ ਰਿਹਾ, ਜੇ ਹੋ ਗਿਆ ਤਾਂ ਬਾਹਰਲੇ ਸਾਰੇ ਸੂਬਿਆਂ ਦੇ ਵਿੱਚ ਬਗਾਵਤ ਹੋਊਗੀ। ਔਰ ਅਸੀਂ ਖਾਸ ਤੌਰ 'ਤੇ ਆਂਦੇ, ਅਸੀਂ ਵੀ ਕਹਿ ਰਹੇ ਕਿ ਸਾਡੀ ਖੇਤਰੀ ਪਾਰਟੀ ਆ, ਅਸੀਂ ਇਹਦੇ 'ਤੇ ਕੋਈ ਨਹੀਂ ਸਾਡੇ ਵੱਲੋਂ ਸਹਿਮਤੀ, ਔਰ ਉਹਦੇ ਵਿੱਚ ਬਾਕੀ ਜਿਹੜੀਆਂ ਸਾਡੀਆਂ ਹੋਰ ਸੂਬਾ ਪਾਰਟੀਆਂ ਨੇ ਉਹਨਾਂ ਵੱਲੋਂ ਵੀ ਆਂਦਾ ਅਸੀਂ ਕੁਝ ਪ੍ਰਤੀਕਿਰਿਆ ਚੰਗੀ ਨਹੀਂ। ਔਰ ਉਹਨਾਂ ਨੇ ਕਿਹਾ ਗਾ ਕਿ ਜੇ ਸੈਂਟਰ ਨੇ ਇਹ ਮਾਮਲਾ ਜਾਂ ਇਹ ਕੋਡ ਜਿਹੜਾ ਹੈਗਾ ਇਹਨੂੰ ਲਾਗੂ ਕਰ ਦਿੱਤਾ ਗਿਆ ਤੇ ਦੇਸ਼ ਵਿੱਚ ਏਕਤਾ ਰਹਿਣੀ ਜਿਹੜੀ ਆ ਗਿਆ ਉਹ ਨਹੀਂ ਰਹੂਗੀ ਲੋਕਾਂ ਦੇ ਵਿੱਚ, ਫਿਰ ਉਹ ਸਾਰਾ ਕੁਝ ਜਿਹੜੀ ਆ ਹੀਣਤਾ ਭਾਵਨਾ ਵੀ ਆ ਸਕਦੀ ਆ, ਬੜਾ ਕੁਝ ਜਿਹੜਾ ਜੁੜਿਆ ਜੁੜਾਇਆ ਸਾਰਾ ਕੁਝ ਆਂਦੇ ਉਹ ਸਾਰਾ ਕੁਝ ਤੋੜ ਰਹੇ ਜੇ। ਜਿਹੜੀਆਂ ਤੁਸੀਂ ਕਹਿੰਦੇ ਇੱਕ ਚੀਜ਼ ਨੂੰ ਬਣਾਉਣ ਲਈ ਜਦੋਂ ਤਖਤ ਪੋਸ਼ ਬਣਾਇਆ, ਵੱਖ-ਵੱਖ ਤਰ੍ਹਾਂ ਦੀਆਂ ਫੱਟੀਆਂ ਲਾਤੀਆਂ, ਵੱਖ-ਵੱਖ ਤਰ੍ਹਾਂ ਦੇ ਕਿੱਲ ਲਾਤੇ, ਕਈ ਤਰ੍ਹਾਂ ਦੇ ਰੰਗ ਕਰ ਦਿੱਤੇ, ਉਹਦੇ ਪਾਵੇ ਬਣਾਉਣ। ਫਿਰ ਜਦੋਂ ਤੁਸੀਂ ਉਹਨੂੰ ਉਹਦੀਆਂ ਫੱਟੀਆਂ ਦੇੜ ਕੇ ਸਾਰਾ ਕੁਝ ਨਵੇਂ ਤਰੀਕੇ ਨਾਲ ਬਣਾਓਗੇ, ਉਹਨੂੰ ਕਰੋਗੇ, ਫਿਰ ਉਹ ਚੀਜ਼ ਨਹੀਂ ਬਣੂਗੀ। ਜਿੱਥੇ ਸੱਥਾਂ ਪੈਂਦੀਆਂ ਸੀ, ਲੋਕ ਪੈਂਦੇ ਸੀ, ਉਹ ਹਿੱਲੂਗਾ, ਉਹਦੀਆਂ ਚੂੜਾਂ ਹਿੱਲਣਗੀਆਂ। ਇਹਨਾਂ ਨੇ ਕਹਿਤਾ ਕਿ ਉਹਦੀਆਂ ਚਾਰਪਾਈ ਦੀਆਂ ਜਿਹੜੀਆਂ ਚੂੜਾਂ ਨੇ ਉਹਦੇ ਵਿੱਚ ਸੇਰੂ ਹੁੰਦੇ ਆ, ਬਾਹੀਆਂ ਹੁੰਦੀਆਂ ਵਾ, ਤਦ ਬਣਦੀ ਹੈ। ਜੇ ਤੁਸੀਂ ਇੱਕ ਬਾਈ ਕੱਢ ਦਿੱਤੀ ਤਾਂ ਕਿੱਧਰ ਚੱਲ ਜੂਗਾ? ਉਹ ਮੰਜੀ ਟੁੱਟ ਸਕਦੀ ਆ, ਵਾਣ ਖਸਤਾ ਹਾਲਤ ਹੋ ਜੂਗਾ। ਇਹਨਾਂ ਨੇ ਕਹਿਤਾ ਕਿ ਇੱਥੇ ਵੈਸੇ ਗੱਲ ਇਹਨਾਂ ਨੇ ਬਹੁਤ ਸਿਆਣੀ ਕੀਤੀ ਹੈ, ਇਹ 'ਤੇ ਰੋਕ ਲਾਉਣੀ ਚਾਹੀਦੀ ਆ। ਔਰ ਰੋਕ ਲਾਉਣ ਨਾਲ ਕਹਿੰਦੇ ਕਿ ਅਸੀਂ ਸਾਰੇ, ਭਾਵੇਂ ਅਸੀਂ ਸਿਆਸਤ ਤੌਰ 'ਤੇ ਅਸੀਂ ਵੱਖਰੇ ਵੱਖਰੇ ਹਾਂ, ਪਰ ਜੇ ਅਸੀਂ ਸਾਡੀ ਸਰਕਾਰ ਮੌਜੂਦਾ ਪੰਜਾਬ ਦੀ ਹੈ ਤਾਂ ਅਸੀਂ ਹੈਗੇ ਇਸ ਗੱਲ 'ਤੇ ਅਸੀਂ ਪੂਰੇ ਖੜੇ ਹੈਗੇ। ਪਰ ਜਦੋਂ ਇਹਨਾਂ ਨੇ ਇੱਕ ਗੱਲ ਕਹਿਤਾ ਕਿ ਜਿਹੜੀ ਆਪ ਸਰਕਾਰ ਹੈ ਇਹਨਾਂ ਨੇ ਇਹਦੀ ਸਹਿਮਤੀ ਕਰ ਦਿੱਤੀ ਸੀ, ਪਰੰਦੇ ਇਹ ਗੱਲ ਗਲਤ ਹੋ ਗਈ ਆ ਕਿ ਜਿਹਦੇ ਵਿੱਚ ਇਹਨਾਂ ਨੇ ਸਹਿਮਤੀ ਕੀਤੀ ਵੀ ਜਿੱਥੇ ਇਹਦੇ ਵਿੱਚ ਅਸੀਂ ਲਾਗੂ ਕਰਾਉਣ ਦੇ ਵਿੱਚ ਬਿਲਕੁਲ ਸਹਿਮਤ ਹੈਗੇ ਹਾਂ। ਔਰ ਜਦੋਂ ਅਕਾਲੀ ਦਲ ਇਹਦੇ 'ਤੇ ਵਿਰੋਧਤਾ ਕਰ ਰਿਹਾ, ਬੀਜੇਪੀ ਦੀ ਜਿਹੜੀ ਇਕਾਈ ਹੈਗੀ ਆ ਉਹ ਅਜੇ ਨਹੀਂ ਇਸ ਪਾਸੇ ਆਈ, ਕਿਉਂਕਿ ਇਹਨਾਂ ਦਾ ਆਪਸੀ ਗੱਲ ਵੱਖਰੀ ਨਹੀਂ ਪਈ, ਆਪੋ 'ਚ ਵੱਖਰੇ ਵੱਖਰੇ ਆ। ਔਰ ਕਾਂਗਰਸ ਇਹਦੇ ਉਲਟਾ, ਔਰ ਆਮ ਆਦਮੀ ਪਾਰਟੀ ਸਪੋਰਟ ਕਰਦੀ ਪਈ, ਸਪੋਰਟ ਕਰਦੀ ਹੈ। ਬਿਲਕੁਲ ਸਹੀ ਗੱਲ। ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਕਾਬਿਲੇ ਗੌਰ ਨੇ। ਇਹ ਫੱਟੀਆਂ ਉਧੜ ਜਾਂਦੀਆਂ ਨੇ ਇਹਦੇ ਕਰਕੇ, ਉਹੀ ਹਫਤਾ ਦੇ ਜਿਹੜੇ ਆਂਦੇ ਤੱਕ ਕੁਝ ਮੁੱਠੀ ਪਰ ਲੋਕ ਮਿਲ ਕੇ ਪੂਰੀ ਮਾਨਵ ਸਭਿਅਤਾ ਨੂੰ, ਪੂਰੇ ਭਾਰਤ ਦੀ ਸੰਸਕ੍ਰਿਤੀ ਨੂੰ, ਪੂਰੇ ਭਾਰਤ ਦੀ ਸਭਿਅਤਾ ਨੂੰ ਤੁਸੀਂ ਮੁੱਠੀ ਪਰ ਲੋਕ ਇਸ ਤਰ੍ਹਾਂ ਚਲਾਉਣਾ ਚਾਹੋ ਕਿ ਆਪਣੀ ਮਰਜ਼ੀ ਦੇ ਨਾਲ, ਆਪਣੇ ਮਨ ਦੀ ਮਰਜ਼ੀ ਦੇ ਨਾਲ ਚਲਾਉਣਾ ਚਾਹੋ ਤਾਂ ਇਹ ਲੋਕ ਐਕਸੈਪਟ ਨਹੀਂ ਕਰਨਗੇ, ਕਿਉਂਕਿ ਇਹ ਡੈਮੋਕ੍ਰੇਸੀ ਹੈ। ਬਿਲਕੁਲ, ਇਹ ਲੋਕਤੰਤਰ ਹੈ, ਔਰ ਇਹਦੇ ਵਿੱਚ ਵਿਭਿੰਨ ਕਿਸਮ ਦੇ ਲੋਕ ਨੇ, ਵਿਭਿੰਨ ਕਿਸਮ ਦੇ ਜਾਤੀਆਂ ਨੇ, ਧਰਮ ਨੇ, ਔਰ ਸਭ ਦਾ ਆਪਣਾ ਆਪਣਾ ਅਕੀਦਾ ਹੈ। ਹਰ ਬੰਦਾ ਸੁਤੰਤਰ ਹੈ ਆਪਣੇ ਹਿਸਾਬ ਨਾਲ ਰੱਬ ਨੂੰ ਯਾਦ ਕਰਨ ਲਈ। ਇਹ ਸਾਡਾ ਸੰਵਿਧਾਨ ਕਹਿੰਦਾ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਉਹਦੇ ਵਿੱਚ ਸਾਨੂੰ ਇਹ ਫੈਸਿਲਿਟੀ ਦਿੱਤੀ ਹੋਈ ਹੈ ਕਿ ਅਸੀਂ ਆਪਣੇ ਆਪਣੇ ਤਰੀਕੇ ਨਾਲ ਆਪਣੇ ਆਪਣੇ ਰੱਬ ਨੂੰ ਯਾਦ ਕਰ ਸਕਦੇ ਹਾਂ। ਬਿਲਕੁਲ, ਟਾਈਮ ਹੀ ਹੋਇਆ ਜੀ। ਟਾਈਮ ਇਹ ਹੋ ਗਿਆ ਕਿ ਹੁਣ ਆਪਾਂ ਚੱਲੀਏ ਜ਼ਰੂਰ, ਔਰ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰੀਏ ਕਿ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਜੀ ਜੀ, ਸਤਿ ਸ੍ਰੀ ਅਕਾਲ।